ਮਹਿੰਦਰ ਬੇਦੀ ਦੁਆਰਾ ਅਨੁਵਾਦਿਤ ਪੁਸਤਕ ਦਹਿਸ਼ਤ ਦੀ ਘਾਟੀ ਦਾ 5ਵਾਂ ਕਾਂਡ। ਨਾਟਕ ਦੇ ਪਾਤਰ। ਕੀ ਉਸ ਕਮਰੇ 'ਚ ਜੋ ਕੁਝ ਤੁਸੀਂ ਦੇਖਣਾ ਚਾਹੁੰਦੇ ਸੀ ਉਹ ਸਭ ਤੁਸੀਂ ਦੇਖ ਲਿਆ? ਅਸੀਂ ਵਾਪਸ ਇਮਾਰਤ 'ਚ ਦਾਖਲ ਹੋਏ ਤਾਂ ਵਾਈਟ ਮੈਸਰ ਨੇ ਪੁੱਛਿਆ। ਫਿਲਹਾਲ ਤਾਂ ਦੇਖ ਹੀ ਲਿਆ, ਇੰਸਪੈਕਟਰ ਮੈਕਡੋਨਲਡ ਨੇ ਕਿਹਾ ਤੇ ਹੋਮਸ ਨੇ ਸਹਿਮਤੀ 'ਚ ਸਿਰ ਹਿਲਾ ਦਿੱਤਾ। ਤਾਂ ਸ਼ਾਇਦ ਹੁਣ ਤੁਸੀਂ ਘਰ ਦੇ ਕੁਝ ਲੋਕਾਂ ਦੇ ਬਿਆਨ ਸੁਣਨਾ ਚਾਹੋਗੇ, ਵਾਈਟ ਮੈਸਰ ਨੇ ਕਿਹਾ। ਇਸ ਕੰਮ ਲਈ ਮੇਰੇ ਖਿਆਲ 'ਚ ਡਾਇਨਿੰਗ ਰੂਮ ਹੀ ਠੀਕ ਰਹੇਗਾ। ਅਸੀਂ ਸਾਰੇ ਡਾਇਨਿੰਗ ਰੂਮ 'ਚ ਪਹੁੰਚ ਗਏ। ਸਭ ਤੋਂ ਪਹਿਲਾਂ ਤੁਸੀਂ ਦੱਸੋ ਏਮਸ ਕਿ ਤੁਸੀਂ ਇਸ ਮਾਮਲੇ ਬਾਰੇ ਕੀ ਕੁਝ ਜਾਣਦੇ ਹੋ। ਉੱਥੇ ਪਹੁੰਚਣ ਪਿੱਛੋਂ ਹੋਮਸ ਨੇ ਬਟਲਰ ਨੂੰ ਪੁੱਛਿਆ। ਉਹਦਾ ਬਿਆਨ ਬਿਲਕੁਲ ਸਿੱਧਾ ਸਾਦਾ ਤੇ ਸਪਸ਼ਟ ਸੀ ਤੇ ਉਹਦੇ ਬੋਲਣ ਦੇ ਢੰਗ 'ਚ ਵਫਾਦਾਰੀ ਦੀ ਚੱਸ ਮਿਲਦੀ ਸੀ। ਉਹ ਡਗਲਸ ਕੋਲ ਉਦੋਂ ਦਾ ਨੌਕਰੀ ਕਰ ਰਿਹਾ ਸੀ ਜਦੋਂ 5 ਸਾਲ ਪਹਿਲਾਂ ਬਿਲਸਟੋਨ ਵਿੱਚ ਆ ਕੇ ਰਹਿਣ ਲੱਗਾ ਸੀ। ਉਹਦੀ ਨਜ਼ਰ 'ਚ ਡਗਲਸ ਇੱਕ ਕਾਫੀ ਅਮੀਰ ਆਦਮੀ ਸੀ ਜਿਹੜਾ ਅਮਰੀਕਾ ਤੋਂ ਕਾਫੀ ਰੁਪਇਆ ਕਮਾ ਕੇ ਲਿਆਇਆ ਸੀ। ਉਹਦੇ ਮੁਤਾਬਕ ਡਗਲਸ ਉਹਦੇ ਦੂਜੇ ਮਾਲਕਾਂ ਨਾਲੋਂ ਕਾਫੀ ਬਿਹਤਰ ਤੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਤੇ ਨੌਕਰਾਂ ਨਾਲ ਚੰਗੀ ਤਰ੍ਹਾਂ ਪੇਸ਼ ਆਉਣ ਵਾਲਾ ਇਨਸਾਨ ਸੀ। ਬਸ ਇੱਕੋ ਕਮੀ ਸੀ ਕਿ ਸੋਚ ਵਿਚਾਰ ਕੇ ਕੋਈ ਕੰਮ ਨਹੀਂ ਸੀ ਕਰਦਾ। ਉਸ ਵਰਗਾ ਦਲੇਰ ਤੇ ਨਿਡਰ ਆਦਮੀ ਉਹਨੇ ਆਪਣੀ ਜ਼ਿੰਦਗੀ 'ਚ ਕੋਈ ਦੂਜਾ ਨਹੀਂ ਸੀ ਦੇਖਿਆ। ਉਹਦਾ ਹੁਕਮ ਸੀ ਕਿ ਬ੍ਰਿਜ ਰੋਜ਼ ਰਾਤ ਨੂੰ ਚੁੱਕ ਦਿੱਤਾ ਜਾਏ। ਇੱਕ ਸਾਮੰਤੀ ਰਿਵਾਜ਼ ਸੀ ਤੇ ਡਗਲਸ ਨੂੰ ਪੁਰਾਣੇ ਸਾਮੰਤੀ ਰਿਵਾਜ਼ ਪਸੰਦ ਸਨ। ਏਮਸ ਦੇ ਮੁਤਾਬਕ ਇੱਥੇ ਆਉਣ ਪਿੱਛੋਂ ਡਗਲਸ ਕਦੀ ਲੰਡਨ ਜਾਣ ਦੀ ਕੀ ਗੱਲ, ਕਦੀ ਪਿੰਡ ਦੀ ਜੂਹ ਵਿੱਚੋਂ ਵੀ ਬਾਹਰ ਨਹੀਂ ਸੀ ਨਿਕਲਿਆ। ਕੱਲ੍ਹ ਯਾਨੀ ਇਸ ਦੁਖਦਾਈ ਘਟਨਾ ਦੇ ਘਟਣ ਤੋਂ ਪਹਿਲਾਂ ਉਹ ਦਿਨੇ ਨਾਲ ਵਾਲੇ ਨਗਰ ਟਰਨਬ੍ਰਿਜ ਵੈਲਸ ਵਿੱਚ ਖਰੀਦਦਾਰੀ ਕਰਨ ਲਈ ਗਿਆ ਸੀ। ਏਮਸ ਦਾ ਕਹਿਣਾ ਸੀ ਕਿ ਉੱਥੋਂ ਆਉਣ ਪਿੱਛੋਂ ਉਹਨੇ ਡਗਲਸ ਨੂੰ ਕਾਫੀ ਉਤੇਜਿਤ ਤੇ ਪਰੇਸ਼ਾਨ ਜਿਹਾ ਦੇਖਿਆ ਸੀ। ਇਹ ਉਹਦੇ ਲਈ ਬੜੀ ਹੈਰਾਨੀ ਵਾਲੀ ਤੇ ਉਪਰੀ ਜਿਹੀ ਗੱਲ ਸੀ। ਪਿਛਲੀ ਰਾਤ ਉਹ ਯਾਨੀ ਏਮਸ ਅਜੇ ਸੌਣ ਲਈ ਨਹੀਂ ਗਿਆ ਸੀ ਤੇ ਭੰਡਾਰ ਘਰ 'ਚ ਭਾਂਡੇ ਸੰਭਾਲ ਰਿਹਾ ਸੀ ਕਿ ਅਚਾਨਕ ਉਹਨੇ ਘੰਟੀ ਨੂੰ ਜ਼ੋਰ ਨਾਲ ਖਿੱਚ ਕੇ ਵਜਾਏ ਜਾਣ ਦੀ ਤੇਜ਼ ਆਵਾਜ਼ ਸੁਣੀ। ਨਹੀਂ, ਉਹਨੇ ਕਿਸੇ ਧਮਾਕੇ ਜਾਂ ਗੋਲੀ ਚੱਲਣ ਦੀ ਆਵਾਜ਼ ਨਹੀਂ ਸੀ ਸੁਣਾਈ ਵੀ ਨਹੀਂ ਦੇ ਸਕਦੀ ਸੀ ਕਿਉਂਕਿ ਕਿਚਨ ਦੇ ਭੰਡਾਰ ਘਰ ਇਮਾਰਤ ਦੇ ਬਿਲਕੁਲ ਪਿਛਲੇ ਪਾਸੇ ਸਥਿਤ ਹੈ ਤੇ ਵਿਚਕਾਰ ਕਈ ਬੰਦ ਦਰਵਾਜ਼ੇ ਤੇ ਲੰਮੇ ਵਰਾਂਡੇ ਵੀ ਨੇ। ਮਿਸਿਜ਼ ਅਲੇਨ ਵੀ ਘੰਟੀ ਦੀ ਤੇਜ਼ ਆਵਾਜ਼ ਸੁਣ ਕੇ ਆਪਣੇ ਕਮਰੇ 'ਚੋਂ ਬਾਹਰ ਨਿਕਲ ਆਈ ਸੀ ਤੇ ਦੋਵੇਂ ਘਰ ਦੇ ਅਗਲੇ ਹਿੱਸੇ ਵੱਲ ਤੁਰ ਪਏ ਸਨ। ਜਦੋਂ ਦੋਵੇਂ ਸਟੱਡੀ ਰੂਮ ਦੇ ਨਜ਼ਦੀਕ ਪਹੁੰਚੇ ਤਾਂ ਉਹਨੇ ਮਿਸਿਜ਼ ਡਗਲਸ ਨੂੰ ਪੌੜੀਆਂ ਤੋਂ ਹੇਠਾਂ ਉਤਰਦਿਆਂ ਦੇਖਿਆ। ਨਹੀਂ, ਉਹ ਬਹੁਤ ਤੇਜ਼ੀ ਨਾਲ ਨਹੀਂ ਸੀ ਉਤਰ ਰਹੀ। ਐਨ ਉਸੇ ਸਮੇਂ ਸੇਸਿਲ ਬਾਰਕਰ ਸਟੱਡੀ ਰੂਮ 'ਚੋਂ ਤੇਜ਼ੀ ਨਾਲ ਬਾਹਰ ਨਿਕਲਿਆ ਤੇ ਮਿਸਿਜ਼ ਡਗਲਸ ਨੂੰ ਅੱਧ ਵਿਚਕਾਰ ਰੋਕ ਕੇ ਉਹਨੂੰ ਵਾਪਸ ਚਲੇ ਜਾਣ ਲਈ ਬੇਨਤੀ ਕਰਨ ਲੱਗਾ। ਭਗਵਾਨ ਦੇ ਲਈ ਵਾਪਸ ਆਪਣੇ ਕਮਰੇ 'ਚ ਜਾਓ, ਉਹਨੇ ਤਿੱਖੀ ਆਵਾਜ਼ 'ਚ ਕਿਹਾ। ਵਿਚਾਰਾ ਜੈਕ ਮਰ ਗਿਆ ਏ, ਤੁਸੀਂ ਕੁਝ ਨਹੀਂ ਕਰ ਸਕਦੇ। ਜਾਓ, ਭਗਵਾਨ ਦੇ ਲਈ ਵਾਪਸ ਜਾਓ। ਥੋੜ੍ਹਾ ਸਮਝਾਉਣ ਮਨਾਉਣ ਪਿੱਛੋਂ ਵਾਪਸ ਚਲੀ ਗਈ। ਉਹ ਨਾ ਚੀਕੀ ਕੂਕੀ ਤੇ ਨਾ ਰੋਈ। ਮਿਸਿਜ਼ ਅਲੇਨ ਉਹਨੂੰ ਆਪਣੇ ਨਾਲ ਉੱਪਰ ਕਮਰੇ 'ਚ ਲੈ ਗਈ ਤੇ ਉੱਥੇ ਉਹਦੇ ਨਾਲ ਰਹੀ। ਏਮਸ ਤੇ ਸੋਸਲ ਬਾਰਕਰ ਇਸ ਪਿੱਛੋਂ ਸਟੱਡੀ ਰੂਮ 'ਚ ਆਏ ਜਿੱਥੇ ਉਹਨਾਂ ਨੇ ਕਿਸੇ ਚੀਜ਼ ਨੂੰ ਨਹੀਂ ਛੂਹਿਆ ਤੇ ਹਰ ਚੀਜ਼ ਉਵੇਂ ਹੀ ਸੀ ਜਿਵੇਂ ਬਾਅਦ 'ਚ ਪੁਲਿਸ ਨੂੰ ਮਿਲੀ। ਉਸ ਸਮੇਂ ਮੋਮਬੱਤੀ ਬੁਝੀ ਹੋਈ ਸੀ ਤੇ ਲੈਂਪ ਜਗ ਰਿਹਾ ਸੀ। ਉਹਨਾਂ ਨੇ ਖਿੜਕੀ ਦੇ ਬਾਹਰ ਝਾਕ ਕੇ ਦੇਖਿਆ ਸੀ ਪਰ ਰਾਤ ਬੜੀ ਹਨੇਰੀ ਸੀ ਤੇ ਉਹਨਾਂ ਨੂੰ ਕੁਝ ਵੀ ਦਿਖਾਈ ਜਾਂ ਸੁਣਾਈ ਨਹੀਂ ਸੀ ਦਿੱਤਾ। ਮਿਸਿਜ਼ ਅਲੇਨ ਨਾਮਕ ਹਾਊਸਕੀਪਰ ਦਾ ਬਿਆਨ ਬਟਲਰ ਏਮਸ ਦੇ ਬਿਆਨ ਨਾਲ ਮਿਲਦਾ ਜੁਲਦਾ ਹੀ ਸੀ। ਉਹਦਾ ਕਮਰਾ ਘਰ ਦੇ ਅਗਲੇ ਹਿੱਸੇ ਦੇ ਥੋੜ੍ਹਾ ਨੇੜੇ ਪੈਂਦਾ ਸੀ ਬਨਿਸਬਤ ਉਸ ਭੰਡਾਰ ਘਰ ਦੇ ਜਿਸ 'ਚ ਬਟਲਰ ਉਸ ਸਮੇਂ ਕੰਮ ਕਰ ਰਿਹਾ ਸੀ। ਉਹਦਾ ਕਹਿਣਾ ਸੀ ਕਿ ਉਸ ਸਮੇਂ ਸੌਣ ਦੀ ਤਿਆਰੀ ਕਰ ਰਿਹਾ ਸੀ ਜਦੋਂ ਅਚਾਨਕ ਹੀ ਘੰਟੀ ਦੀ ਤੇਜ਼ ਆਵਾਜ਼ ਨੇ ਉਹਨੂੰ ਚੌਂਕਾ ਦਿੱਤਾ। ਵੈਸੇ ਥੋੜ੍ਹਾ ਘੱਟ ਸੁਣਦੀ ਹੈ, ਸ਼ਾਇਦ ਇਸ ਲਈ ਉਹਨੂੰ ਗੋਲੀ ਚੱਲਣ ਦੀ ਆਵਾਜ਼ ਸੁਣਾਈ ਨਹੀਂ ਦਿੱਤੀ। ਵੈਸੇ ਵੀ ਸਟੱਡੀ ਰੂਮ ਉਹਦੇ ਕਮਰੇ ਤੋਂ ਕਾਫੀ ਦੂਰ ਹੈ। ਉਹਨੂੰ ਇੰਨਾ ਯਾਦ ਸੀ ਕਿ ਉਹਨੇ ਇੱਕ ਅਜਿਹੀ ਆਵਾਜ਼ ਤਾਂ ਸੁਣੀ ਸੀ ਜਿਵੇਂ ਕਿਸੇ ਨੇ ਕਿਤੇ ਦਰਵਾਜ਼ਾ ਬੰਦ ਕੀਤਾ ਹੋਏ, ਪਰ ਇਹ ਕਾਫੀ ਦੇਰ ਪਹਿਲਾਂ ਦੀ ਗੱਲ ਸੀ। ਘੰਟੀ ਦੀ ਆਵਾਜ਼ ਸੁਣਾਈ ਦੇਣ ਤੋਂ ਲਗਭਗ ਅੱਧਾ ਘੰਟਾ ਪਹਿਲਾਂ ਦੀ ਗੱਲ। ਉਹ ਏਮਸ ਦੇ ਨਾਲ ਉੱਥੇ ਪਹੁੰਚੀ ਤਾਂ ਉਹਨੇ ਮਿਸਟਰ ਬਾਰਕਰ ਨੂੰ ਬੜੀ ਘਬਰਾਈ ਤੇ ਬੌਂਦਲੀ ਜਿਹੀ ਹਾਲਤ ਵਿੱਚ ਸਟੱਡੀ ਤੋਂ ਬਾਹਰ ਨਿਕਲਦਿਆਂ ਦੇਖਿਆ। ਉਸੇ ਸਮੇਂ ਮਿਸਿਜ਼ ਡਗਲਸ ਪੌੜੀਆਂ ਉਤਰਦੀ ਹੋਈ ਆ ਰਹੀ ਸੀ। ਮਿਸਟਰ ਬਾਰਕਰ ਨੇ ਉਹਨਾਂ ਨੂੰ ਰੋਕ ਕੇ ਕੁਝ ਕਿਹਾ। ਜਵਾਬ 'ਚ ਮਿਸਿਜ਼ ਡਗਲਸ ਨੇ ਵੀ ਕੁਝ ਕਿਹਾ
ਪਰ ਕੀ ਕਿਹਾ ਹੈ ਉਹਨੂੰ ਸੁਣਾਈ ਨਹੀਂ ਦਿੱਤਾ। ਇਹਨਾਂ ਨੂੰ ਉੱਪਰ ਲੈ ਜਾਓ ਅਤੇ ਉੱਥੇ ਇਹਨਾਂ ਨਾਲ ਹੀ ਰਹਿਣਾ। ਉਸ ਪਿੱਛੋਂ ਸੇਸਿਲ ਬਾਰਕਰ ਨੇ ਮਿਸਿਸ ਐਲੇਨ ਨੂੰ ਕਿਹਾ। ਸੋ ਉਹਨੂੰ ਉੱਪਰ ਸੌਣ ਕਮਰੇ 'ਚ ਲੈ ਗਈ ਅਤੇ ਦਿਲਾਸਾ ਦੇਣ ਦੀ ਕੋਸ਼ਿਸ਼ ਕਰਨ ਲੱਗੀ। ਮਿਸਿਸ ਡਗਲਸ ਪੂਰੀ ਤਰ੍ਹਾਂ ਬੌਂਦਲੀ ਹੋਈ ਸੀ ਅਤੇ ਉਹਦੀ ਸਾਰੀ ਦੇਹ ਪੱਤੇ ਵਾਂਗ ਕੰਬ ਰਹੀ ਸੀ, ਪਰ ਉਹਨੇ ਦੁਬਾਰਾ ਹੇਠਾਂ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਆਪਣੇ ਸੌਣ ਕਮਰੇ ਦੇ ਆਤਿਸ਼ਦਾਨ ਕੋਲ ਆਪਣਾ ਸਿਰ ਦੋਵਾਂ ਹੱਥਾਂ 'ਚ ਫੜੀ ਬੈਠੀ ਰਹੀ। ਮਿਸਿਸ ਐਲੇਨ ਗਈ ਰਾਤ ਤੱਕ ਉਹਦੇ ਕੋਲ ਬੈਠੀ ਰਹੀ ਸੀ। ਜਿੱਥੋਂ ਤੱਕ ਹੋਰ ਨੌਕਰਾਂ ਦਾ ਸਵਾਲ ਹੈ ਤਾਂ ਉਹ ਸਭ ਤੋਂ ਅਖੀਰਲੇ ਹਿੱਸੇ 'ਚ ਸੁੱਤੇ ਹੋਏ ਸਨ ਅਤੇ ਘੰਟੀ ਦੀ ਆਵਾਜ਼ ਉਹਨਾਂ ਤੱਕ ਨਹੀਂ ਪਹੁੰਚ ਸਕੀ ਸੀ। ਉਦੋਂ ਉੱਠ ਕੇ ਆਏ ਜਦੋਂ ਪੁਲਿਸ ਉੱਥੇ ਪਹੁੰਚੀ, ਇਸ ਲਈ ਉਹਨਾਂ ਨੂੰ ਇਸ ਮਾਮਲੇ ਬਾਰੇ ਬਹੁਤਾ ਕੁਝ ਪਤਾ ਨਹੀਂ ਸੀ। ਮਿਸਿਸ ਐਲੇਨ ਤੋਂ ਪਿੱਛੋਂ ਸੇਸਿਲ ਬਾਰਕਰ ਦਾ ਬਿਆਨ ਹੋਇਆ। ਪਿਛਲੀ ਰਾਤ ਹੋਈ ਹੱਤਿਆ ਬਾਰੇ ਉਹ ਜੋ ਕੁਝ ਪੁਲਿਸ ਨੂੰ ਪਹਿਲਾਂ ਹੀ ਦੱਸ ਚੁੱਕਿਆ ਸੀ, ਉਸ 'ਚੋਂ ਕੋਈ ਨਵੀਂ ਗੱਲ ਨਹੀਂ ਜੋੜ ਸਕਿਆ। ਵੈਸੇ ਹੱਤਿਆ ਬਾਰੇ ਉਹਨੇ ਆਪਣੀ ਇੱਕ ਪੱਕੀ ਰਾਏ ਬਣਾਈ ਹੋਈ ਸੀ। ਉਹਦੇ ਮੁਤਾਬਕ ਡਗਲ ਜਵਾਨ ਹੁੰਦਿਆਂ ਹੀ ਅਮਰੀਕਾ ਪਹੁੰਚ ਗਿਆ। ਉੱਥੇ ਉਹਨੇ ਚੰਗਾ ਪੈਸਾ ਕਮਾਇਆ ਅਤੇ ਬਾਰਕਰ ਨਾਲ ਉਹਦੀ ਪਹਿਲੀ ਮੁਲਾਕਾਤ ਕੈਲੀਫੋਰਨੀਆ 'ਚ ਹੋਈ ਅਤੇ ਦੋਵੇਂ ਇੱਕ ਖਦਾਨ ਦੇ ਧੰਦੇ 'ਚ ਸਾਂਝੀਦਾਰ ਬਣ ਗਏ, ਜਿਹੜਾ ਬੇਨੀਟੋ ਕੈਨਿਆਨ ਵਿੱਚ ਸੀ। ਧੰਦਾ ਬੜਾ ਚੰਗਾ ਚੱਲ ਰਿਹਾ ਸੀ, ਪਰ ਡਗਲਸ ਨੇ ਅਚਾਨਕ ਆਪਣਾ ਹਿੱਸਾ ਵੇਚਿਆ ਅਤੇ ਇੰਗਲੈਂਡ ਆ ਗਿਆ। ਉਹਦੀ ਪਤਨੀ ਮਰ ਚੁੱਕੀ ਸੀ, ਇਸ ਲਈ ਉਹ ਉਸ ਸਮੇਂ ਰੰਡਾ ਸੀ। ਬਾਅਦ ਵਿੱਚ ਬਾਰਕਰ ਨੇ ਵੀ ਆਪਣਾ ਪੈਸਾ ਸਮੇਟਿਆ ਅਤੇ ਇੰਗਲੈਂਡ ਪਰਤ ਕੇ ਲੰਦਨ 'ਚ ਰਹਿਣ ਲੱਗਾ। ਇਸ ਤਰ੍ਹਾਂ ਇਹਨਾਂ ਦੋਵਾਂ ਦੀ ਦੋਸਤੀ ਦੇ ਮੇਲ ਮੁਲਾਕਾਤ ਫਿਰ ਸ਼ੁਰੂ ਹੋ ਗਈ। ਹਾਲਾਂਕਿ ਡਗਲਸ ਨੇ ਆਪਣੇ ਵੱਲੋਂ ਕਦੀ ਕੁਝ ਨਹੀਂ ਕਿਹਾ, ਪਰ ਸੇਸਿਲ ਬਾਰਕਰ ਦਾ ਖਿਆਲ ਸੀ ਕਿ ਸ਼ਾਇਦ ਉਸ ਉੱਤੇ ਕੋਈ ਭਿਆਨਕ ਖਤਰਾ ਮੰਡਲਾ ਰਿਹਾ ਸੀ, ਜਿਹੜਾ ਉਹ ਇਸ ਤਰ੍ਹਾਂ ਅਮਰੀਕਾ ਛੱਡ ਕੇ ਅਚਾਨਕ ਇੰਗਲੈਂਡ ਆ ਗਿਆ ਸੀ ਅਤੇ ਅਜਿਹੀ ਇਕਾਂਤ ਅਤੇ ਗੁੰਮਨਾਮ ਜਿਹੀ ਜਗ੍ਹਾ ਰਹਿਣ ਲੱਗਾ ਸੀ। ਉਹਦਾ ਖਿਆਲ ਸੀ ਕਿ ਕੋਈ ਗੁਪਤ ਸੰਗਠਨ ਜਾਂ ਖਤਰਨਾਕ ਗਿਰੋਹ ਡਗਲਸ ਦੇ ਪਿੱਛੇ ਪਿਆ ਹੋਇਆ ਸੀ, ਜਿਹੜਾ ਉਹਨੂੰ ਜਾਨੋਂ ਮਾਰੇ ਬਿਨਾਂ ਚੈਨ ਨਾਲ ਬੈਠਣ ਵਾਲਾ ਨਹੀਂ ਸੀ। ਆਪਸੀ ਗੱਲਬਾਤ ਦੌਰਾਨ ਡਗਲਸ ਦੇ ਮੂੰਹੋਂ ਅਣਜਾਣੇ 'ਚ ਨਿਕਲੀਆਂ ਕੁਝ ਗੱਲਾਂ ਨੇ ਉਹਨੂੰ ਅਜਿਹਾ ਸੋਚਣ ਲਈ ਮਜਬੂਰ ਕੀਤਾ ਸੀ। ਵੈਸੇ ਡਗਲਸ ਨੇ ਉਹਨੂੰ ਇਸ ਬਾਰੇ ਕੁਝ ਨਹੀਂ ਸੀ ਦੱਸਿਆ ਅਤੇ ਨਾ ਕਦੀ ਕੋਈ ਗੱਲ ਕੀਤੀ ਸੀ। ਨਾ ਉਹਨੇ ਉਸ ਗੁਪਤ ਸੰਗਠਨ ਜਾਂ ਖਤਰਨਾਕ ਗਿਰੋਹ ਦਾ ਕਦੀ ਕੋਈ ਜ਼ਿਕਰ ਕੀਤਾ, ਨਾ ਇਸ ਗੱਲ ਦੀ ਕਦੀ ਕੋਈ ਚਰਚਾ ਕੀਤੀ ਕਿ ਉਹਨੇ ਅਜਿਹਾ ਕੀ ਕੀਤਾ ਸੀ ਜਿਸ ਕਰਕੇ ਉਹਨਾਂ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਬਣ ਗਿਆ ਸੀ। ਇਹ ਗੁਪਤ ਸੰਗਠਨ ਜਾਂ ਖਤਰਨਾਕ ਗਿਰੋਹ ਵਾਲੀ ਗੱਲ ਉਹਦੇ ਦਿਮਾਗ 'ਚ ਉਸ ਵਿਚਿੱਤਰ ਕਾਰਡ ਨੂੰ ਵੇਖ ਕੇ ਆਈ, ਜਿਹੜਾ ਲਾਸ਼ ਕੋਲ ਪਿਆ ਹੋਇਆ ਸੀ। ਕੈਲੀਫੋਰਨੀਆ 'ਚ ਤੁਸੀਂ ਕਿੰਨੇ ਅਰਸੇ ਤੱਕ ਡਗਲਸ ਨਾਲ ਰਹੇ? ਇੰਸਪੈਕਟਰ ਮੈਕਡੋਨਾਲਡ ਨੇ ਪੁੱਛਿਆ। ਕੁੱਲ ਮਿਲਾ ਕੇ 5 ਸਾਲ। ਤੁਹਾਡਾ ਕਹਿਣਾ ਹੈ ਕਿ ਉਸ ਸਮੇਂ ਕੁਆਰਾ ਸੀ। ਕੁਆਰਾ ਨਹੀਂ, ਰੰਡਾ ਸੀ। ਕੀ ਤੁਸੀਂ ਉਹਦੀ ਪਤਨੀ ਨੂੰ ਕਦੇ ਮਿਲੇ ਸੀ? ਨਹੀਂ, ਪਰ ਉਹਨੇ ਮੈਨੂੰ ਦੱਸਿਆ ਸੀ ਕਿ ਉਹਦੀ ਪਤਨੀ ਜਰਮਨ ਮੂਲ ਦੀ ਸੀ। ਉਹਨੇ ਉਹਦੀ ਫੋਟੋ ਵੀ ਦਿਖਾਈ ਸੀ, ਜਿਸ ਤੋਂ ਲੱਗਦਾ ਸੀ ਕਿ ਉਹ ਕਾਫੀ ਸੁੰਦਰ ਔਰਤ ਸੀ। ਡਗਲਸ ਨਾਲ ਮੇਰੀ ਮੁਲਾਕਾਤ ਹੋਣ ਤੋਂ ਲਗਭਗ ਸਾਲ ਕੁ ਪਹਿਲਾਂ ਉਹ ਟਾਈਫਾਇਡ ਨਾਲ ਮਰ ਚੁੱਕੀ ਸੀ। ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਨਾਲ ਮੁਲਾਕਾਤ ਹੋਣ ਤੋਂ ਪਹਿਲਾਂ ਉਹ ਅਮਰੀਕਾ ਦੇ ਕਿਸ ਹਿੱਸੇ 'ਚ ਰਹਿੰਦਾ ਸੀ? ਮੈਂ ਅਕਸਰ ਉਹਨੂੰ ਚਿਆਗੋ ਦਾ ਜ਼ਿਕਰ ਕਰਦਿਆਂ ਸੁਣਿਆ ਸੀ। ਉਸ ਸ਼ਹਿਰ ਅਤੇ ਉਹਦੇ ਆਸ-ਪਾਸ ਦੇ ਇਲਾਕੇ ਤੋਂ ਚੰਗੀ ਤਰ੍ਹਾਂ ਵਾਕਫ ਸੀ ਅਤੇ ਉੱਥੇ ਕੰਮ ਕਰ ਚੁੱਕਿਆ ਸੀ। ਮੈਂ ਉਹਨੂੰ ਕੋਲੇ ਅਤੇ ਲੋਹੇ ਦੀਆਂ ਖਦਾਨਾਂ ਬਾਰੇ ਵੀ ਗੱਲਾਂ ਕਰਦੇ ਸੁਣਿਆ ਸੀ। ਉਹਦੀਆਂ ਗੱਲਾਂ ਤੋਂ ਲੱਗਦਾ ਸੀ ਕਿ ਉਹ ਆਪਣੇ ਸਮੇਂ 'ਚ ਕਾਫੀ ਘੁੰਮਿਆ ਫਿਰਿਆ ਸੀ। ਉਹ ਕਿਸੇ ਰਾਜਨੀਤਿਕ ਸੰਗਠਨ ਨਾਲ ਤਾਂ ਜੁੜਿਆ ਹੋਇਆ ਨਹੀਂ ਸੀ? ਨਹੀਂ, ਉਹਦੀ ਰਾਜਨੀਤੀ 'ਚ ਕੋਈ ਦਿਲਚਸਪੀ ਨਹੀਂ ਰਹੀ। ਤੁਹਾਡੀ ਨਜ਼ਰ 'ਚ ਅਜਿਹਾ ਵੀ ਕੋਈ ਕਾਰਨ ਨਹੀਂ ਹੋਏਗਾ ਜਿਸ ਤੋਂ ਸਮਝਿਆ ਜਾਏ ਕਿ ਉਹਦਾ ਸਬੰਧ ਕਦੀ ਅਪਰਾਧੀਆਂ ਨਾਲ ਵੀ ਰਿਹਾ ਹੋਏਗਾ? ਕੀ ਗੱਲ ਕਰ ਰਹੇ ਹੋ ਤੁਸੀਂ? ਮੈਂ ਉਸ ਨਾਲੋਂ ਸ਼ਰੀਫ ਅਤੇ ਇਮਾਨਦਾਰ ਆਦਮੀ ਜ਼ਿੰਦਗੀ 'ਚ ਨਹੀਂ ਦੇਖਿਆ। ਕੈਲੀਫੋਰਨੀਆ 'ਚ ਰਹਿੰਦਿਆਂ ਹੋਇਆਂ ਕੀ ਤੁਹਾਨੂੰ ਉਹਦੇ ਜੀਵਨ ਨਾਲ ਸੰਬੰਧਿਤ ਕੋਈ ਅਜਿਹੀ ਗੱਲ ਪਤਾ ਲੱਗੀ ਜਿਹੜੀ ਤੁਹਾਨੂੰ ਅਜੀਬ ਲੱਗਦੀ ਹੋਵੇ? ਉਹ ਆਪਣੇ ਕੰਮ ਨਾਲ ਕੰਮ ਰੱਖਣ ਵਾਲਾ ਆਦਮੀ ਸੀ। ਜਿੱਥੋਂ ਤੱਕ ਸੰਭਵ ਹੁੰਦਾ ਉਹ ਦੂਜਿਆਂ ਨਾਲੋਂ ਅਲੱਗ ਇਕੱਲਾ ਰਹਿਣਾ ਪਸੰਦ ਕਰਦਾ ਸੀ। ਵੈਸੇ ਉਹ ਬੜਾ ਹੀ ਮਿਲਣਸਾਰ ਆਦਮੀ ਸੀ, ਪਰ ਭੀੜ ਭੜੱਕੇ ਤੋਂ ਦੂਰ ਰਹਿਣਾ ਪਸੰਦ ਕਰਦਾ ਸੀ। ਉਸ ਸਮੇਂ ਸ਼ਾਇਦ ਮੈਨੂੰ ਪਹਿਲੀ ਵਾਰੀ ਕੁਝ ਸ਼ੱਕ ਹੋਇਆ ਸੀ ਕਿ ਸ਼ਾਇਦ ਕੋਈ ਉਹਦੇ ਪਿੱਛੇ ਪਿਆ ਹੋਇਆ। ਉਸ ਪਿੱਛੋਂ ਜਦੋਂ ਅਚਾਨਕ ਹੀ ਅਮਰੀਕਾ ਛੱਡ ਕੇ ਆ ਗਿਆ ਤਾਂ ਮੈਨੂੰ ਪੱਕਾ ਯਕੀਨ ਹੋ ਗਿਆ। ਮੈਨੂੰ ਲੱਗਿਆ ਕਿ ਉਹਨੂੰ ਕੋਈ ਚੇਤਾਵਨੀ ਵਗੈਰਾ ਮਿਲੀ ਹੋਏਗੀ। ਸ਼ਾਇਦ ਉਹਦੇ ਉੱਥੋਂ ਆਉਣ 'ਤੇ ਲਗਭਗ ਹਫ਼ਤੇ ਬਾਅਦ ਹੀ ਤਕਰੀਬਨ ਅੱਧਾ ਦਰਜਨ ਓਪਰੇ ਬੰਦੇ ਉਸ ਬਾਰੇ ਪੁੱਛ-ਗਿੱਛ ਕਰਦੇ ਘੁੰਮ ਰਹੇ ਸਨ। ਕਿਸ ਤਰ੍ਹਾਂ ਦੇ ਬੰਦੇ ਸਨ? ਕੁਝ ਗਲਤ ਕਿਸਮ ਦੇ ਲੋਕ ਹੀ ਸਨ। ਮੇਰੇ ਕੋਲ ਵੀ ਆਏ ਸਨ ਉਹ ਲੋਕ। ਮੈਂ ਉਹਨਾਂ ਨੂੰ ਟਾਲ ਦਿੱਤਾ ਕਿ ਉਹ ਤਾਂ ਯੂਰਪ ਚਲਾ ਗਿਆ ਅਤੇ ਮੈਨੂੰ ਉਹਦਾ ਪਤਾ ਠਿਕਾਣਾ ਕੁਝ ਵੀ ਪਤਾ ਨਹੀਂ।
ਉਹਨਾਂ ਨੂੰ ਦੇਖ ਕੇ ਇਸ ਗੱਲ ਦਾ ਅੰਦਾਜ਼ਾ ਲਾਉਣਾ ਬਹੁਤਾ ਮੁਸ਼ਕਿਲ ਨਹੀਂ ਸੀ ਕਿ ਉਹ ਉਹਨੂੰ ਕਿਸੇ ਨੇਕ ਇਰਾਦੇ ਨਾਲ ਨਹੀਂ ਲੱਭ ਰਹੇ ਸਨ। ਇਹ ਗੱਲ ਸ਼ਾਇਦ 6 ਸਾਲ ਪਹਿਲਾਂ ਦੀ ਹੋਏਗੀ, ਲਗਭਗ 7 ਸਾਲ ਸਮਝੋ, ਅਤੇ ਉਸ ਤੋਂ ਪਹਿਲਾਂ ਉਹ ਲਗਭਗ 5 ਸਾਲ ਤੋਂ ਤੁਹਾਡੇ ਨਾਲ ਕੈਲੀਫੋਰਨੀਆ 'ਚ ਹੀ ਰਹਿ ਰਿਹਾ ਸੀ। ਇਹਦਾ ਮਤਲਬ ਇਹ ਹੈ ਕਿ ਜੇ ਕਿਸੇ ਆਦਮੀ ਦਾ ਕੋਈ ਟਾਂਟਾ ਪੁਆੜਾ ਸੀ ਤਾਂ ਉਹ 11-12 ਸਾਲ ਤੋਂ ਪਹਿਲਾਂ ਦਾ ਹਰਗਿਜ਼ ਨਹੀਂ ਹੋ ਸਕਦਾ। ਉਸ ਤੋਂ ਪਹਿਲਾਂ ਦਾ ਬੇਸ਼ੱਕ ਹੋਏ, ਇੰਝ ਹੀ ਲੱਗਦਾ ਹੈ, ਪਰ ਇਹ ਕੋਈ ਛੋਟਾ ਮੋਟਾ ਟੰਟਾ ਨਹੀਂ ਹੋਏਗਾ ਜਿਹਦੀ ਅੱਗ ਇੰਨੇ ਵਰ੍ਹਿਆਂ ਵਿੱਚ ਵੀ ਠੰਡੀ ਨਹੀਂ ਹੋਈ। ਜੇ 11-12 ਸਾਲ ਦਾ ਲੰਮਾ ਅਰਸਾ ਬੀਤ ਜਾਣ ਦੇ ਬਾਅਦ ਵੀ ਦੁਸ਼ਮਣੀ ਦੀ ਇਹ ਅੱਗ ਹੁਣ ਤੱਕ ਲਗਾਤਾਰ ਬਲਦੀ ਰਹੀ ਤਾਂ ਝਗੜਾ ਲਾਜ਼ਮੀ ਤੌਰ 'ਤੇ ਬੜਾ ਹੀ ਜ਼ਬਰਦਸਤ ਹੋਏਗਾ। ਮੈਂ ਤਾਂ ਸਮਝਦਾ ਹਾਂ ਕਿ ਉਹ ਹੁਣ ਤੱਕ ਸੰਕਟ ਦੇ ਪਰਛਾਵੇਂ ਹੇਠ ਹੀ ਜਿਉਂਦਾ ਰਿਹਾ। ਖਤਰਾ 1 ਮਿੰਟ ਲਈ ਵੀ ਉਹਦੇ ਦਿਲ ਦਿਮਾਗ ਤੋਂ ਦੂਰ ਨਹੀਂ ਹੋਇਆ। ਪਰ ਇੱਕ ਅਜਿਹਾ ਆਦਮੀ ਜਿਸ 'ਤੇ ਖਤਰਾ ਮੰਡਲਾ ਰਿਹਾ ਸੀ, ਜਿਹੜਾ ਇਹ ਜਾਣਦਾ ਸੀ ਕਿ ਖਤਰਾ ਕਿਸ ਕਿਸਮ ਦਾ ਹੈ, ਤਾਂ ਕਿ ਤੁਹਾਡੇ ਖਿਆਲ 'ਚ ਉਹਨੂੰ ਆਪਣੀ ਸੁਰੱਖਿਆ ਲਈ ਪੁਲਿਸ ਕੋਲ ਨਹੀਂ ਜਾਣਾ ਚਾਹੀਦਾ ਸੀ। ਹੋ ਸਕਦਾ ਉਹ ਕੋਈ ਅਜਿਹਾ ਖਤਰਾ ਹੋਵੇ ਜਿਸ ਤੋਂ ਸੁਰੱਖਿਆ ਕੀਤੀ ਹੀ ਨਾ ਜਾ ਸਕਦੀ ਹੋਵੇ। ਵੈਸੇ ਇੱਕ ਗੱਲ ਮੈਂ ਤੁਹਾਨੂੰ ਦੱਸਦੀ ਹਾਂ ਕਿ ਉਹ ਹਰ ਵੇਲੇ ਆਪਣਾ ਰਿਵਾਲਵਰ ਆਪਣੀ ਜੇਬ 'ਚ ਰੱਖਦਾ ਸੀ, ਪਰ ਬਦਕਿਸਮਤੀ ਨਾਲ ਉਹ ਪਿਛਲੀ ਰਾਤ ਆਪਣੇ ਕੱਪੜੇ ਬਦਲ ਕੇ ਡਰੈਸਿੰਗ ਗਾਊਨ ਵਿੱਚ ਸੀ ਅਤੇ ਉਹਦਾ ਰਿਵਾਲਵਰ ਉਹਦੇ ਬੈੱਡਰੂਮ 'ਚ ਰਹਿ ਗਿਆ ਸੀ। ਮੈਂ ਸਮਝਦਾ ਜਦੋਂ ਪੁਲ ਚੁੱਕ ਦਿੱਤਾ ਗਿਆ ਤਾਂ ਉਹਨੇ ਸੋਚਿਆ ਹੋਵੇਗਾ ਕਿ ਉਹ ਹੁਣ ਸੁਰੱਖਿਅਤ ਹੈ। ਮੈਂ ਤੁਹਾਡੇ ਰਾਹੀਂ ਕੁਝ ਗੱਲਾਂ ਨੂੰ ਥੋੜ੍ਹਾ ਹੋਰ ਸਪਸ਼ਟ ਕਰ ਲੈਣਾ ਚਾਹੁੰਦਾ, ਮਿਸਟਰ ਬਾਰਕਰ, ਮੈਕਡੋਨਾਲਡ ਨੇ ਕਿਹਾ। ਮਿਸਟਰ ਡਗਲਸ ਨੂੰ ਕੈਲੀਫੋਰਨੀਆ ਛੱਡਿਆਂ ਲਗਭਗ 6 ਸਾਲ ਹੋਣ ਵਾਲੇ ਨੇ। ਉਹਨਾਂ ਦੇ ਇੱਥੇ ਆਉਣ ਤੋਂ ਸਾਲ ਕੁ ਬਾਅਦ ਹੀ ਤੁਸੀਂ ਵੀ ਉਹਨਾਂ ਦੇ ਪਿੱਛੇ ਪਿੱਛੇ ਇੰਗਲੈਂਡ ਆ ਗਏ ਸੀ। ਜੀ, ਬਾਰਕਰ ਨੇ ਜਵਾਬ ਦਿੱਤਾ। ਮੈਂ ਉਹਦੀ ਸ਼ਾਦੀ ਤੋਂ 1 ਮਹੀਨਾ ਪਹਿਲਾਂ ਪਹੁੰਚ ਗਿਆ ਸੀ ਅਤੇ ਉਸ 'ਚ ਸ਼ਾਮਲ ਹੋਇਆ ਸੀ। ਕੀ ਤੁਸੀਂ ਮਿਸਿਸ ਡਗਲਸ ਨੂੰ ਪਹਿਲਾਂ ਹੀ ਜਾਣਦੇ ਸੀ? ਬਿਲਕੁਲ ਨਹੀਂ, ਅਤੇ ਨਾ ਹੀ ਉਹ ਮਿਸਿਸ ਡਗਲਸ ਨੂੰ ਪਹਿਲਾਂ ਤੋਂ ਜਾਣਦੀ ਸੀ। ਦੋਵਾਂ ਦੀ ਲੰਦਨ 'ਚ ਹੀ ਮੁਲਾਕਾਤ ਹੋਈ ਸੀ ਅਤੇ ਉੱਥੇ ਹੀ ਸ਼ਾਦੀ ਹੋਈ। ਪਰ ਉਸ ਦੇ ਪਿੱਛੇ ਤਾਂ ਤੁਸੀਂ ਮਿਸਿਸ ਡਗਲਸ ਨਾਲ ਕਾਫੀ ਮਿਲਦੇ ਜੁਲਦੇ ਰਹੇ ਹੋਵੋਗੇ। ਬਾਰਕਰ ਨੇ ਗੁਸੈਲੀਆਂ ਨਜ਼ਰਾਂ ਨਾਲ ਮੈਕਡੋਨਾਲਡ ਵੱਲ ਵੇਖਿਆ ਅਤੇ ਫਿਰ ਬੋਲਿਆ, ਮੈਂ ਉਹਨੂੰ ਮਿਲਦਾ ਰਿਹਾ ਤਾਂ ਸਿਰਫ ਇਸ ਲਈ ਕਿ ਜੇ ਤੁਸੀਂ ਕਿਸੇ ਆਦਮੀ ਨੂੰ ਮਿਲਣ ਲਈ ਅਕਸਰ ਉਹਦੇ ਘਰ ਜਾਂਦੇ ਰਹਿੰਦੇ ਹੋ ਤਾਂ ਉਹਦੀ ਪਤਨੀ ਨੂੰ ਮਿਲੇ ਬਿਨਾਂ ਨਹੀਂ ਰਹਿ ਸਕਦੇ। ਜੇ ਤੁਸੀਂ ਕਿਸੇ ਐਸੀ ਵੈਸੀ ਗੱਲ ਦੀ ਕਲਪਨਾ ਕਰ ਰਹੇ ਹੋ ਤਾਂ ਮੈਂ ਕਲਪਨਾ ਨਹੀਂ ਕਰਦਾ ਹੁੰਦਾ, ਮਿਸਟਰ ਬਾਰਕਰ, ਇੰਸਪੈਕਟਰ ਨੇ ਉਹਦੀ ਗੱਲ ਟੁੱਕਦਿਆਂ ਹੋਇਆ ਕਿਹਾ। ਨਾ ਹੀ ਮੇਰਾ ਇਰਾਦਾ ਕੋਈ ਦੋਸ਼ ਜਾਂ ਇਲਜ਼ਾਮ ਲਾਉਣ ਦਾ, ਪਰ ਮੇਰਾ ਫਰਜ਼ ਹੈ ਮੈਂ ਇਸ ਕੇਸ ਨਾਲ ਸੰਬੰਧਿਤ ਹਰੇਕ ਪਹਿਲੂ ਜਾਂ ਪੱਖ ਦੀ ਬਾਰੀਕੀ ਨਾਲ ਜਾਂਚ ਕਰਾਂ। ਕੋਈ ਖਾਸ ਜਾਂਚ ਪੜਤਾਲ ਕਾਫੀ ਤਕਲੀਫਦੇਹ ਹੁੰਦੀ ਹੈ, ਬਾਰਕਰ ਨੇ ਕੁਸੈਲੀ ਸੁਰ 'ਚ ਕੇ ਜਵਾਬ ਦਿੱਤਾ। ਮਜਬੂਰੀ ਹੈ ਮਿਸਟਰ ਬਾਰਕਰ, ਕਿਉਂਕਿ ਅਸੀਂ ਤੱਥਾਂ ਦੀ ਭਾਲ ਵਿੱਚ ਹਾਂ, ਇੰਸਪੈਕਟਰ ਮੋਡਾਲ ਨੇ ਕਿਹਾ। ਇਸ ਵਿੱਚ ਤੁਹਾਡੀ ਅਤੇ ਸਾਡੀ ਸਾਰਿਆਂ ਦੀ ਭਲਾਈ ਹੈ ਕਿ ਅਸੀਂ ਹਰ ਗੱਲ ਨੂੰ ਪੂਰੀ ਤਰ੍ਹਾਂ ਸਪਸ਼ਟ ਕਰਦੇ ਚੱਲੀਏ। ਕੀ ਮਿਸਟਰ ਡਗਲਸ ਨੂੰ ਆਪਣੀ ਪਤਨੀ ਨਾਲ ਤੁਹਾਡਾ ਮੇਲ ਜੋਲ ਪਸੰਦ ਸੀ? ਬਾਰਕਰ ਦਾ ਚਿਹਰਾ ਪੀਲਾ ਪੈ ਗਿਆ ਅਤੇ ਉਹਨੇ ਆਪਣੀ ਮਜ਼ਬੂਤ ਹੱਥਾਂ ਦੀਆਂ ਉਂਗਲਾਂ ਆਪੇ ਫਸਾ ਲਈਆਂ। ਤੁਹਾਨੂੰ ਇਹ ਸਵਾਲ ਕਰਨ ਦਾ ਕੋਈ ਹੱਕ ਨਹੀਂ ਹੈ, ਉਹ ਤਿੱਖੀ ਸੁਰ 'ਚ ਬੋਲਿਆ। ਆਖਿਰ ਇਹਨਾਂ ਗੱਲਾਂ ਦਾ ਤੁਹਾਡੀ ਇਸ ਛਾਣਬੀਨ ਨਾਲ ਕੀ ਸੰਬੰਧ ਹੈ? ਕੀ ਮੈਨੂੰ ਆਪਣਾ ਸਵਾਲ ਦੁਹਰਾਉਣਾ ਪਏਗਾ? ਮੈਂ ਇਹਦਾ ਜਵਾਬ ਦੇਣ ਤੋਂ ਇਨਕਾਰ ਕਰਦਾ। ਤੁਸੀਂ ਇਨਕਾਰ ਕਰ ਸਕਦੇ ਹੋ, ਪਰ ਇੰਨਾ ਯਾਦ ਰੱਖਣਾ, ਤੁਹਾਡਾ ਇਨਕਾਰ ਵੀ ਆਪਣੇ ਆਪ 'ਚ ਇੱਕ ਜਵਾਬ ਹੀ ਹੋਏਗਾ, ਕਿਉਂਕਿ ਕੋਈ ਆਦਮੀ ਕਿਸੇ ਸਵਾਲ ਦਾ ਜਵਾਬ ਦੇਣ ਤੋਂ ਤਦ ਤੱਕ ਇਨਕਾਰ ਨਹੀਂ ਕਰਦਾ ਜਦ ਤੋਂ ਕੁਝ ਛੁਪਾਉਣਾ ਨਾ ਚਾਹੁੰਦਾ ਹੋਵੇ। ਬਾਰਕਰ ਦਾ ਚਿਹਰਾ ਕੱਸਿਆ ਗਿਆ ਅਤੇ ਉਹਦੇ ਦੋਵੇਂ ਭਰਵੱਟੇ ਆਪਸ ਵਿੱਚ ਇਸ ਤਰ੍ਹਾਂ ਜੁੜ ਗਏ ਜਿਵੇਂ ਉਹ ਬੜੀ ਗੰਭੀਰਤਾ ਨਾਲ ਕੁਝ ਸੋਚ ਰਿਹਾ। ਖੈਰ, ਤੁਸੀਂ ਲੋਕ ਤਾਂ ਸਿਰਫ ਆਪਣੀ ਡਿਊਟੀ ਨਿਭਾ ਰਹੇ ਹੋ ਅਤੇ ਮੈਨੂੰ ਉਸ 'ਚ ਅੜਚਨ ਪਾਉਣ ਦਾ ਕੋਈ ਹੱਕ ਨਹੀਂ ਹੈ। ਥੋੜ੍ਹੀ ਦੇਰ ਬਾਅਦ ਉਹ ਆਪਣੇ ਚਿਹਰੇ ਦਾ ਤਣਾਅ ਢਿੱਲਾ ਕਰਦਾ ਬੋਲਿਆ, ਪਰ ਮੇਰੀ ਬੇਨਤੀ ਹੈ ਤੁਹਾਨੂੰ ਕਿ ਤੁਸੀਂ ਇਸ ਮਾਮਲੇ 'ਚ ਮਿਸਿਸ ਡਗਲਸ ਨੂੰ ਪਰੇਸ਼ਾਨ ਨਾ ਕਰਨਾ, ਕਿਉਂਕਿ ਉਹ ਪਹਿਲਾਂ ਹੀ ਬੜੀ ਦੁਖੀ ਹੈ। ਅਤੇ ਜਿੱਥੋਂ ਤੱਕ ਡਗਲਸ ਦਾ ਸਵਾਲ ਹੈ ਤਾਂ ਮੈਂ ਕਹਿ ਸਕਦਾ ਕਿ ਉਸ ਆਦਮੀ 'ਚ ਇੱਕੋ ਦੋਸ਼ ਸੀ ਕਿ ਉਹ ਬੇਹੱਦ ਸ਼ੱਕੀ ਸੀ। ਉਹ ਮੈਨੂੰ ਬੜਾ ਪਿਆਰ ਕਰਦਾ ਸੀ, ਇੰਨਾ ਕਿ ਜਿੰਨਾ ਕੋਈ ਆਦਮੀ ਆਪਣੇ ਕਿਸੇ ਦੋਸਤ ਨਾਲ ਨਹੀਂ ਕਰ ਸਕਦਾ। ਉਹ ਆਪਣੀ ਪਤਨੀ ਨੂੰ ਵੀ ਬੇਹੱਦ ਪਿਆਰ ਕਰਦਾ ਸੀ। ਉਹਨੂੰ ਮੇਰਾ ਇੱਥੇ ਆਉਣਾ ਪਸੰਦ ਸੀ ਅਤੇ ਹਮੇਸ਼ਾ ਹੀ ਮੈਨੂੰ ਇੱਥੇ ਆਉਣ ਲਈ ਸੱਦੇ ਭੇਜਦਾ ਰਹਿੰਦਾ ਸੀ। ਪਰ ਇਹਦੇ ਬਾਵਜੂਦ ਜਦੋਂ ਕਦੀ ਉਹ ਸਾਨੂੰ ਦੋਵਾਂ ਨੂੰ ਆਪਸ 'ਚ ਗੱਲਾਂ ਕਰਦਿਆਂ ਦੇਖ ਲੈਂਦਾ ਸੀ ਤਾਂ ਉਹਦੇ ਮਨ 'ਚ ਪਤਾ ਨਹੀਂ ਕੀ ਸ਼ੱਕ ਉਪਜਦਾ ਸੀ ਕਿ ਉਹ ਯਕਦਮ ਹੱਥਿਓਂ ਉਖੜ ਜਾਂਦਾ ਸੀ ਅਤੇ ਜੋ ਮੂੰਹ 'ਚ ਆਉਂਦਾ ਬਕਣ ਲੱਗਦਾ ਸੀ।
ਇਸ ਕਾਰਨ ਮੈਂ ਕਈ ਵਾਰੀ ਇੱਥੇ ਆਉਣਾ ਵੀ ਬੰਦ ਕਰ ਦਿੱਤਾ ਸੀ। ਬਾਅਦ ਵਿੱਚ ਉਹਨੂੰ ਪਛਤਾਵਾ ਵੀ ਹੁੰਦਾ। ਉਹ ਮੈਨੂੰ ਮਨ ਮਨੌਤ ਭਰੇ ਖੱਤ ਲਿਖ ਕੇ ਇੱਥੇ ਆਉਣ ਲਈ ਬੇਨਤੀ ਕਰਦਾ। ਉਹ ਖੱਤ ਮੇਰੇ ਕੋਲ ਅੱਜ ਵੀ ਸੰਭਾਲੇ ਹੋਏ ਨੇ। ਤੁਸੀਂ ਮੇਰੀਆਂ ਗੱਲਾਂ ਦਾ ਯਕੀਨ ਕਰੋ ਜਨਾਬ, ਤੇ ਇਹ ਗੱਲ ਮੈਂ ਪੂਰੇ ਦਾਅਵੇ ਨਾਲ ਕਹਿ ਸਕਦਾ ਕਿ ਉਹ ਔਰਤ ਆਪਣੇ ਪਤੀ ਨੂੰ ਸੱਚੇ ਦਿਲੋਂ ਤੇ ਪੂਰੀ ਨਿਸ਼ਚਾ ਨਾਲ ਪਿਆਰ ਕਰਦੀ ਸੀ। ਇਹੋ ਨਹੀਂ ਬਲਕਿ ਮੇਰੇ ਵਰਗੇ ਵਫਾਦਾਰ ਦੋਸਤ ਵੀ ਘੱਟ ਹੀ ਮਿਲਣਗੇ। ਇਹ ਗੱਲਾਂ ਭਾਵੁਕਤਾ ਵਸ ਦਿਲ ਦੀ ਡੂੰਘਾਈ ਤੋਂ ਕਹੀਆਂ ਗਈਆਂ ਸਨ, ਪਰ ਇੰਸਪੈਕਟਰ ਮੈਕਡੋਨਾਲਡ ਅਜੇ ਵੀ ਇਸ ਵਿਸ਼ੇ ਨੂੰ ਛੱਡਣ ਲਈ ਤਿਆਰ ਨਹੀਂ ਸੀ। ਤੁਹਾਨੂੰ ਪਤਾ ਹੈ ਨਾ ਕਿ ਮਰਨ ਵਾਲੇ ਦੀ ਵੈਡਿੰਗ ਰਿੰਗ ਕਿਸੇ ਨੇ ਉਹਦੀ ਉਂਗਲ 'ਚੋਂ ਲਾਹ ਲਈ ਹੈ। ਲੱਗਦਾ ਤਾਂ ਇੰਝ ਹੀ ਹੈ। ਇੰਝ ਲੱਗਣ ਤੋਂ ਤੁਹਾਡਾ ਕੀ ਮਤਲਬ ਹੈ? ਤੁਸੀਂ ਜਾਣਦੇ ਹੋ ਕਿ ਇਹ ਸੱਚ ਹੈ। ਬਾਰਕਰ ਕੁਝ ਸੋਚਦਾ ਹੋਇਆ ਰਤਾ ਕੱਚੀ ਪੱਕੀ ਤੇ ਉਖੜੀ ਜਿਹੀ ਸੁਰ 'ਚ ਬੋਲਿਆ, ਲੱਗਣ ਤੋਂ ਮੇਰਾ ਮਤਲਬ ਇਸ ਸੰਭਾਵਨਾ ਨਾਲ ਹੈ ਕਿ ਸ਼ਾਇਦ ਉਹਨੇ ਉਹ ਅੰਗੂਠੀ ਖੁਦ ਹੀ ਲਾ ਦਿੱਤੀ ਹੋਏ। ਸ਼ਾਦੀ ਦੀ ਅੰਗੂਠੀ ਉਹਨੇ ਖੁਦ ਲਾਈ ਹੋਏ ਜਾਂ ਕੋਈ ਹੋਰ ਲਾ ਕੇ ਲੈ ਗਿਆ ਹੋਏ। ਪਰ ਇਹ ਇੱਕ ਅਜਿਹਾ ਤੱਥ ਹੈ ਜਿਹੜਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਇਸ ਦੁਖਦਾਈ ਘਟਨਾ ਦਾ ਉਹਦੇ ਵਿਆਹ ਨਾਲ ਕੋਈ ਨਾ ਕੋਈ ਸੰਬੰਧ ਜ਼ਰੂਰ ਹੈ। ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ, ਬਾਰਕਰ ਨੇ ਲਾਪਰਵਾਹੀ ਨਾਲ ਆਪਣੇ ਮੋਢੇ ਛੰਡਦਿਆਂ ਕਿਹਾ। ਪਰ ਅਗਲੇ ਛੇਨ ਉਹਦੀਆਂ ਅੱਖਾਂ 'ਚ ਇੱਕ ਅਜਿਹੀ ਲਾਟ ਜਿਹੀ ਚਮਕ ਜਿਸ ਤੋਂ ਇਹ ਅਹਿਸਾਸ ਹੁੰਦਾ ਸੀ ਜਿਵੇਂ ਉਹ ਆਪਣੀਆਂ ਅੰਦਰੂਨੀ ਭਾਵਨਾ ਉੱਤੇ ਕਾਬੂ ਰੱਖਣ ਦੀ ਜ਼ਬਰਦਸਤ ਕੋਸ਼ਿਸ਼ ਕਰ ਰਿਹਾ ਹੋਵੇ। ਇੱਕ ਗੱਲ ਮੈਂ ਤੁਹਾਡੇ ਸਾਹਮਣੇ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਜੇ ਤੁਹਾਡਾ ਇਸ਼ਾਰਾ ਕਿਸੇ ਅਜਿਹੀ ਗੱਲ ਵੱਲ ਹੈ ਜਿਸ ਨਾਲ ਉਸ ਸੱਭਿਅਕ ਸੁਆਣੀ ਦੇ ਸਨਮਾਨ ਨੂੰ ਠੇਸ ਪਹੁੰਚਦੀ ਹੋਏ, ਤਾਂ ਮੈਂ ਕਹਾਂਗਾ ਤੁਸੀਂ ਬਿਲਕੁਲ ਗਲਤ ਦਿਸ਼ਾ 'ਚ ਸੋਚ ਰਹੇ ਹੋ। ਬਸ ਇਹ ਤੋਂ ਵੱਧ ਕੁਝ ਹੋਰ ਨਹੀਂ ਕਹਿ ਸਕਦਾ। ਤੁਸੀਂ ਹੁਣ ਜਾ ਸਕਦੇ ਹੋ। ਇੰਸਪੈਕਟਰ ਮੈਕਡੋਨਲਡ ਨੇ ਬੜੀ ਰੁੱਖੀ ਤੇ ਠੰਡੀ ਸੁਰ 'ਚ ਕਿਹਾ, ਮੈਂ ਤੁਹਾਤੋਂ ਕੁਝ ਹੋਰ ਨਹੀਂ ਪੁੱਛਣਾ, ਪਰ ਮੈਂ ਇੱਕ ਛੋਟੀ ਜਿਹੀ ਗੱਲ ਬਾਰੇ ਕੁਝ ਪੁੱਛਣਾ ਚਾਹੁੰਦਾ ਮਿਸਟਰ ਬਾਰਕਰ। ਸ਼ਰਲੌਕ ਹੋਮਸ ਨੇ ਉੱਥੋਂ ਜਾਣ ਲਈ ਕਾਲੇ ਬਾਰਕਰ ਨੂੰ ਟੋਕਦਿਆਂ ਕਿਹਾ, ਜਦੋਂ ਤੁਸੀਂ ਕਮਰੇ ਅੰਦਰ ਵੜੇ ਸੀ ਉਦੋਂ ਮੇਜ਼ ਉੱਤੇ ਮੋਮਬੱਤੀ ਬਲ ਰਹੀ ਸੀ ਨਾ? ਹਾਂ, ਬਿਲਕੁਲ ਬਲ ਰਹੀ ਸੀ। ਤੇ ਉਹਦੀ ਰੋਸ਼ਨੀ 'ਚ ਤੁਸੀਂ ਦੇਖਿਆ ਕਿ ਉੱਥੇ ਇੱਕ ਭਿਆਨਕ ਘਟਨਾ ਵਾਪਰ ਚੁੱਕੀ ਸੀ? ਜੀ ਹਾਂ। ਇਸ ਲਈ ਤੁਸੀਂ ਮਦਦ ਲਈ ਫੌਰਨ ਘੰਟੀ ਵਜਾਈ? ਬੇਸ਼ੱਕ। ਤੇ ਮਦਦ ਵੀ ਫੌਰਨ ਪਹੁੰਚ ਗਈ ਸੀ? ਜੀ ਹਾਂ, 1 ਮਿੰਟ ਦੇ ਅੰਦਰ ਅੰਦਰ। ਇਹਦੇ ਬਾਵਜੂਦ ਜਦੋਂ ਲੋਕ ਉੱਥੇ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਮੋਮਬੱਤੀ ਬੁਝੀ ਹੋਈ ਸੀ ਤੇ ਲੈਂਪ ਬਲ ਰਿਹਾ ਸੀ। ਇਹ ਗੱਲ ਕੁਛ ਅਜੀਬ ਜਿਹੀ ਨਹੀਂ ਆਪਣੇ ਆਪ 'ਚ? ਬਾਰਕਰ ਦੇ ਚਿਹਰੇ 'ਤੇ ਇੱਕ ਵਾਰੀ ਫਿਰ ਉਖੜੇ ਜਿਹੇ ਭਾਵ ਦਿਖਾਈ ਦਿੱਤੇ। ਇਸ 'ਚ ਅਜੀਬ ਜੀ ਕੀ ਗੱਲ ਹੈ ਮਿਸਟਰ ਹੋਮਸ? ਥੋੜ੍ਹੀ ਦੇਰ ਬਾਅਦ ਉਹਨੇ ਕਿਹਾ, ਮੋਮਬੱਤੀ ਦੀ ਰੋਸ਼ਨੀ ਬੜੀ ਘੱਟ ਸੀ ਤੇ ਲੈਂਪ ਉੱਥੇ ਕੋਲ ਹੀ ਪਿਆ ਸੀ। ਮੇਰੇ ਦਿਮਾਗ 'ਚ ਫੌਰਨ ਇਹ ਖਿਆਲ ਆਇਆ ਕਿ ਰੋਸ਼ਨੀ ਕੁਝ ਜ਼ਿਆਦਾ ਹੋਣੀ ਚਾਹੀਦੀ ਹੈ, ਇਸ ਲਈ ਮੈਂ ਲੈਂਪ ਬਾਲ ਦਿੱਤਾ ਤੇ ਮੋਮਬੱਤੀ ਬੁਝਾ ਦਿੱਤੀ। ਜੀ ਹਾਂ। ਹੋਮਸ ਨੇ ਹੋਰ ਕੋਈ ਸਵਾਲ ਨਹੀਂ ਕੀਤਾ। ਬਾਰਕਰ ਸਾਡੇ ਚਿਹਰਿਆਂ 'ਤੇ ਅਜੀਬ ਚੇਤਾਵਨੀ ਭਰੀਆਂ ਨਿਗਾਹਾਂ ਦੌੜਾਉਣ ਪਿੱਛੋਂ ਕਮਰੇ 'ਚੋਂ ਬਾਹਰ ਨਿਕਲ ਗਿਆ। ਉਹਦੇ ਜਾਣ ਤੋਂ ਥੋੜ੍ਹੀ ਦੇਰ ਬਾਅਦ ਹੀ ਮਿਸਿਸ ਡਗਲਸ ਉੱਥੇ ਆਈ। 30 ਕੁ ਵਰ੍ਹਿਆਂ ਦੀ ਲੰਮੀ ਤੇ ਅਕਹਿਰੇ ਸਰੀਰ ਦੀ ਬੜੀ ਖੂਬਸੂਰਤ ਔਰਤ ਸੀ, ਬੇਹੱਦ ਸੰਜਮੀ ਤੇ ਗੰਭੀਰ। ਮੈਂ ਆਪਣੇ ਦਿਮਾਗ 'ਚ ਦੁੱਖ ਨਾਲ ਪੀੜੀ ਤੇ ਸੰਤਾਪੀ ਹੋਈ ਔਰਤ ਦੀ ਮੂਰਤ ਬਣਾਈ ਹੋਈ ਸੀ। ਉਸ ਨਾਲੋਂ ਬਿਲਕੁਲ ਵਿਪਰੀਤ ਉਹ ਨਜ਼ਰ ਆ ਰਹੀ ਸੀ। ਇਸ 'ਚ ਕੋਈ ਸ਼ੱਕ ਨਹੀਂ ਕਿ ਉਹਦਾ ਚਿਹਰਾ ਪੀਲਾ ਤੇ ਉਦਾਸ ਦਿਖਾਈ ਦੇ ਰਿਹਾ ਸੀ, ਜਿਸ ਤੋਂ ਲੱਗਦਾ ਸੀ ਕਿ ਉਹਨੇ ਬੜੀ ਹਿੰਮਤ ਨਾਲ ਉਸ ਸਦਮੇ ਨੂੰ ਬਰਦਾਸ਼ਤ ਕੀਤਾ ਸੀ। ਫਿਰ ਵੀ ਉਹਦੇ ਸਰੀਰ ਦੇ ਹੋਰ ਹਾਵ-ਭਾਵ ਤੇ ਗਤੀਵਿਧੀਆਂ ਪੂਰੇ ਤੌਰ 'ਤੇ ਸੰਜਮ ਤੇ ਕਾਬੂ ਵਿੱਚ ਸਨ। ਜਦੋਂ ਉਹਨੇ ਆਪਣਾ ਹੱਥ ਮੇਜ਼ ਉੱਤੇ ਰੱਖਿਆ ਤਾਂ ਪੂਰੀ ਤਰ੍ਹਾਂ ਸਥਿਰ ਤੇ ਕੰਬਣੀਹੀਣ ਸੀ। ਆਪਣੀ ਹੁਣ ਤੱਕ ਦੀ ਛਾਣਬੀਣ ਦਾ ਕੀ ਨਤੀਜਾ ਕੱਢਿਆ ਤੁਸੀਂ ਲੋਕਾਂ ਨੇ? ਉਹਨੇ ਸਾਡੇ ਚਿਹਰਿਆਂ ਉੱਤੇ ਨਜ਼ਰਾਂ ਦੌੜਾਈਆਂ ਤੇ ਕਿਸੇ ਦੇ ਵੀ ਕੁਝ ਕਹਿਣ ਤੋਂ ਪਹਿਲਾਂ ਖੁਦ ਸਵਾਲ ਕੀਤਾ। ਪਤਾ ਨਹੀਂ ਇਹ ਮੇਰਾ ਵਹਿਮ ਸੀ ਜਾਂ ਮੈਨੂੰ ਵਾਕਈ ਉਹਦੀ ਆਵਾਜ਼ 'ਚ ਕਿਸੇ ਅਣਜਾਣੇ ਭੈ ਦੀ ਭਿਣਕ ਪਈ ਸੀ। ਅਸੀਂ ਆਪਣਾ ਕੰਮ ਬੜੀ ਮੁਸਤੈਦੀ ਨਾਲ ਕਰ ਰਹੇ ਹਾਂ ਮਿਸਿਸ ਡਗਲਸ, ਇੰਸਪੈਕਟਰ ਮੈਕਡੋਨਾਲਡ ਨੇ ਕਿਹਾ। ਤੁਸੀਂ ਯਕੀਨ ਰੱਖਣਾ ਕਿ ਅਸੀਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡ ਰਹੇ। ਪੈਸੇ ਦੀ ਚਿੰਤਾ ਨਾ ਕਰਨਾ, ਉਹ ਬੋਲੀ। ਮੈਂ ਚਾਹੁੰਦੀ ਹਾਂ ਕਿ ਇਸ ਮਾਮਲੇ 'ਚ ਜ਼ਰਾ ਵੀ ਢਿੱਲ ਨਾ ਆਉਣ ਦਿੱਤੀ ਜਾਏ। ਕੀ ਤੁਸੀਂ ਸਾਨੂੰ ਕੋਈ ਅਜਿਹੀ ਗੱਲ ਦੱਸ ਸਕਦੇ ਹੋ ਜਿਸ ਨਾਲ ਇਸ ਮਾਮਲੇ 'ਤੇ ਕੋਈ ਰੌਸ਼ਨੀ ਪੈ ਸਕੇ? ਮੈਨੂੰ ਨਹੀਂ ਪਤਾ ਕਿ ਮੈਂ ਇਸ ਮਾਮਲੇ 'ਤੇ ਕੀ ਰੌਸ਼ਨੀ ਪਾਵਾਂਗੀ, ਪਰ ਜੋ ਕੁਝ ਵੀ ਮੈਂ ਜਾਣਦੀ ਹਾਂ ਦੱਸਣ ਲਈ ਤਿਆਰ ਹਾਂ। ਸਾਨੂੰ ਮਿਸਟਰ ਬਾਰਕਰ ਤੋਂ ਪਤਾ ਲੱਗਾ ਕਿ ਤੁਸੀਂ ਆਪਣੇ ਪਤੀ ਦੀ ਲਾਸ਼, ਮੇਰਾ ਮਤਲਬ ਹੈ ਕਿ ਤੁਸੀਂ ਉਸ ਕਮਰੇ 'ਚ ਅਜੇ ਤੱਕ ਨਹੀਂ ਗਏ ਜਿੱਥੇ ਉਹ ਦੁਰਘਟਨਾ ਹੋਈ ਹੈ। ਮੈਂ ਉੱਥੇ ਜਾਣਾ ਚਾਹੁੰਦੀ ਸੀ, ਪਰ ਮਿਸਟਰ ਬਾਰਕਰ ਨੇ ਮੈਨੂੰ ਪੌੜੀਆਂ ਕੋਲੋਂ ਹੀ ਵਾਪਸ ਭੇਜ ਦਿੱਤਾ। ਉਹਨਾਂ ਮੈਨੂੰ ਬੇਨਤੀ ਕੀਤੀ ਸੀ ਕਿ ਮੈਂ ਉਸ ਸਮੇਂ ਆਪਣੇ ਕਮਰੇ 'ਚ ਵਾਪਸ ਚਲੇ ਜਾਵਾਂ। ਸਾਨੂੰ ਵੀ ਇਹੀ ਪਤਾ ਲੱਗਾ
ਇਹਦਾ ਮਤਲਬ ਹੈ ਕਿ ਜਿਵੇਂ ਹੀ ਤੁਸੀਂ ਧਮਾਕੇ ਦੀ ਆਵਾਜ਼ ਸੁਣੀ ਤਾਂ ਤੁਸੀਂ ਫੌਰਨ ਪੌੜੀਆਂ ਵੱਲ ਤੁਰ ਪਏ। ਬਸ ਆਪਣਾ ਡਰੈਸਿੰਗ ਗਾਊਨ ਪਾਉਣ ਪਿੱਛੋਂ ਮੈਂ ਫੌਰਨ ਹੀ ਹੇਠਾਂ ਪਹੁੰਚ ਗਈ। ਕੀ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਧਮਾਕਾ ਸੁਣਨ ਪਿੱਛੋਂ ਜਦੋਂ ਮਿਸਟਰ ਬਾਰਕਰ ਨੇ ਤੁਹਾਨੂੰ ਪੌੜੀਆਂ 'ਚ ਰੋਕਿਆ ਤਾਂ ਇਸ ਦੌਰਾਨ ਕਿੰਨਾ ਸਮਾਂ ਬੀਤ ਚੁੱਕਿਆ ਹੋਵੇਗਾ? ਮੁਸ਼ਕਿਲ ਨਾਲ ਕੁਝ ਮਿੰਟ। ਤੁਸੀਂ ਸਮਝ ਹੀ ਸਕਦੇ ਹੋ ਅਜਿਹੇ ਸਮੇਂ ਟਾਈਮ ਦਾ ਅੰਦਾਜ਼ਾ ਲਾਉਣਾ ਕਿੰਨਾ ਮੁਸ਼ਕਿਲ ਹੁੰਦਾ ਹੈ। ਮਿਸਟਰ ਬਾਰਕਰ ਨੇ ਮੈਨੂੰ ਬੇਨਤੀ ਕੀਤੀ ਕਿ ਮੈਂ ਅੱਗੇ ਨਾ ਜਾਵਾਂ ਕਿਉਂਕਿ ਹੁਣ ਕੁਝ ਨਹੀਂ ਕੀਤਾ ਜਾ ਸਕਦਾ ਸੀ। ਲਿਹਾਜ਼ਾ ਮੈਂ ਮਿਸਿਸ ਅਲੇਨ ਨਾਲ ਵਾਪਸ ਆਪਣੇ ਕਮਰੇ 'ਚ ਚਲੀ ਗਈ। ਉਹ ਸਭ ਕਿਸੇ ਭਿਆਨਕ ਦੁਖਦਾਈ ਸੁਪਨੇ ਵਰਗਾ ਲੱਗ ਰਿਹਾ ਸੀ। ਕੀ ਤੁਸੀਂ ਸਾਨੂੰ ਉਸ ਸਮੇਂ ਦਾ ਕੁਝ ਅੰਦਾਜ਼ਾ ਦੇ ਸਕਦੇ ਹੋ ਕਿ ਜਦੋਂ ਤੁਸੀਂ ਧਮਾਕੇ ਦੀ ਆਵਾਜ਼ ਸੁਣੀ ਤਾਂ ਉਹ ਤੋਂ ਪਹਿਲਾਂ ਤੁਹਾਡੇ ਪਤੀ ਨੂੰ ਹੇਠਾਂ ਆਏ ਕਿੰਨੀ ਦੇਰ ਹੋ ਚੁੱਕੀ ਸੀ? ਨਹੀਂ, ਇਸ ਬਾਰੇ ਮੈਂ ਤੁਹਾਡੀ ਕੋਈ ਵਿਸ਼ੇਸ਼ ਮਦਦ ਨਹੀਂ ਕਰ ਸਕਦੀ। ਉਹ ਆਪਣਾ ਗਾਊਨ ਪਾਉਣ ਲਈ ਡਰੈਸਿੰਗ ਰੂਮ 'ਚ ਗਏ ਸੀ। ਇਸ ਪਿੱਛੋਂ ਮੈਨੂੰ ਨਹੀਂ ਪਤਾ ਕਿ ਉੱਥੋਂ ਕਦੋਂ ਨਿਕਲ ਗਏ। ਉਹਨਾਂ ਦਾ ਅਸੂਲ ਸੀ ਕਿ ਹਰ ਰਾਤ ਪੂਰੇ ਘਰ ਦਾ ਚੱਕਰ ਲਾ ਕੇ ਇਹ ਦੇਖਣ ਕਿ ਕਿਤੇ ਕੋਈ ਮੋਮਬੱਤੀ ਵਗੈਰਾ ਤਾਂ ਜਲਦੀ ਨਹੀਂ ਰਹਿ ਗਈ। ਪਤਾ ਨਹੀਂ ਉਹਨਾਂ ਨੂੰ ਕਿਉਂ ਅੱਗ ਤੋਂ ਬੜਾ ਡਰ ਲੱਗਦਾ ਸੀ। ਸਿਰਫ ਇਹੀ ਇੱਕ ਚੀਜ਼ ਸੀ ਜਿਸ ਤੋਂ ਮੈਂ ਉਹਨਾਂ ਨੂੰ ਡਰਦਿਆਂ ਵੇਖਿਆ। ਤੁਹਾਡੀ ਮੁਲਾਕਾਤ ਆਪਣੇ ਪਤੀ ਨਾਲ ਸਿਰਫ ਇੰਗਲੈਂਡ 'ਚ ਹੋਈ ਸੀ ਤੇ ਜੀ ਹਾਂ, 5 ਸਾਲ ਹੋ ਗਏ ਸਾਡੀ ਸ਼ਾਦੀ ਨੂੰ। ਕੀ ਉਹਨਾਂ ਨੇ ਤੁਹਾਡੇ ਨਾਲ ਕਦੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਜਿਹੜਾ ਉਹਨਾਂ ਲਈ ਖਤਰੇ ਦਾ ਬਾਇਸ ਬਣ ਸਕੇ? ਕੁਝ ਅਜਿਹਾ ਹੋਇਆ ਸੀ ਅਮਰੀਕਾ ਵਿੱਚ? ਮਿਸਿਸ ਡਗਲਸ ਨੇ ਜਵਾਬ ਦੇਣ ਤੋਂ ਪਹਿਲਾਂ ਬੜੇ ਗੌਰ ਨਾਲ ਗੰਭੀਰਤਾ ਨਾਲ ਕੁਝ ਸੋਚਿਆ। ਹਾਂ, ਆਖਰ ਉਹ ਬੋਲੀ, ਮੈਂ ਹਮੇਸ਼ਾ ਹੀ ਅਜਿਹਾ ਕੁਝ ਮਹਿਸੂਸ ਕੀਤਾ ਜਿਵੇਂ ਉਹਨਾਂ ਉੱਪਰ ਕੋਈ ਖਤਰਾ ਮੰਡਰਾਲ ਰਿਹਾ ਹੋਵੇ, ਪਰ ਉਹਨਾਂ ਇਸ ਬਾਰੇ ਮੇਰੇ ਨਾਲ ਕੋਈ ਗੱਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਹਦਾ ਮਤਲਬ ਇਹ ਨਹੀਂ ਕਿ ਉਹ ਮੇਰੇ 'ਤੇ ਭਰੋਸਾ ਨਹੀਂ ਕਰਦੇ ਸੀ, ਬਲਕਿ ਸਾਡੇ ਦੋਵਾਂ ਵਿਚਕਾਰ ਸੱਚੇ ਪਿਆਰ ਤੇ ਭਰੋਸੇ ਦਾ ਹੀ ਰਿਸ਼ਤਾ ਸੀ। ਪਰ ਇਸ ਬਾਰੇ ਮੇਰੇ ਨਾਲ ਕੋਈ ਗੱਲ ਨਾ ਕਰਨ ਦਾ ਕਾਰਨ ਮੈਨੂੰ ਹਰ ਕਿਸਮ ਦੀ ਪਰੇਸ਼ਾਨੀ ਤੇ ਘਬਰਾਹਟ ਤੋਂ ਦੂਰ ਰੱਖਣਾ ਹੀ ਸੀ। ਉਹ ਸਮਝਦੇ ਸਨ ਕਿ ਜੇ ਉਹਨਾਂ ਨੇ ਮੈਨੂੰ ਕੁਝ ਦੱਸ ਦਿੱਤਾ ਤਾਂ ਮੈਂ ਉਹਨਾਂ ਬਾਰੇ ਸੋਚ ਕੇ ਬੇਮਤਲਬ ਪਰੇਸ਼ਾਨ ਤੇ ਦੁਖੀ ਰਹਿਣ ਲੱਗਾਂਗੀ। ਇਸ ਲਈ ਉਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ। ਫਿਰ ਤੁਹਾਨੂੰ ਇਸ ਗੱਲ ਦਾ ਪਤਾ ਕਿਵੇਂ ਲੱਗਾ? ਮਿਸਿਸ ਡਗਲਸ ਦਾ ਚਿਹਰਾ ਇੱਕ ਮੁਸਕਾਨ ਨਾਲ ਜਗਮਗਾ ਉੱਠਿਆ। ਕੀ ਕਦੀ ਇੰਝ ਵੀ ਹੋ ਸਕਦਾ ਹੈ ਕਿ ਕੋਈ ਪਤੀ ਆਪਣਾ ਕੋਈ ਰਹੱਸ ਜ਼ਿੰਦਗੀ ਭਰ ਆਪਣੇ ਦਿਲ 'ਚ ਛੁਪਾਈ ਰੱਖੇ ਤੇ ਜਿਹੜੀ ਪਤਨੀ ਉਹਨੂੰ ਆਪਣੇ ਧੁਰ ਅੰਦਰੋਂ ਪਿਆਰ ਕਰਦੀ ਹੋਈ ਉਹਨੂੰ ਇਸ ਗੱਲ ਦਾ ਸ਼ੱਕ ਵੀ ਨਾ ਹੋਏ? ਮੈਨੂੰ ਇਹਦਾ ਪਤਾ ਇਸ ਤਰ੍ਹਾਂ ਲੱਗਿਆ ਕਿ ਉਹਨਾਂ ਨੇ ਅਮਰੀਕਾ 'ਚ ਬਿਤਾਈ ਆਪਣੀ ਜ਼ਿੰਦਗੀ ਬਾਰੇ ਕੁਝ ਘਟਨਾਵਾਂ ਬਾਰੇ ਗੱਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਬਾਰੇ ਉਹਨਾਂ ਜੋ ਸਾਵਧਾਨੀਆਂ ਵਰਤੀਆਂ ਮੈਨੂੰ ਉਹਨਾਂ ਤੋਂ ਪਤਾ ਲੱਗਿਆ। ਉਹ ਕਿਸੇ ਵੀ ਅਣਜਾਣ ਆਦਮੀ ਨੂੰ ਆਪਣੇ ਨੇੜੇ ਵੇਖ ਕੇ ਅਚਾਨਕ ਤ੍ਰਭਕ ਜਾਂਦੇ ਸਨ। ਮੈਨੂੰ ਉਸ ਤੋਂ ਪਤਾ ਲੱਗਿਆ। ਮੈਨੂੰ ਉਹਨਾਂ ਦੀਆਂ ਹਰਕਤਾਂ ਤੋਂ ਇਸ ਗੱਲ ਦਾ ਪੱਕਾ ਯਕੀਨ ਹੁੰਦਾ ਗਿਆ ਕਿ ਉਹਨਾਂ ਦਾ ਜ਼ਰੂਰ ਕੋਈ ਬੜਾ ਤਾਕਤਵਰ ਦੁਸ਼ਮਣ ਹੈ ਜਿਸ ਬਾਰੇ ਉਹਨਾਂ ਦਾ ਯਕੀਨ ਸੀ ਕਿ ਉਹਨਾਂ ਦੇ ਪਿੱਛੇ ਪਿਆ ਹੋਇਆ ਹੈ। ਇਸ ਲਈ ਉਹ ਆਪਣੀ ਸੁਰੱਖਿਆ ਦੇ ਪ੍ਰਤੀ ਹਮੇਸ਼ਾ ਸਾਵਧਾਨ ਤੇ ਚੁਕੰਨੇ ਰਹਿੰਦੇ ਸਨ। ਮੈਨੂੰ ਇਸ ਗੱਲ ਦਾ ਇੰਨਾ ਪੱਕਾ ਯਕੀਨ ਹੋ ਚੁੱਕਾ ਸੀ ਕਿ ਜੇ ਕਦੀ ਉਹ ਆਪਣੇ ਮਿੱਥੇ ਸਮੇਂ ਤੱਕ ਰਾਤ ਨੂੰ ਘਰ ਵਾਪਸ ਨਾ ਆਉਂਦੇ ਤੇ ਮੈਂ ਬੜੀ ਭੈਭੀਤ ਤੇ ਪਰੇਸ਼ਾਨ ਹੋ ਜਾਂਦੀ ਸੀ। ਕੀ ਮੈਂ ਜਾਣ ਸਕਦਾ ਕਿ ਉਹਨਾਂ ਦੇ ਮੂੰਹੋਂ ਸਹਿਜ ਸੁਭਾਅ ਨਿਕਲੇ ਉਹ ਕਿਹੜੇ ਸ਼ਬਦ ਸਨ ਜਿਨ੍ਹਾਂ ਨੇ ਤੁਹਾਡਾ ਧਿਆਨ ਆਪਣੇ ਵੱਲ ਖਿੱਚਿਆ ਸੀ? ਦਹਿਸ਼ਤ ਦੀ ਘਾਟੀ, ਉਸ ਸੱਭਿਅਕ ਔਰਤ ਨੇ ਜਵਾਬ ਦਿੱਤਾ। ਜਦ ਕਦੀ ਵੀ ਮੈਂ ਕੋਈ ਸਵਾਲ ਕੀਤਾ ਤਾਂ ਕੁਝ ਇਸ ਤਰ੍ਹਾਂ ਦੇ ਸ਼ਬਦਾਂ ਦਾ ਹੀ ਪ੍ਰਯੋਗ ਕਰਦੇ ਸਨ। ਦਹਿਸ਼ਤ ਦੀ ਘਾਟੀ 'ਚ ਰਿਹਾ ਮੈਂ ਤੇ ਹੁਣ ਵੀ ਉਸ ਵਿੱਚੋਂ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲ ਸਕਿਆ। ਜਦੋਂ ਕਦੀ ਮੈਂ ਉਹਨਾਂ ਨੂੰ ਲੋੜ ਨਾਲੋਂ ਵੱਧ ਗੰਭੀਰ ਜਾਂ ਫਿਕਰਮੰਦ ਵੇਖਦੀ ਤਾਂ ਪੁੱਛਦੀ, ਕੀ ਅਸੀਂ ਉਸ ਦਹਿਸ਼ਤ ਦੀ ਘਾਟੀ ਵਿੱਚੋਂ ਕਦੇ ਵੀ ਬਾਹਰ ਨਹੀਂ ਨਿਕਲ ਸਕਾਂਗੇ? ਇਸ ਉੱਤੇ ਉਹਨਾਂ ਦਾ ਜਵਾਬ ਹੁੰਦਾ, ਕਈ ਵਾਰੀ ਤਾਂ ਇੰਝ ਲੱਗਣ ਲੱਗਦਾ ਹੈ ਕਿ ਸ਼ਾਇਦ ਕਦੀ ਨਹੀਂ ਨਿਕਲ ਸਕਾਂਗੇ। ਮੈਨੂੰ ਯਕੀਨ ਹੈ ਤੁਸੀਂ ਉਹਨਾਂ ਨੂੰ ਇਹ ਜ਼ਰੂਰ ਪੁੱਛਿਆ ਹੋਵੇਗਾ ਕਿ ਇਸ ਦਹਿਸ਼ਤ ਦੀ ਘਾਟੀ ਦਾ ਮਤਲਬ ਕੀ ਹੈ। ਬਿਲਕੁਲ ਪੁੱਛਿਆ ਸੀ। ਪਰ ਇਸ ਉੱਤੇ ਉਹਨਾਂ ਦਾ ਚਿਹਰਾ ਯਕਦਮ ਸਖਤ ਹੋ ਜਾਂਦਾ ਤੇ ਉਹ ਜ਼ੋਰ ਨਾਲ ਸਿਰ ਹਿਲਾ ਕੇ ਕਹਿੰਦੇ, ਇਹ ਬੜਾ ਮਾੜਾ ਹੈ ਕਿ ਸਾਡੇ ਦੋਵਾਂ ਵਿੱਚੋਂ ਇੱਕ ਇਹਦੇ ਪਰਛਾਵੇਂ ਵਿੱਚ ਜਿਉ ਰਿਹਾ ਹੈ। ਭਗਵਾਨ ਨਾ ਕਰੇ ਇਹਦਾ ਪਰਛਾਵਾਂ ਕਦੀ ਵੀ ਤੈਨੂੰ ਛੂਹ ਸਕੇ। ਉਹ ਕੋਈ ਅਸਲੀ ਘਾਟੀ ਹੀ ਹੈ। ਜਿੱਥੇ ਉਹ ਰਹੇ ਸਨ ਤੇ ਉੱਥੇ ਉਹਨਾਂ ਨਾਲ ਲਾਜ਼ਮੀ ਕੋਈ ਭਿਆਨਕ ਹਾਦਸਾ ਹੋਇਆ ਹੋਵੇਗਾ। ਇਸ ਗੱਲ ਦਾ ਵੀ ਮੈਨੂੰ ਪੱਕਾ ਯਕੀਨ ਹੈ, ਪਰ ਇਸ ਤੋਂ ਵੱਧ ਮੈਂ ਤੁਹਾਨੂੰ ਹੋਰ ਕੁਝ ਨਹੀਂ ਦੱਸ ਸਕਾਂਗੀ। ਉਹਨਾਂ ਨੇ ਤੁਹਾਡੇ ਸਾਹਮਣੇ ਕਦੀ ਕਿਸੇ ਜਗ੍ਹਾ ਜਾਂ ਕਿਸੇ ਆਦਮੀ ਦਾ ਕੋਈ ਨਾਂ ਲਿਆ?
ਹਾਂ, 3 ਸਾਲ ਪਹਿਲਾਂ ਸ਼ਿਕਾਰ ਦੇ ਦੌਰਾਨ ਜ਼ਖਮੀ ਹੋ ਜਾਣ ਕਾਰਨ ਉਹ ਬੇਹੋਸ਼ੀ 'ਚ ਕੁਝ ਬੁੜਬੁੜਾ ਰਹੇ ਸਨ। ਮੈਨੂੰ ਯਾਦ ਹੈ ਉਸ ਸਮੇਂ ਇੱਕ ਨਾਮ ਬਾਰ-ਬਾਰ ਉਹਨਾਂ ਦੇ ਮੂੰਹੋਂ ਨਿਕਲ ਰਿਹਾ ਸੀ। ਉਹ ਨਾਂ ਬੜੇ ਗੁੱਸੇ ਅਤੇ ਨਫ਼ਰਤ ਨਾਲ ਲੈ ਰਹੇ ਸਨ। ਉਹ ਕੋਈ ਮੈਕਗਜਿੰਟੀ ਨਾਂ ਦਾ ਆਦਮੀ ਸੀ, ਬੌਡੀ ਮਾਸਟਰ ਮੈਕਗਜਿੰਟੀ। ਉਹਨਾਂ ਦੇ ਠੀਕ ਹੋਣ 'ਤੇ ਜਦੋਂ ਮੈਂ ਪੁੱਛਿਆ ਤਾਂ ਇਹ ਬੌਡੀ ਮਾਸਟਰ ਮੈਕਗਜਿੰਟੀ ਕੌਣ ਹੈ ਅਤੇ ਉਹ ਕਿਸ ਦੀ ਬੌਡੀ ਦਾ ਮਾਸਟਰ ਹੈ, ਤਾਂ ਉਹਨਾਂ ਗੱਲ ਨੂੰ ਹਾਸੇ 'ਚ ਉਡਾਉਂਦਿਆਂ ਕਿਹਾ, ਕਮ ਸੇ ਕਮ ਮੇਰੀ ਦਾ ਤਾਂ ਨਹੀਂ। ਪਰ ਮੈਨੂੰ ਇਸ ਬਾਰੇ ਕੋਈ ਸ਼ੱਕ ਨਹੀਂ ਕਿ ਇਸ ਬੌਡੀ ਮਾਸਟਰ ਮੈਕਗਜਿੰਟੀ ਦੇ ਅਤੇ ਦਹਿਸ਼ਤ ਦੀ ਘਾਟੀ ਦਾ ਕੋਈ ਨਾ ਕੋਈ ਪੀੜਾ ਸੰਬੰਧ ਜ਼ਰੂਰ ਹੈ। ਅੱਛਾ, ਇੱਕ ਗੱਲ ਹੋਰ ਦੱਸੋ, ਇੰਸਪੈਕਟਰ ਮੈਕਡੋਨਾਲਡ ਨੇ ਕਿਹਾ। ਮੈਂ ਸੁਣਿਆ ਕਿ ਤੁਹਾਡੀ ਮੁਲਾਕਾਤ ਲੰਦਨ ਦੇ ਇੱਕ ਬੋਰਡਿੰਗ ਹਾਊਸ 'ਚ ਹੋਈ ਸੀ ਅਤੇ ਉੱਥੇ ਤੁਹਾਡੀ ਦੋਵਾਂ ਦੀ ਮੰਗਣੀ ਵੀ ਹੋਈ। ਕੀ ਤੁਹਾਡਾ ਦੋਵਾਂ ਦਾ ਆਪਸ 'ਚ ਕੋਈ ਰੋਮਾਂਸ ਵਗੈਰਾ ਵੀ ਹੋਇਆ ਸੀ ਜਾਂ ਕਿਸੇ ਗੁਪਤ ਅਤੇ ਰਹੱਸਮਈ ਤਰੀਕੇ ਨਾਲ ਬਸ ਚੁੱਪ-ਚਾਪ ਸ਼ਾਦੀ ਹੋ ਗਈ ਸੀ? ਜੇ ਦੋ ਜਣੇ ਆਪਸ 'ਚ ਸ਼ਾਦੀ ਦਾ ਫੈਸਲਾ ਕਰਦੇ ਨੇ ਤਾਂ ਜ਼ਾਹਰ ਹੈ ਕਿ ਉਹਨਾਂ ਵਿਚਕਾਰ ਰੋਮਾਂਸ ਤਾਂ ਹੋਏਗਾ ਹੀ। ਰਹੀ ਸ਼ਾਦੀ ਦੀ ਗੱਲ, ਤਾਂ ਉਹ ਕਿਸੇ ਗੁਪਤ ਜਾਂ ਰਹੱਸਮਈ ਤਰੀਕੇ ਨਾਲ ਨਹੀਂ ਬਲਕਿ ਆਮ ਢੰਗ ਨਾਲ ਹੀ ਹੋਈ ਸੀ। ਮਿਸਟਰ ਡਗਲਜ਼ ਦਾ ਇਸ ਮਾਮਲੇ 'ਚ ਕੋਈ ਪ੍ਰਤੀਦਵੰਦੀ ਨਹੀਂ ਸੀ? ਬਿਲਕੁਲ ਨਹੀਂ। ਇਹ ਤੋਂ ਪਹਿਲਾਂ ਮੇਰਾ ਕਿਸੇ ਨਾਲ ਕੋਈ ਸਬੰਧ ਨਹੀਂ ਸੀ। ਮੈਨੂੰ ਯਕੀਨ ਹੈ ਕਿ ਤੁਹਾਨੂੰ ਪਤਾ ਹੋਏਗਾ ਕਿ ਉਹਨਾਂ ਦੀ ਉਂਗਲ ਵਿੱਚੋਂ ਸ਼ਾਦੀ ਦੀ ਅੰਗੂਠੀ ਕੱਢੀ ਗਈ ਹੈ। ਕੀ ਤੁਸੀਂ ਉਹਦੇ ਕੱਢੇ ਜਾਣ ਦੇ ਕਾਰਨ ਉੱਤੇ ਕੋਈ ਰੋਸ਼ਨੀ ਪਾ ਸਕਦੇ ਹੋ? ਜੇ ਮੰਨਿਆ ਜਾਏ ਕਿ ਉਹਨਾਂ ਦੀ ਪਿਛਲੀ ਜ਼ਿੰਦਗੀ ਦਾ ਕੋਈ ਦੁਸ਼ਮਣ ਉਹਨਾਂ ਨੂੰ ਲੱਭਦਾ ਹੋਇਆ ਇੱਥੋਂ ਤੱਕ ਪਹੁੰਚ ਗਿਆ ਅਤੇ ਉਹਨੇ ਉਹਨਾਂ ਦੀ ਹੱਤਿਆ ਕਰ ਦਿੱਤੀ, ਤਾਂ ਉਹਨਾਂ ਦੀ ਸ਼ਾਦੀ ਦੀ ਅੰਗੂਠੀ ਕੱਢਣ ਦਾ ਕੀ ਕਾਰਨ ਹੋ ਸਕਦਾ ਹੈ? ਇੱਕ ਛਿਣ ਲਈ ਮੈਨੂੰ ਲੱਗਿਆ ਕਿ ਉਸ ਔਰਤ ਦੇ ਬੁੱਲ੍ਹਾਂ ਉੱਤੇ ਕਿਸੇ ਮੁਸਕਾਨ ਦੀ ਹਲਕੀ ਜਿਹੀ ਝਲਕ ਸੀ। ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦੀ, ਫਿਰ ਉਹ ਬੋਲੀ। ਇਹ ਮੇਰੇ ਲਈ ਵਾਕਈ ਬੜੀ ਹੈਰਾਨੀ ਦੀ ਗੱਲ ਹੈ। ਖੈਰ, ਅਸੀਂ ਹੁਣ ਤੁਹਾਡਾ ਹੋਰ ਜ਼ਿਆਦਾ ਸਮਾਂ ਨਹੀਂ ਲਵਾਂਗੇ, ਇੰਸਪੈਕਟਰ ਬੋਲਿਆ। ਮੈਨੂੰ ਅਫਸੋਸ ਹੈ ਕਿ ਅਜੇ ਨਾਜ਼ੁਕ ਮੌਕੇ 'ਤੇ ਤਕਲੀਫ ਦਿੱਤੀ। ਵੈਸੇ ਅਜੇ ਕੁਝ ਹੋਰ ਗੱਲਾਂ ਵੀ ਨਹੀਂ, ਪਰ ਉਹਨਾਂ ਬਾਰੇ ਅਸੀਂ ਬਾਅਦ 'ਚ ਚਰਚਾ ਕਰਾਂਗੇ। ਉਹ ਉੱਠੀ ਅਤੇ ਇੱਕ ਸਵਾਲੀਆ ਨਿਗਾਹ ਸਾਡੇ ਸਾਰਿਆਂ ਦੇ ਚਿਹਰਿਆਂ 'ਤੇ ਪਾਈ, ਜਿਵੇਂ ਜਾਣਨਾ ਚਾਹੁੰਦੀ ਹੋਈ ਕਿ ਉਹਦੇ ਬਿਆਨ ਦਾ ਸਾਡੇ ਉੱਪਰ ਕੀ ਪ੍ਰਭਾਵ ਪਿਆ। ਫਿਰ ਨਮਸਕਾਰ ਕਰਕੇ ਕਮਰੇ 'ਚੋਂ ਬਾਹਰ ਚਲੀ ਗਈ। ਉਹ ਇੱਕ ਖੂਬਸੂਰਤ ਔਰਤ ਹੈ, ਵਾਕਈ ਬੜੀ ਖੂਬਸੂਰਤ ਹੈ। ਉਹਦੇ ਬਾਹਰ ਨਿਕਲਣ 'ਤੇ ਦਰਵਾਜ਼ਾ ਬੰਦ ਕਰਦਿਆਂ ਹੋਇਆਂ ਮੈਕਡੋਨਾਲਡ ਨੇ ਸੋਚਾਂ ਵਿੱਚ ਡੁੱਬੀ ਆਵਾਜ਼ 'ਚ ਕਿਹਾ। ਉਸ ਆਦਮੀ ਬਾਰਕਰ ਦਾ ਇੱਥੇ ਕਾਫੀ ਆਉਣ ਜਾਣ ਸੀ। ਉਹ ਇੱਕ ਅਜਿਹਾ ਜਵਾਨ ਮਰਦ ਹੈ ਜਿਸ ਵੱਲ ਕੋਈ ਵੀ ਔਰਤ ਖਿੱਚੀ ਜਾ ਸਕਦੀ ਹੈ। ਉਹ ਖੁਦ ਇਸ ਗੱਲ ਨੂੰ ਮੰਨਦਾ ਹੈ ਕਿ ਮਰਨ ਵਾਲਾ ਉਹਨਾਂ ਦੇ ਮੇਲ ਜੋਲ ਨੂੰ ਲੈ ਕੇ ਕੁਝ ਸ਼ੱਕੀ ਵੀ ਸੀ, ਅਤੇ ਉਹੀ ਸ਼ਾਇਦ ਇਸ ਗੱਲ ਨੂੰ ਬਿਹਤਰ ਦੱਸ ਸਕਦਾ ਸੀ ਕਿ ਸ਼ੰਕਾ ਹੋਣ ਦਾ ਉਸ ਕੋਲ ਕੀ ਕਾਰਨ ਸੀ। ਨਾਲ ਹੀ ਉਹ ਸ਼ਾਦੀ ਦੀ ਅੰਗੂਠੀ ਵਾਲਾ ਮਾਮਲਾ ਵੀ ਸਮਝ ਤੋਂ ਬਾਹਰ। ਆਖਰ ਉਹ ਕੈਸਾ ਆਦਮੀ ਹੋਏਗਾ ਜਿਹਨੇ ਮਰੇ ਆਦਮੀ ਦੇ ਹੱਥ ਵਿੱਚੋਂ ਸਿਰਫ ਇੱਕ ਅੰਗੂਠੀ ਲਾਈ, ਅਤੇ ਉਹ ਵੀ ਸ਼ਾਦੀ ਦੀ ਅੰਗੂਠੀ। ਤੁਹਾਡਾ ਇਸ ਬਾਰੇ ਕੀ ਖਿਆਲ ਹੈ ਮਿਸਟਰ ਹੋਮਸ? ਮੇਰਾ ਦੋਸਤ ਉਸ ਸਮੇਂ ਆਪਣੇ ਵਿਚਾਰਾਂ ਵਿੱਚ ਹੀ ਲੀਨ ਸੀ। ਉਹ ਬਿਨਾਂ ਕੋਈ ਜਵਾਬ ਦਿੱਤੇ ਉੱਠਿਆ ਅਤੇ ਉਹਨੇ ਘੰਟੀ ਵਜਾ ਦਿੱਤੀ, ਅਤੇ ਬਟਲਰ ਦੇ ਆਉਣ 'ਤੇ ਉਹਨੇ ਪੁੱਛਿਆ, ਏਮਸ, ਮਿਸਟਰ ਬਾਰਕਰ ਇਸ ਸਮੇਂ ਕਿੱਥੇ ਨੇ? ਮੈਂ ਦੇਖ ਕੇ ਆਉਣਾ ਸਰ। ਕੁਝ ਛਿਣ ਬਾਅਦ ਹੀ ਉਹ ਇਹ ਦੱਸਣ ਲਈ ਪਰਤ ਆਇਆ ਕਿ ਬਾਰਕਰ ਇਸ ਵੇਲੇ ਖਾਈ ਦੇ ਨਾਲ ਵਾਲੇ ਬਾਗ 'ਚ। ਕੀ ਤੁਸੀਂ ਦੱਸ ਸਕਦੇ ਹੋ ਏਮਸ ਕਿ ਕੱਲ੍ਹ ਰਾਤੀ ਤੁਸੀਂ ਮਿਸਟਰ ਬਾਰਕਰ ਦੇ ਨਾਲ ਸਟੱਡੀ ਰੂਮ 'ਚ ਆਏ ਸੀ ਤਾਂ ਉਹਨਾਂ ਦੇ ਪੈਰਾਂ 'ਚ ਕੀ ਪਾਇਆ ਹੋਇਆ ਸੀ? ਉਹਨਾਂ ਉਸ ਵੇਲੇ ਸਲੀਪਰ ਪਾਏ ਹੋਏ ਸਨ ਮਿਸਟਰ ਹੋਮਸ। ਜਦੋਂ ਪੁਲਿਸ ਕੋਲ ਜਾਣ ਲੱਗੇ ਤਾਂ ਮੈਂ ਉਹਨਾਂ ਨੂੰ ਉਹਨਾਂ ਦੇ ਬੂਟ ਲਿਆ ਕੇ ਦਿੱਤੇ ਸਨ। ਉਹ ਸਲੀਪਰ ਇਸ ਵੇਲੇ ਕਿੱਥੇ ਨੇ? ਉਹ ਅਜੇ ਵੀ ਹਾਲ 'ਚ ਕੁਰਸੀ ਹੇਠ ਪਏ ਹੋਏ ਨੇ। ਇਹ ਮੈਂ ਤੁਹਾਨੂੰ ਇਸ ਲਈ ਪੁੱਛਿਆ ਏਮਸ ਕਿਉਂਕਿ ਸਾਡੇ ਲਈ ਜਾਣਨਾ ਬੜਾ ਜ਼ਰੂਰੀ ਹੈ ਕਿ ਕਿਹੜੇ ਨਿਸ਼ਾਨ ਮਿਸਟਰ ਬਾਰਕਰ ਦੇ ਨੇ ਅਤੇ ਕਿਹੜੇ ਕਿਸੇ ਬਾਹਰੀ ਆਦਮੀ ਦੇ। ਮੈਂ ਸਮਝਦਾ ਸਰ। ਵੈਸੇ ਮੈਂ ਇਹ ਵੀ ਨੋਟ ਕੀਤਾ ਕਿ ਉਹਨਾਂ ਦੇ ਸਲੀਪਰਾਂ ਉੱਤੇ ਖੂਨ ਲੱਗਿਆ ਹੋਇਆ ਸੀ, ਜਿਵੇਂ ਕਿ ਖੁਦ ਮੇਰਿਆਂ 'ਤੇ ਵੀ ਲੱਗ ਗਿਆ ਸੀ। ਕਮਰੇ ਦੀ ਹਾਲਤ ਨੂੰ ਦੇਖਦਿਆਂ ਹੋਇਆਂ ਇੰਝ ਹੋ ਜਾਣਾ ਸੰਭਵ ਹੈ। ਠੀਕ ਹੈ ਏਮਸ, ਤੁਹਾਡੀ ਲੋੜ ਹੋਈ ਤਾਂ ਅਸੀਂ ਤੁਹਾਨੂੰ ਫਿਰ ਬੁਲਾ ਲਵਾਂਗੇ। ਕੁਝ ਮਿੰਟ ਬਾਅਦ ਅਸੀਂ ਫਿਰ ਸਟੱਡੀ ਰੂਮ 'ਚ ਸੀ। ਹੋਮਸ ਹਾਲ ਵਿੱਚੋਂ ਸਲੀਪਰਾਂ ਦਾ ਜੋੜਾ ਚੁੱਕ ਲਿਆਇਆ ਸੀ। ਜਿਵੇਂ ਏਮਸ ਨੇ ਦੱਸਿਆ ਸੀ, ਉਹਨਾਂ ਦੋਵਾਂ ਦੇ ਤਲੇ ਖੂਨ ਦੇ ਦਾਗਾਂ ਨਾਲ ਕਾਲੇ ਹੋਏ ਪਏ ਸਨ। ਤਾਜ਼ੁਬ, ਖਿੜਕੀ ਵਿੱਚੋਂ ਆਉਂਦੀ ਰੋਸ਼ਨੀ ਵਿੱਚ ਉਹਨਾਂ ਦਾ ਬਰੀਕੀ ਨਾਲ ਨਿਰੀਖਣ ਕਰਦਾ ਹੋਇਆ ਹੋਮਸ ਬੁੜਬੁੜਾਇਆ, ਵਾਕਈ ਬੜੇ ਤਾਜ਼ੁਬ ਦੀ ਗੱਲ ਹੈ। ਉਸ ਪਿੱਛੋਂ ਉਹਨੇ ਬੜੀ ਹੁਸ਼ਿਆਰੀ ਨਾਲ ਝੁਕਦਿਆਂ ਹੋਇਆ ਇੱਕ ਸਲੀਪਰ ਖਿੜਕੀ ਦੀ ਚੁਗਾਠ ਉੱਤੇ ਲੱਗੇ ਖੂਨ ਦੇ ਦਾਗ ਉੱਤੇ ਰੱਖਿਆ। ਦੋਵਾਂ 'ਚ ਬਿਲਕੁਲ ਸਮਾਨਤਾ ਸੀ। ਉਹਨੇ ਮੁਸਕਰਾਉਂਦਿਆਂ ਹੋਇਆਂ ਚੁੱਪਚਾਪ ਸਾਡੇ ਵੱਲ ਦੇਖਿਆ। ਕੀ ਗੱਲ ਹੈ? ਇੰਸਪੈਕਟਰ ਮੈਕਡੋਨਾਲਡ
ਯਕਦਮ ਭੁੜਕ ਕੇ ਬੋਲਿਆ। ਹੁਣ ਤਾਂ ਕਿਸੇ ਵੀ ਕਿਸਮ ਦੇ ਸ਼ੱਕ ਦੀ ਕੋਈ ਗੁੰਜਾਇਸ਼ ਬਾਕੀ ਨਹੀਂ ਰਹੀ। ਸਾਫ਼ ਜ਼ਾਹਰ ਹੈ ਕਿ ਬਾਰਕਰ ਨੇ ਖੁਦ ਇਹ ਨਿਸ਼ਾਨ ਚੁਗਾਟ ਉੱਤੇ ਬਣਾਇਆ। ਪਰ ਸਵਾਲ ਇਹ ਹੈ ਮਿਸਟਰ ਹੋਮਸ ਕਿ ਉਹ ਆਦਮੀ ਆਖਰ ਕਿਹੜੀ ਖੇਡ ਖੇਡ ਰਿਹਾ? ਵਾਕਈ ਕਿਹੜੀ ਖੇਡ ਖੇਡ ਰਿਹਾ? ਮੇਰੇ ਦੋਸਤ ਨੇ ਵਿਚਾਰਾਂ 'ਚ ਡੁੱਬੀ ਆਵਾਜ਼ 'ਚ ਉਹਦੇ ਸ਼ਬਦਾਂ ਨੂੰ ਦੁਹਰਾਇਆ। ਵਾਈਟ ਮੈਸਨ ਨੇ ਆਪਣੇ ਚੌੜੇ ਹੱਥਾਂ ਨੂੰ ਬੜੀ ਬੇਤਾਬੀ ਨਾਲ ਆਪਸ ਵਿੱਚ ਰਗੜਦਿਆਂ ਹੋਇਆਂ ਇੱਕ ਪੁਲਿਸ ਵਾਲੀ ਸੰਤੁਸ਼ਟੀ ਨਾਲ ਆਪਣੀ ਪੇਂਡੂ ਭਾਸ਼ਾ 'ਚ ਕਿਹਾ, ਮੰਨੇ ਤੋਂ ਲਾਗੇ ਹੀ ਇਹ ਸਾਲਾ ਕੁਛ ਔਰ ਹੀ ਗੋਰਖ ਧੰਦਾ ਬਣਤਾ ਜਾ ਰਿਹਾ ਹੈ। ਕਾਂਡ 6ਵਾਂ ਰੋਸ਼ਨੀ ਦੀ ਕਿਰਨ। 3 ਜਾਸੂਸਾਂ ਨੇ ਅਜੇ ਬਹੁਤ ਸਾਰੀਆਂ ਗੱਲਾਂ ਉੱਤੇ ਸੋਚ ਵਿਚਾਰ ਕਰਨੀ ਸੀ, ਜਿਹਦੇ ਆਧਾਰ 'ਤੇ ਅੱਗੇ ਤਹਿਕੀਕਾਤ ਦੀ ਦਿਸ਼ਾ ਤੈਅ ਕੀਤੀ ਜਾਣੀ ਸੀ। ਇਸ ਲਈ ਮੈਂ ਇਕੱਲਾ ਹੀ ਪਿੰਡ ਦੇ ਉਸ ਸਧਾਰਨ ਜਿਹੇ ਹੋਟਲ ਵੱਲ ਟੁਰ ਪਿਆ ਜਿਸ ਵਿੱਚ ਫਿਲਹਾਲ ਸਾਡੀ ਠਾਹਰ ਸੀ। ਪਰ ਇੰਜ ਕਰਨ ਤੋਂ ਪਹਿਲਾਂ ਮੈਂ ਇੱਕ ਨਜ਼ਰ ਉਸ ਪੁਰਾਣੇ ਢੰਗ ਦੇ ਬਾਗ ਨੂੰ ਅੰਦਰੋਂ ਵੀ ਦੇਖ ਲੈਣਾ ਚਾਹੁੰਦਾ ਸੀ, ਜਿਹੜਾ ਉਸ ਪ੍ਰਾਚੀਨ ਗੜੀ ਦੀ ਖਾਈ ਦੇ ਨਾਲ ਬਣਿਆ ਹੋਇਆ ਸੀ। ਸੋ ਮੈਂ ਟਹਿਲਦਾ ਹੋਇਆ ਉਹਦੇ ਅੰਦਰ ਵੜ ਗਿਆ। ਕਾਫੀ ਪੁਰਾਣੇ ਜ਼ਮਾਨੇ ਦੇ ਰੁੱਖਾਂ ਦੀਆਂ ਕਤਾਰਾਂ ਨੇ ਉਸ ਬਾਗ ਦੇ ਗਿਰਦ ਕਿਸੇ ਚਾਰ ਦੀਵਾਰੀ ਵਾਂਗ ਘੇਰਾ ਘੱਤਿਆ ਸੀ। ਅੰਦਰ ਇੱਕ ਖੂਬਸੂਰਤ ਜਿਹਾ ਲੌਨ ਫੈਲਿਆ ਹੋਇਆ ਸੀ, ਜਿਹਦੇ ਵਿਚਕਾਰ ਪੁਰਾਣੇ ਜ਼ਮਾਨੇ ਦੀ ਇੱਕ ਧੁੱਪ ਘੜੀ ਵੀ ਬਣੀ ਹੋਈ ਸੀ। ਸਾਰਾ ਮਾਹੌਲ ਇੰਨਾ ਸ਼ਾਂਤ ਤੇ ਆਰਾਮਦੇਹੀ ਸੀ ਕਿ ਹੁਣ ਤੱਕ ਦੀ ਨੱਠ ਭੱਜ ਦੇ ਘਟਨਾਵਾਂ ਕਾਰਨ ਬੋਝਲ ਹੋਏ ਦਿਮਾਗ ਨੂੰ ਫੌਰਨ ਕਾਫੀ ਆਰਾਮ ਤੇ ਸਕੂਨ ਜਿਹਾ ਮਹਿਸੂਸ ਹੋਇਆ। ਇੱਥੋਂ ਦੇ ਸ਼ਾਂਤ ਤੇ ਉੱਜਲ ਮਾਹੌਲ 'ਚ ਮੈਂ ਉਸ ਹਨੇਰੇ ਕਮਰੇ 'ਚ ਪਈ ਲਹੂ ਭਿੱਜੀ ਉਸ ਲਾਸ਼ ਨੂੰ ਕਿਸੇ ਭਿਆਨਕ ਦੁੱਖਮਈ ਸੁਪਨੇ ਵਾਂਗ ਭੁੱਲ ਜਾਣਾ ਚਾਹੁੰਦਾ ਸੀ। ਇਸ ਲਈ ਮੈਂ ਟਹਿਲਦਾ ਹੋਇਆ ਅੱਗੇ ਵਧਿਆ। ਮੈਂ ਆਪਣੀ ਆਤਮਾ ਨੂੰ ਉੱਥੋਂ ਦੇ ਸੁਖਾਵੇਂ ਕੁਦਰਤੀ ਮਾਹੌਲ 'ਚ ਡੁੱਬੀਆਂ ਲਵਾਉਣਾ ਚਾਹੁੰਦਾ ਸੀ ਕਿ ਇੱਕ ਵਿਚਿੱਤਰ ਘਟਨਾ ਵਾਪਰੀ ਜਿਹਨੇ ਨਾ ਸਿਰਫ ਮੈਨੂੰ ਮੁੜ ਉਹ ਤਰਾਸਦੀ ਚੇਤੇ ਕਰਵਾ ਦਿੱਤੀ, ਬਲਕਿ ਇੱਕ ਬੜੀ ਕੋਝੀ ਤੇ ਘਿਰਨਤ ਛਾਪ ਮੇਰੇ ਦਿਮਾਗ 'ਤੇ ਲਾ ਦਿੱਤੀ। ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਵੱਖ-ਵੱਖ ਕਿਸਮ ਦੇ ਰੁੱਖਾਂ ਨੇ ਉਸ ਪੁਰਾਣੇ ਬਾਗ ਨੂੰ ਚਾਰ ਦੀਵਾਰੀ ਵਾਂਗ ਘੇਰਿਆ ਹੋਇਆ ਸੀ, ਪਰ ਉਸ ਬਾਗ ਦੇ ਅੰਦਰ ਵੱਲ ਧੁੱਪ ਘੜੀ ਤੋਂ ਅੱਗੇ ਰੁੱਖਾਂ ਦੀ ਇੱਕ ਹੋਰ ਕਤਾਰ ਨੇ ਜਿਵੇਂ ਉਸ ਬਾਗ ਨੂੰ 2 ਹਿੱਸਿਆਂ 'ਚ ਵੰਡ ਦਿੱਤਾ ਸੀ। ਨਾਲ ਹੀ ਉਹ ਇੰਨੇ ਸੰਘਣੇ ਤੇ ਇੱਕ ਦੂਜੇ ਨਾਲ ਇੰਝ ਢੁੱਕ ਕੇ ਖੜੇ ਸਨ ਕਿ ਆਪਸ 'ਚ ਮਿਲ ਕੇ ਉਹਨਾਂ ਨੇ ਇੱਕ ਕੁਦਰਤੀ ਪਰਦੇ ਦਾ ਰੂਪ ਲੈ ਲਿਆ ਸੀ। ਉਸ ਪਰਦੇ ਦੇ ਦੂਜੇ ਪਾਸੇ ਬਾਗ 'ਚ ਵੜਨ ਵਾਲੇ ਕਿਸੇ ਵੀ ਆਦਮੀ ਦੀਆਂ ਅੱਖਾਂ ਤੋਂ ਲੁਕੀ ਹੋਈ ਪੱਥਰ ਦੀ ਇੱਕ ਚੌਂਕੀ ਬਣੀ ਹੋਈ ਸੀ ਬੈਠਣ ਲਈ। ਜਿਵੇਂ ਹੀ ਮੈਂ ਉਸ ਜਗ੍ਹਾ ਦੇ ਨੇੜੇ ਪਹੁੰਚਿਆ, ਮੈਨੂੰ ਕੁਝ ਆਵਾਜ਼ਾਂ ਆਉਂਦੀਆਂ ਸੁਣਾਈ ਦਿੱਤੀਆਂ। ਕੋਈ ਮਰਦ ਕੁਝ ਕਹਿ ਰਿਹਾ ਸੀ ਤੇ ਜਵਾਬ 'ਚ ਇੱਕ ਜ਼ਨਾਨਾ ਆਵਾਜ਼ ਦੀ ਹਲਕੀ ਜਿਹੀ ਖਿਲਖਿਲਾਹਟ ਸੁਣਾਈ ਦਿੱਤੀ ਸੀ। ਅਗਲੇ ਹੀ ਛਿਣ ਮੈਂ ਰੁੱਖਾਂ ਦੇ ਉਸ ਝੁੰਡਨੁਮਾ ਪਰਦੇ ਦਾ ਕਿਨਾਰਾ ਘੁੰਮ ਕੇ ਦੂਜੇ ਪਾਸੇ ਪਹੁੰਚ ਗਿਆ ਤੇ ਇਹ ਤੋਂ ਪਹਿਲਾਂ ਕਿ ਉਹਨਾਂ ਨੂੰ ਮੇਰੀ ਮੌਜੂਦਗੀ ਦਾ ਪਤਾ ਲੱਗਦਾ, ਮੈਨੂੰ ਮਿਸਿਸ ਡਗਲਸ ਤੇ ਉਸ ਆਦਮੀ ਬਾਰਕਰ ਦੇ ਚਿਹਰੇ ਦਿਖਾਈ ਦਿੱਤੇ। ਉਸ ਔਰਤ ਨੂੰ ਉਸ ਰੂਪ 'ਚ ਉੱਥੇ ਦੇਖ ਕੇ ਮੈਨੂੰ ਇੱਕ ਬੜਾ ਹੀ ਜ਼ਬਰਦਸਤ ਮਾਨਸਿਕ ਝਟਕਾ ਲੱਗਿਆ। ਡਾਈਨਿੰਗ ਰੂਮ 'ਚ ਸੋਗ 'ਚ ਡੁੱਬੀ ਪਰ ਸੰਜਮੀ ਤੇ ਸੂਝਵਾਨ ਔਰਤ ਦਾ ਜਿਹੜਾ ਮੁਖੌਟਾ ਪਾਇਆ ਹੋਇਆ ਸੀ, ਉਹ ਇਸ ਸਮੇਂ ਪੂਰੀ ਤਰ੍ਹਾਂ ਲੱਥਿਆ ਹੋਇਆ ਸੀ। ਉਹਦੀਆਂ ਅੱਖਾਂ 'ਚ ਜ਼ਿੰਦਗੀ ਦੀਆਂ ਖੁਸ਼ੀਆਂ ਲਿਸ਼ਕ ਰਹੀਆਂ ਸਨ ਤੇ ਚਿਹਰਾ ਆਪਣੇ ਸਾਥੀ ਦੀ ਕੋਈ ਮਜ਼ੇਦਾਰ ਗੱਲ ਸੁਣ ਕੇ ਪੁੜਿਆ ਹੋਇਆ ਸੀ। ਬਰਕਰ ਵੀ ਆਪਣੇ ਖੂਬਸੂਰਤ ਚਿਹਰੇ ਉੱਤੇ ਇੱਕ ਜਵਾਬੀ ਮੁਸਕਾਨ ਫੈਲਾਈ ਉਸ ਵੱਲ ਦੇਖ ਰਿਹਾ ਸੀ। ਪਰ ਅਗਲੇ ਹੀ ਪਲ ਇਹ ਥੋੜ੍ਹੀ ਦੇਰ ਨਾਲ ਆਇਆ ਸੀ। ਇਹਨਾਂ ਦੋਵਾਂ ਨੇ ਜਿਵੇਂ ਹੀ ਮੈਨੂੰ ਆਪਣੇ ਵੱਲ ਆਉਂਦਿਆਂ ਵੇਖਿਆ, ਤੁਰੰਤ ਹੀ ਸੰਜਮ ਤੇ ਗੰਭੀਰਤਾ ਦੇ ਮੁਖੌਟੇ ਪਾ ਲਏ। ਉਹਨਾਂ ਦੋਵਾਂ ਵਿਚਕਾਰ ਕਾਹਲ ਨਾਲ ਕੁਝ ਸ਼ਬਦਾਂ ਦਾ ਵਟਾਂਦਰਾ ਹੋਇਆ ਤੇ ਫਿਰ ਬਾਰਕਰ ਉੱਠ ਕੇ ਮੇਰੇ ਵੱਲ ਆ ਗਿਆ। ਮਾਫ਼ ਕਰਨਾ ਸਰ, ਉਹ ਬੋਲਿਆ, ਕਿਤੇ ਮੈਂ ਇਸ ਵਕਤ ਡਾਕਟਰ ਵਾਟਸਨ ਨਾਲ ਤਾਂ ਰੂਬਰੂ ਨਹੀਂ ਹੋ ਰਿਹਾ, ਕਿਉਂਕਿ ਉਸ ਸਮੇਂ ਉਹਨਾਂ ਦੋਵਾਂ ਨੂੰ ਉੱਥੇ ਦੇਖ ਕੇ ਮੇਰੇ ਦਿਮਾਗ 'ਚ ਇੱਕ ਗਲਤ ਪ੍ਰਭਾਵ ਪੈ ਚੁੱਕਿਆ ਸੀ। ਇਸ ਲਈ ਉਹਦੀ ਗੱਲ ਦਾ ਜਵਾਬ ਮੈਂ ਬੜੀ ਰੁੱਖੇ ਢੰਗ ਨਾਲ ਸਿਰਫ ਆਪਣਾ ਸਿਰ ਹਿਲਾ ਕੇ ਕੀਤਾ। ਸਾਡਾ ਵੀ ਇਹੋ ਖਿਆਲ ਸੀ, ਉਹ ਬੋਲਿਆ, ਕਿਉਂਕਿ ਮਿਸਟਰ ਸ਼ਰਲੌਕ ਹੋਮਸ ਨਾਲ ਤੁਹਾਡੀ ਦੋਸਤੀ ਬੜੀ ਮਸ਼ਹੂਰ ਹੈ। ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਏ ਤਾਂ ਮਿਸਿਸ ਡਗਲਸ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦੇ ਨੇ। ਮੈਂ ਆਪਣੇ ਸਖਤ ਚਿਹਰੇ ਨਾਲ ਉਹਦੇ ਨਾਲ ਤੁਰ ਪਿਆ। ਮੇਰੇ ਦਿਮਾਗ 'ਚ ਉਸ ਸਮੇਂ ਫਰਸ਼ 'ਤੇ ਪਈ ਹੋਈ ਉਸ ਆਦਮੀ ਦੀ ਲਹੂ ਭਿੱਜੀ ਲਾਸ਼ ਘੁੰਮ ਰਹੀ ਸੀ, ਜਦਕਿ ਉਸ ਭਿਆਨਕ ਰੂਪ ਵਿੱਚ ਦੁੱਖਮਈ ਘਟਨਾ ਤੋਂ ਕੁਝ ਘੰਟੇ ਬਾਅਦ ਹੀ ਉਹਦੀ ਪਤਨੀ ਤੇ ਪੱਕਾ ਦੋਸਤ ਉਸੇ ਬਗੀਚੇ 'ਚ ਲੁੱਕ ਕੇ ਹਾਸਿਆਂ ਦੇ ਠਹਾਕੇ ਲਾ ਰਹੇ ਸਨ। ਮੈਂ ਬੜੇ ਅਣਮੰਨੇ ਜਿਹੇ ਮਨ ਨਾਲ ਉਸ ਔਰਤ ਨੂੰ ਮਿਲਿਆ ਜਦੋਂ ਉਹ ਡਾਈਨਿੰਗ ਰੂਮ 'ਚ ਮੌਜੂਦ ਸੀ। ਮੈਂ ਉਹਦੇ ਦੁੱਖ ਸਦਕਾ ਬੇਹੱਦ ਦੁਖੀ ਸੀ, ਪਰ ਹੁਣ ਮੈਂ ਉਹਦੇ ਲੰਬੇ ਚਿਹਰੇ ਵੱਲ
ਬਿਨਾਂ ਕਿਸੇ ਸਦਭਾਵ ਤੇ ਹਮਦਰਦੀ ਨਾਲ ਦੇਖਿਆ। ਤੁਸੀਂ ਸ਼ਾਇਦ ਮੈਨੂੰ ਬੜੀ ਪੱਥਰ ਦਿਲ ਤੇ ਕਠੋਰ ਸਮਝ ਰਹੇ ਹੋਗੇ, ਉਹ ਬੋਲੀ। ਇਹਨਾਂ ਗੱਲਾਂ ਨਾਲ ਮੇਰਾ ਕੀ ਸਰੋਕਾਰ? ਮੈਂ ਲਾਪਰਵਾਹੀ ਨਾਲ ਆਪਣੇ ਮੋਢੇ ਛੰਡ ਕੇ ਕਿਹਾ। ਸ਼ਾਇਦ ਤੁਸੀਂ ਕਿਸੇ ਦਿਨ ਮੇਰੇ ਨਾਲ ਨਿਆਂ ਕਰ ਸਕੋ, ਬਸ਼ਰਤੇ ਕਿ ਤੁਹਾਨੂੰ ਇਸ ਗੱਲ ਦਾ ਅਹਿਸਾਸ, ਡਾਕਟਰ ਵਾਟਸਨ ਨੂੰ ਅਹਿਸਾਸ ਕਰਾਉਣ ਦੀ ਕੀ ਲੋੜ ਹੈ? ਬਾਰਕਰ ਨੇ ਉਹਨੂੰ ਆਪਣੀ ਗੱਲ ਪੂਰੀ ਕਰਨ ਦਾ ਮੌਕਾ ਦਿੱਤੇ ਬਿਨਾਂ ਹੀ ਕਾਹਲ ਨਾਲ ਕਿਹਾ। ਇਹ ਖੁਦ ਹੀ ਕਹਿ ਚੁੱਕੇ ਨੇ ਕਿ ਇਹਨਾਂ ਗੱਲਾਂ ਨਾਲ ਇਹਨਾਂ ਦਾ ਕੋਈ ਮਤਲਬ ਨਹੀਂ ਹੈ। ਬਿਲਕੁਲ ਸਹੀ ਗੱਲ ਹੈ, ਮੈਂ ਹੋਰ ਵੀ ਵੱਧ ਉਖੜੀ ਹੋਈ ਸੁਰ ਨਾਲ ਕਿਹਾ। ਤਾਂ ਹੁਣ ਮੈਨੂੰ ਇਜਾਜ਼ਤ ਦਿਓ ਤਾਂ ਕਿ ਮੈਂ ਆਪਣੀ ਸੈਰ। ਇੱਕ ਪਲ ਰੁਕਣਾ ਡਾਕਟਰ ਵਾਟਸਨ, ਉਹ ਔਰਤ ਮਿੰਨਤ ਭਰੀ ਸੁਰ 'ਚ ਬੋਲੀ। ਇੱਕ ਸਵਾਲ ਅਜਿਹਾ ਜਿਹਦਾ ਜਵਾਬ ਤੁਹਾਡੇ ਬਗੈਰ ਦੁਨੀਆ 'ਚ ਕੋਈ ਨਹੀਂ ਦੇ ਸਕਦਾ। ਇਹ ਸਵਾਲ ਮੇਰੇ ਲਈ ਬੜਾ ਹੀ ਅਹਿਮੀਅਤ ਰੱਖਦਾ ਹੈ। ਤੁਸੀਂ ਕਿਸੇ ਵੀ ਦੂਜੇ ਆਦਮੀ ਦੇ ਮੁਕਾਬਲੇ ਮਿਸਟਰ ਹੋਮਸ ਤੇ ਪੁਲਿਸ ਦੇ ਨਾਲ ਉਹਨਾਂ ਦੇ ਰਿਸ਼ਤੇ ਨੂੰ ਵਧੇਰੇ ਬਿਹਤਰ ਢੰਗ ਨਾਲ ਜਾਣਦੇ ਅਤੇ ਸਮਝਦੇ ਹੋ। ਮੈਂ ਤੁਹਾਤੋਂ ਇਹ ਜਾਣਨਾ ਚਾਹੁੰਦੀ ਹਾਂ ਕਿ ਜੇ ਕਿਸੇ ਬੜੇ ਹੀ ਨਾਜ਼ੁਕ ਅਤੇ ਗੁਪਤ ਮਾਮਲੇ ਦੀ ਜਾਣਕਾਰੀ ਮਿਸਟਰ ਹੋਮਸ ਨੂੰ ਦਿੱਤੀ ਜਾਏ ਤਾਂ ਕੀ ਇਹ ਜ਼ਰੂਰੀ ਹੈ ਕਿ ਉਹਦੀ ਸੂਚਨਾ ਪੁਲਿਸ ਨੂੰ ਵੀ ਦੇ ਦੇਣਗੇ? ਹਾਂ, ਇਹੀ ਗੱਲ ਅਸੀਂ ਜਾਣਨਾ ਚਾਹੁੰਦੇ ਹਾਂ। ਹੁਣ ਬਾਰਕਰ ਨੇ ਵੀ ਉਹਦੇ ਸੁਰ 'ਚ ਸੁਰ ਮਿਲਾਉਂਦਿਆਂ ਹੋਇਆਂ ਬੜੀ ਬੇਤਾਬੀ ਨਾਲ ਕਿਹਾ। ਕੀ ਉਹ ਆਪਣੇ ਫੈਸਲੇ ਲੈਣ ਲਈ ਸੁਤੰਤਰ ਨੇ ਜਾਂ ਪੂਰੀ ਤਰ੍ਹਾਂ ਇਹਨਾਂ ਪੁਲਿਸ ਵਾਲਿਆਂ ਨਾਲ ਬੱਝੇ ਹੋਏ ਨੇ? ਮੈਂ ਨਹੀਂ ਜਾਣਦਾ ਕਿ ਤੁਹਾਡੇ ਇਸ ਸਵਾਲ ਦਾ ਜਵਾਬ ਦੇਣਾ ਮੇਰੇ ਲਈ ਠੀਕ ਵੀ ਹੋਏਗਾ ਜਾਂ ਨਹੀਂ। ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਡਾਕਟਰ ਵਾਟਸਨ, ਮੇਰੇ ਇਸ ਸਵਾਲ ਦਾ ਜਵਾਬ ਤੁਸੀਂ ਜ਼ਰੂਰ ਦਿਓ। ਤੁਸੀਂ ਨਹੀਂ ਜਾਣਦੇ ਕਿ ਇੰਜ ਕਰਕੇ ਤੁਸੀਂ ਸਾਡੇ ਵਿਸ਼ੇਸ਼ ਤੌਰ 'ਤੇ ਮੇਰੇ ਉੱਤੇ ਕਿੱਡਾ ਵੱਡਾ ਉਪਕਾਰ ਕਰੋਗੇ। ਉਸ ਔਰਤ ਦੀ ਆਵਾਜ਼ 'ਚ ਕੁਝ ਅਜਿਹੀ ਸੱਚਾਈ ਅਤੇ ਸਪਸ਼ਟਤਾ ਦੀ ਪੁੱਟ ਸੀ ਕਿ ਕੁਝ ਚਿਰ ਲਈ ਮੈਂ ਉਹਦੀ ਥੋੜ੍ਹੀ ਦੇਰ ਪਹਿਲਾਂ ਵਾਲੀ ਨਿਰਲੱਜਤਾ ਅਤੇ ਹੋਛੇ ਹਲਕੇਪਣ ਨੂੰ ਭੁੱਲ ਗਿਆ। ਮਿਸਟਰ ਹੋਮਸ ਇੱਕ ਆਜ਼ਾਦ ਪ੍ਰਾਈਵੇਟ ਜਾਸੂਸ ਨੇ, ਮੈਂ ਜਵਾਬ ਦਿੱਤਾ। ਉਹ ਆਪਣੀ ਮਰਜ਼ੀ ਦੇ ਖੁਦ ਮਾਲਕ ਨੇ ਅਤੇ ਆਪਣੀ ਸਮਝ ਅਤੇ ਸਿਆਣਪ ਅਨੁਸਾਰ ਕੰਮ ਕਰਦੇ ਨੇ ਅਤੇ ਹਮੇਸ਼ਾ ਨਿਆਂ ਦਾ ਪੱਖ ਲੈਂਦੇ ਨੇ। ਇਹਦੇ ਬਾਵਜੂਦ ਉਹਨਾਂ ਸਾਰੇ ਪੁਲਿਸ ਅਫਸਰਾਂ ਨਾਲ ਪੂਰੀ ਸੱਚਾਈ ਅਤੇ ਇਮਾਨਦਾਰੀ ਨਾਲ ਪੇਸ਼ ਆਉਂਦੇ ਨੇ ਜਿਹੜੇ ਉਹਨਾਂ ਨਾਲ ਕਿਸੇ ਕੇਸ 'ਤੇ ਕੰਮ ਕਰ ਰਹੇ ਹੁੰਦੇ ਨੇ। ਉਹਨਾਂ ਤੋਂ ਉਹ ਕੋਈ ਅਜਿਹੀ ਗੱਲ ਨਹੀਂ ਲੁਕਾਉਂਦੇ ਜਿਹੜੀ ਅਪਰਾਧੀ ਨੂੰ ਕਾਨੂੰਨ ਦੇ ਸ਼ਿਕੰਜੇ 'ਚ ਕੱਸਣ 'ਚ ਸਹਾਇਕ ਹੋਏ। ਇਸ ਤੋਂ ਵੱਧ ਮੈਂ ਹੋਰ ਕੁਝ ਨਹੀਂ ਕਹਾਂਗਾ। ਵੈਸੇ ਜੇ ਤੁਸੀਂ ਇਸ ਨਾਲੋਂ ਵੱਧ ਹੋਰ ਕੁਝ ਜਾਣਨਾ ਹੈ ਤਾਂ ਬਿਹਤਰ ਹੋਏਗਾ ਤੁਸੀਂ ਇਸ ਬਾਰੇ ਸਿੱਧੇ ਮਿਸਟਰ ਹੋਮਸ ਨਾਲ ਹੀ ਗੱਲ ਕਰੋ, ਉਹ ਤੁਹਾਨੂੰ ਸਭ ਸਮਝਾ ਦੇਣਗੇ। ਇੰਨਾ ਕਹਿ ਕੇ ਮੈਂ ਉੱਥੋਂ ਤੁਰ ਪਿਆ, ਪਰ ਜਿਵੇਂ ਹੀ ਮੈਂ ਉਸ ਰੁੱਖਾਂ ਦੇ ਝੁੰਡ ਰੂਪੀ ਪਰਦੇ ਜਿਹਨੇ ਉਹਨਾਂ ਨੂੰ ਲੁਕਾਇਆ ਹੋਇਆ ਸੀ ਦੇ ਕਿਨਾਰੇ 'ਤੇ ਪਹੁੰਚ ਕੇ ਮੁੜਨ ਲੱਗਾ ਤਾਂ ਮੈਂ ਭੌਂ ਕੇ ਪਿੱਛੇ ਦੇਖਿਆ ਅਤੇ ਦੇਖਿਆ ਕਿ ਉਹ ਦੋਵੇਂ ਆਪਸ 'ਚ ਕੋਈ ਬੜੀ ਗੰਭੀਰ ਗੱਲਬਾਤ ਕਰਨ 'ਚ ਰੁੱਝ ਗਏ ਸਨ। ਕਿਉਂਕਿ ਉਹ ਵਿੱਚ ਮੇਰੇ ਵੱਲ ਦੇਖ ਰਹੇ ਸਨ, ਸੋ ਇਸ ਤੋਂ ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਸੀ ਕਿ ਉਸੇ ਮੁਲਾਕਾਤ ਬਾਰੇ ਗੱਲਾਂ ਕਰ ਰਹੇ ਸਨ ਜਿਹੜੀ ਹੁਣੇ ਉਹਨਾਂ ਨਾਲ ਹੋਈ ਸੀ। ਮੈਂ ਕਿਸੇ ਦਾ ਕੋਈ ਭਰੋਸਾ ਹਾਸਲ ਕਰਨਾ ਨਹੀਂ ਚਾਹੁੰਦਾ। ਜਦੋਂ ਮੈਂ ਹੋਮਸ ਨੂੰ ਆਪਣੀ ਉਸ ਮੁਲਾਕਾਤ ਬਾਰੇ ਦੱਸਿਆ ਤਾਂ ਉਹਦਾ ਜਵਾਬ ਸੀ। ਉਹ ਸਾਰਾ ਦਿਨ ਪੁਲਿਸ ਦੇ ਆਪਣੇ ਦੋਵਾਂ ਸਹਿਯੋਗੀਆਂ ਨਾਲ ਮੈਨਾਰ ਹਾਊਸ ਵਿੱਚ ਵਿਚਾਰ ਵਟਾਂਦਰਾ ਹੀ ਕਰਦਾ ਰਿਹਾ ਸੀ ਅਤੇ ਜਦੋਂ ਸ਼ਾਮ ਦੇ 5 ਵਜੇ ਦੇ ਲਗਭਗ ਵਾਪਸ ਆਇਆ ਸੀ ਤਾਂ ਬੇਹੱਦ ਭੁੱਖਾ ਸੀ। ਇਸ ਲਈ ਮੈਂ ਉਸ ਲਈ ਖਾਸੇ ਤਕੜੇ ਨਾਸ਼ਤੇ ਪਾਣੀ ਦਾ ਪ੍ਰਬੰਧ ਕੀਤਾ। ਮੈਂ ਕਿਸੇ ਕਿਸਮ ਦਾ ਵੀ ਭਰੋਸਾ ਹਾਸਲ ਨਹੀਂ ਕਰਨਾ ਚਾਹੁੰਦਾ ਵਾਟਸਨ, ਉਹ ਫਿਰ ਬੋਲਿਆ। ਜੇ ਹੱਤਿਆ ਦੀ ਸਾਜ਼ਿਸ਼ ਰਚਣ ਦੇ ਸਿਲਸਿਲੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਪਿਆ ਤਾਂ ਮਾਮਲਾ ਟੇਢਾ ਹੋ ਜਾਏਗਾ। ਕੀ ਇਹਦੀ ਨੌਬਤ ਆਏਗੀ? ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਉਸ ਸਮੇਂ ਕਾਫੀ ਖੁਸ਼ ਅਤੇ ਬੜੇ ਚੰਗੇ ਮੂਡ ਵਿੱਚ ਸੀ ਕਿਉਂਕਿ ਅਜੇ ਮੈਂ ਖੁਦ ਇਸ ਮਾਮਲੇ ਦੀ ਡੂੰਘਾਈ ਤੱਕ ਨਹੀਂ ਪਹੁੰਚ ਸਕਿਆ। ਮੈਨੂੰ ਉਸ ਦੂਜੇ ਡੰਬਲ ਦੀ ਤਲਾਸ਼। ਦੂਜਾ ਡੰਬਲ? ਕੀ ਗੱਲ ਹੈ ਵਾਟਸਨ, ਕਿ ਤੁਸੀਂ ਅਜੇ ਵੀ ਇਸ ਗੱਲ ਨੂੰ ਨਹੀਂ ਸਮਝ ਸਕੇ ਕਿ ਹੱਤਿਆ ਦਾ ਇਹ ਸਾਰਾ ਕੇਸ ਉਸ ਦੂਜੇ ਡੰਬਲ 'ਤੇ ਟਿਕਿਆ ਹੋਇਆ ਹੈ? ਖੈਰ, ਤੁਹਾਨੂੰ ਸ਼ਰਮਿੰਦਾ ਹੋਣ ਦੀ ਕੋਈ ਲੋੜ ਨਹੀਂ ਕਿਉਂਕਿ ਮੈਂ ਸਮਝਦਾ ਕਿ ਉਹ ਦੋਵੇਂ ਪੁਲਿਸ ਅਫਸਰ ਮੈਕਡੋਨਾਲਡ ਅਤੇ ਵਾਈਟ ਮੈਸਨ, ਉਹ ਦੋਵੇਂ ਇਸ ਡੰਬਲ ਦੇ ਮਹੱਤਵ ਨੂੰ ਨਹੀਂ ਸਮਝ ਸਕੇ ਹੋਣਗੇ। ਇੱਕ ਡੰਬਲ ਵਾਟਸਨ, ਇੱਕ ਇਕੱਲਾ ਡੰਬਲ। ਜ਼ਰਾ ਸੋਚੋ ਤਾਂ ਸਹੀ ਕਿ ਕੋਈ ਕਸਰਤ ਕਰਨ ਵਾਲਾ ਆਦਮੀ ਸਿਰਫ ਇੱਕ ਡੰਬਲ ਦੇ ਸਹਾਰੇ ਕਿੰਝ ਵਰਜਿਸ਼ ਕਰਦਾ ਹੋਵੇਗਾ। ਉਹਦੀਆਂ ਇੱਕ ਪਾਸੇ ਦੀਆਂ ਮਾਸਪੇਸ਼ੀਆਂ ਉੱਤੇ ਕਿੱਡਾ ਜ਼ਬਰਦਸਤ ਦਬਾਅ ਪੈਂਦਾ ਹੋਵੇਗਾ। ਇੰਜ ਕਰਨ ਨਾਲ ਉਹਦੀ ਰੀੜ੍ਹ ਦੀ ਹੱਡੀ ਲਈ ਖਤਰਾ ਪੈਦਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਕੀ ਇਹ ਤੁਹਾਡੇ ਵਰਗੇ ਡਾਕਟਰ ਨੂੰ ਵੀ ਦੱਸਣ ਦੀ ਲੋੜ ਹੈ? ਉਹਦੇ ਮੂੰਹ 'ਚ ਟੋਸਟ ਭਰਿਆ ਅਤੇ ਮੇਰੀ ਬੌਧਿਕ ਸਮਰੱਥਾ ਦੀ ਚਰਚਾ ਕਰਦੇ ਸਮੇਂ ਉਹਦੀਆਂ ਅੱਖਾਂ ਵਿੱਚ ਇੱਕ ਸ਼ਰਾਰਤ ਭਰੀ ਚਮਕ ਭਰ ਗਈ ਸੀ।
ਇਹ ਸਾਰੇ ਲੱਛਣ ਇਸ ਗੱਲ ਦੇ ਸਬੂਤ ਸਨ ਕਿ ਉਹ ਸਫਲਤਾ ਦੇ ਨੇੜੇ ਪਹੁੰਚ ਚੁੱਕਿਆ ਸੀ। ਨਾਸ਼ਤੇ ਤੋਂ ਨਿਬੜ ਕੇ ਅਖੀਰ ਉਹਨੇ ਆਪਣਾ ਪਾਈਪ ਸੁਲਗਾਇਆ ਤੇ ਹੌਲੀ-ਹੌਲੀ ਕਸ਼ ਲੈਂਦਿਆਂ ਹੋਇਆਂ ਉਸ ਕੇਸ ਬਾਰੇ ਬੋਲਣਾ ਸ਼ੁਰੂ ਕੀਤਾ। ਪਰ ਉਹਦੇ ਬੋਲਣ ਦਾ ਅੰਦਾਜ਼ ਅਜਿਹਾ ਨਹੀਂ ਸੀ ਜਿਵੇਂ ਉਹ ਕੋਈ ਸੋਚੀ ਸਮਝੀ ਜਾਂ ਜਾਣੀ ਪਛਾਣੀ ਗੱਲ ਦੱਸ ਰਿਹਾ ਹੋਵੇ, ਬਲਕਿ ਇੰਝ ਲੱਗਦਾ ਸੀ ਜਿਵੇਂ ਉੱਚੀ ਆਵਾਜ਼ 'ਚ ਕੁਝ ਸੋਚ ਰਿਹਾ ਹੋਵੇ। ਇੱਕ ਝੂਠ ਵਾਟਸਨ, ਇੱਕ ਬੜਾ ਹੀ ਜ਼ਬਰਦਸਤ ਝੂਠ ਸਾਡੇ ਲਈ ਉੱਥੇ ਰਚਿਆ ਗਿਆ ਸੀ, ਸਾਨੂੰ ਭਰਮ 'ਚ ਪਾਉਣ ਖਾਤਰ। ਬਾਰਕਰ ਨੇ ਜਿਹੜੀ ਵੀ ਕਹਾਣੀ ਸੁਣਾਈ ਉਹ ਸਾਰੀ ਦੀ ਸਾਰੀ ਝੂਠੀ ਸੀ, ਪਰ ਉਸ ਕਹਾਣੀ ਦਾ ਸਮਰਥਨ ਉਸ ਔਰਤ ਮਿਸਿਸ ਡਗਲਸ ਨੇ ਵੀ ਕੀਤਾ ਸੀ। ਇਹਦਾ ਮਤਲਬ ਹੈ ਕਿ ਉਹ ਵੀ ਝੂਠ ਬੋਲ ਰਹੀ ਹੈ। ਹੁਣ ਜੇ ਦੋਵੇਂ ਹੀ ਝੂਠ ਬੋਲ ਰਹੇ ਨੇ, ਜ਼ਾਹਰ ਹੈ ਕਿ ਦੋਵੇਂ ਸਾਜ਼ਿਸ਼ ਵਿੱਚ ਸ਼ਾਮਲ ਨੇ। ਹੁਣ ਸਾਡੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੋਇਆ ਕਿ ਆਖਰ ਉਹ ਝੂਠ ਕਿਉਂ ਬੋਲ ਰਹੇ ਨੇ। ਉਹ ਕਿਹੜੀ ਸੱਚਾਈ ਹੈ ਜਿਹਨੂੰ ਲੁਕਾਉਣ ਦੀ ਉਹ ਇੰਨੀ ਜ਼ਬਰਦਸਤ ਕੋਸ਼ਿਸ਼ ਕਰ ਰਹੇ ਨੇ। ਸਾਨੂੰ ਯਾਨੀ ਮੈਨੂੰ ਤੇ ਤੁਹਾਨੂੰ ਇਹਨਾਂ ਸਵਾਲਾਂ ਦੇ ਜਵਾਬ ਲੱਭਣੇ ਪੈਣਗੇ ਵਾਟਸਨ, ਤਾਂ ਕਿ ਇਸ ਝੂਠ ਪਿੱਛੇ ਲੁਕੇ ਸੱਚ ਨੂੰ ਉਜਾਗਰ ਕਰ ਸਕੀਏ। ਥੋੜ੍ਹਾ ਰੁਕ ਕੇ ਉਹਨੇ ਮੇਰੇ ਵੱਲ ਦੇਖਿਆ ਤੇ ਫਿਰ ਬੋਲਿਆ, ਤੁਸੀਂ ਸੋਚ ਰਹੇ ਹੋਗੇ ਕਿ ਮੈਨੂੰ ਇਹ ਕਿੰਝ ਪਤਾ ਲੱਗਾ ਕਿ ਉਹ ਝੂਠ ਬੋਲ ਰਹੇ ਨੇ। ਤਾਂ ਇਹਦਾ ਜਵਾਬ ਇਹ ਹੈ ਕਿ ਉਹਨਾਂ ਨੇ ਜਿਹੜਾ ਝੂਠ ਦਾ ਜਾਲ ਬੁਣਿਆ ਉਹ ਇੰਨਾ ਬੋਦਾ ਅਤੇ ਭੱਦਾ ਹੈ ਕਿ ਉਹ ਸੱਚ ਹੋ ਹੀ ਨਹੀਂ ਸਕਦਾ। ਜਿਹੜੀ ਕਹਾਣੀ ਸਾਨੂੰ ਦੱਸੀ ਗਈ ਉਹਦੇ ਮੁਤਾਬਕ ਹੱਤਿਆਰੇ ਨੇ ਹੱਤਿਆ ਕਰਨ ਪਿੱਛੋਂ 1 ਮਿੰਟ ਨਾਲੋਂ ਵੀ ਘੱਟ ਸਮੇਂ 'ਚ ਮਰਨ ਵਾਲੇ ਦੀ ਉਂਗਲ ਵਿੱਚੋਂ ਉਹ ਸ਼ਾਦੀ ਦੀ ਅੰਗੂਠੀ ਲਾਹ ਲਈ, ਜਿਹੜੀ ਇੱਕ ਹੋਰ ਅੰਗੂਠੀ ਦੇ ਹੇਠਾਂ ਪਾਈ ਸੀ। ਇਹੋ ਨਹੀਂ, ਉਹਨੇ ਉਸ ਉੱਪਰ ਵਾਲੀ ਅੰਗੂਠੀ ਨੂੰ ਦੁਬਾਰਾ ਪਾ ਵੀ ਦਿੱਤਾ ਅਤੇ ਫਿਰ ਅਜੀਬੋ ਗਰੀਬ ਕਾਰਡ ਉੱਥੇ ਸੁੱਟ ਕੇ ਬਿਨਾਂ ਕਿਸੇ ਨੂੰ ਨਜ਼ਰ ਆਇਆ ਉੱਥੋਂ ਭੱਜ ਜਾਣ 'ਚ ਕਾਮਯਾਬ ਹੋ ਗਿਆ। ਮੈਂ ਕਹਿੰਦਾ ਕਿ ਇੰਨੇ ਘੱਟ ਸਮੇਂ 'ਚ ਸਭ ਕੁਝ ਕਰ ਸਕਣਾ ਬਿਲਕੁਲ ਅਸੰਭਵ ਹੈ। ਇਸ ਵਾਰੀ ਉਹ ਆਪਣਾ ਬੁਝਿਆ ਹੋਇਆ ਪਾਈਪ ਸੁਲਗਾਉਣ ਲਈ ਰੁਕਿਆ ਅਤੇ ਉਸ ਪਿੱਛੋਂ ਅੱਗੇ ਕਹਿਣਾ ਸ਼ੁਰੂ ਕੀਤਾ, ਤੁਸੀਂ ਇਹ ਦਲੀਲ ਦੇ ਸਕਦੇ ਹੋ ਵਾਟਸਨ ਕਿ ਸ਼ਾਇਦ ਉਹ ਅੰਗੂਠੀ ਹੱਤਿਆ ਕਰਨ ਤੋਂ ਪਹਿਲਾਂ ਹੀ ਲੈ ਲਈ ਗਈ ਹੋਵੇ, ਪਰ ਅਸੀਂ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਮੋਮਬੱਤੀ ਬੜੇ ਥੋੜ੍ਹੇ ਸਮੇਂ ਤੱਕ ਹੀ ਬਲਦੀ ਰਹੀ ਸੀ। ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੋਵਾਂ ਦਾ ਆਮਣਾ ਸਾਹਮਣਾ ਬਹੁਤਾ ਲੰਮਾ ਨਹੀਂ ਚੱਲਿਆ ਹੋਏਗਾ। ਹੁਣ ਜਦ ਕਿ ਡਗਲਸ ਦੇ ਬਾਰੇ ਅਸੀਂ ਇਹ ਸੁਣਿਆ ਹੈ ਕਿ ਉਹ ਇੱਕ ਨਿਡਰ ਅਤੇ ਦਲੇਰ ਸੁਭਾਅ ਦਾ ਆਦਮੀ ਸੀ, ਤਾਂ ਕਿ ਅਜਿਹਾ ਆਦਮੀ ਕਿਸੇ ਆਦਮੀ ਦੇ ਮੰਗਦਿਆਂ ਹੀ ਚੁੱਪਚਾਪ ਆਪਣੀ ਅੰਗੂਠੀ ਲਾ ਕੇ ਉਹਦੇ ਹਵਾਲੇ ਕਰ ਦੇਗਾ। ਨਹੀਂ ਵਾਟਸਨ, ਮੈਂ ਇਸ ਗੱਲ ਨੂੰ ਹਰਗਿਜ਼ ਨਹੀਂ ਮੰਨ ਸਕਦਾ। ਮੈਨੂੰ ਯਕੀਨ ਹੈ ਕਿ ਹੱਤਿਆਰਾ ਕੁਝ ਸਮੇਂ ਤੱਕ ਡਗਲਸ ਦੇ ਨਾਲ ਇਕੱਲਾ ਰਿਹਾ ਸੀ ਅਤੇ ਉਸ ਸਮੇਂ ਲੈਂਪ ਬਲਿਆ ਹੋਇਆ ਸੀ। ਇਸ ਵਾਰੀ ਉਹ ਬਿਨਾਂ ਰੁਕੇ ਕਹਿੰਦਾ ਗਿਆ, ਪਰ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਮੌਤ ਸ਼ਾਟਗਨ ਨਾਲ ਚਲਾਈ ਗਈ ਗੋਲੀ ਕਰਕੇ ਹੀ ਹੋਈ ਸੀ, ਜਿਹਦਾ ਕਿ ਧਮਾਕਾ ਸੁਣਿਆ ਗਿਆ ਸੀ। ਪਰ ਹਾਲਾਤ ਨੂੰ ਦੇਖਦਿਆਂ ਹੋਇਆਂ ਇਹ ਕਿਹਾ ਜਾ ਸਕਦਾ ਹੈ ਕਿ ਉਹ ਧਮਾਕਾ ਉਸ ਵਕਤ ਤੋਂ ਬੜਾ ਪਹਿਲਾਂ ਹੋਇਆ ਸੀ ਜਿਹੜਾ ਸਾਨੂੰ ਦੱਸਿਆ ਗਿਆ। ਸਿਰਫ 2 ਜਣੇ ਅਜਿਹੇ ਨੇ ਜਿਨ੍ਹਾਂ ਨੇ ਉਸ ਧਮਾਕੇ ਨੂੰ ਸੁਣਨ ਦੀ ਗੱਲ ਕੀਤੀ ਹੈ, ਯਾਨੀ ਉਹ ਬਾਰਕਰ ਅਤੇ ਮਿਸਿਸ ਡਗਲਸ। ਉਹ ਦੋਵੇਂ ਹੀ ਇਸ ਸਾਜ਼ਿਸ਼ 'ਚ ਕਿਤੇ ਕਾਫੀ ਡੂੰਘਾਈ ਤੱਕ ਸ਼ਾਮਲ ਨੇ। ਇਸ ਤੋਂ ਪਹਿਲਾਂ ਮੈਂ ਇਹ ਸਾਬਤ ਕਰ ਚੁੱਕਾ ਕਿ ਖਿੜਕੀ ਦੀ ਚੁਗਾਠ ਉੱਪਰ ਉਹ ਖੂਨ ਦਾ ਦਾਗ ਬਾਰਕਰ ਦੁਆਰਾ ਹੀ ਜਾਣ-ਬੁੱਝ ਕੇ ਲਾਇਆ ਗਿਆ ਸੀ, ਤਾਂ ਕਿ ਗਲਤ ਸਬੂਤਾਂ ਦੁਆਰਾ ਪੁਲਿਸ ਨੂੰ ਭਰਮ 'ਚ ਪਾਇਆ ਜਾ ਸਕੇ। ਹੁਣ ਸਾਡੇ ਸਾਹਮਣੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਹੱਤਿਆ ਦੇ ਸਹੀ ਸਮੇਂ ਦਾ ਪਤਾ ਕਿੰਝ ਲਾਇਆ ਜਾਏ। ਸਾਡੀ ਜਾਣਕਾਰੀ ਦੇ ਮੁਤਾਬਕ ਰਾਤ ਦੀ 10:30 ਵਜੇ ਤੱਕ ਨੌਕਰ ਚਾਕਰ ਘਰ 'ਚ ਇੱਧਰ ਉੱਧਰ ਘੁੰਮਦੇ ਰਹੇ ਸਨ, ਇਸ ਲਈ ਜ਼ਾਹਰ ਹੈ ਕਿ ਹੱਤਿਆ ਤੋਂ ਪਹਿਲਾਂ ਨਹੀਂ ਸੀ ਹੋਣੀ। 11:45 ਵਜੇ ਤੱਕ ਸਾਰੇ ਆਪੋ ਆਪਣੇ ਕਮਰਿਆਂ 'ਚ ਜਾ ਚੁੱਕੇ ਸਨ, ਸਿਵਾਏ ਏਮਸ ਦੇ, ਜਿਹੜਾ ਉਸ ਸਮੇਂ ਭੰਡਾਰ ਘਰ 'ਚ ਸੀ। ਤੁਹਾਡੇ ਉੱਥੋਂ ਜਾਣ ਪਿੱਛੋਂ ਮੈਂ ਮੈਕਡੋਨਾਲਡ ਨਾਲ ਰਲ ਕੇ ਇੱਕ ਪ੍ਰਯੋਗ ਕੀਤਾ ਸੀ ਅਤੇ ਦੇਖਿਆ ਸੀ ਕਿ ਸਟੱਡੀ ਰੂਮ 'ਚ ਉਹਨੇ ਜਿਹੜੀ ਵੀ ਉੱਚੀ ਤੋਂ ਉੱਚੀ ਆਵਾਜ਼ ਕੀਤੀ ਸੀ ਉਹ ਭੰਡਾਰ ਘਰ ਦੇ ਬੰਦ ਦਰਵਾਜ਼ਿਆਂ ਪਿੱਛੇ ਮੇਰੇ ਤੱਕ ਨਹੀਂ ਸੀ ਪਹੁੰਚੀ। ਪਰ ਹਾਊਸਕੀਪਰ ਮਿਸਿਸ ਐਲੇਨ ਦੇ ਕਮਰੇ ਦਾ ਮਾਮਲਾ ਬਿਲਕੁਲ ਦੂਜਾ ਹੈ। ਭੰਡਾਰ ਘਰ ਵਾਂਗ ਇੰਨੀ ਦੂਰ ਵਰਾਂਡੇ ਦੇ ਆਖਰੀ ਕੋਨੇ 'ਚ ਨਹੀਂ ਹੈ। ਉੱਥੇ ਮੈਂ ਉਹਨਾਂ ਆਵਾਜ਼ਾਂ ਨੂੰ ਥੋੜ੍ਹਾ ਬਹੁਤ ਸੁਣਿਆ ਜਿਹੜੀਆਂ ਕਾਫੀ ਜ਼ੋਰਦਾਰ ਢੰਗ ਨਾਲ ਕੀਤੀਆਂ ਗਈਆਂ ਸਨ। ਇਸ ਲਈ ਕਿਹਾ ਜਾ ਸਕਦਾ ਹੈ ਕਿ ਸ਼ਾਟਗਨ ਦੇ ਧਮਾਕੇ ਦੀ ਆਵਾਜ਼ ਮਿਸਿਸ ਐਲੇਨ ਦੇ ਕਮਰੇ ਤੱਕ ਜ਼ਰੂਰ ਪਹੁੰਚੀ ਹੋਏਗੀ। ਪਰ ਉਹ ਵਿਚਾਰੀ ਜ਼ਰਾ ਬੋਲੀ ਏ। ਫਿਰ ਵੀ ਉਹਨੇ ਇਹ ਗੱਲ ਸਾਨੂੰ ਆਪਣੇ ਬਿਆਨ 'ਚ ਦੱਸੀ ਸੀ ਕਿ ਤੇਜ਼ੀ ਨਾਲ ਘੰਟੀ ਵਜਾਏ ਜਾਣ ਦੀ ਆਵਾਜ਼ ਤੋਂ ਲਗਭਗ ਅੱਧਾ ਘੰਟਾ ਪਹਿਲਾਂ ਉਹਨੇ ਇੱਕ ਆਵਾਜ਼ ਸੁਣੀ ਸੀ ਕਿ ਜਿਵੇਂ ਕਿਸੇ ਨੇ ਫੜਾਕ ਕਰਕੇ ਕੋਈ ਦਰਵਾਜ਼ਾ ਬੰਦ ਕੀਤਾ ਹੋਵੇ। ਹੁਣ ਨੌਕਰਾਂ ਨੂੰ ਸਾਵਧਾਨ ਕਰਨ
ਦੇ ਮਨਸ਼ੇ ਨਾਲ ਘੰਟੀ ਨੂੰ ਤੇਜ਼ੀ ਨਾਲ 11:15 ਵਜੇ ਦੇ ਕਰੀਬ ਵਜਾਇਆ ਗਿਆ ਸੀ। ਉਸ ਤੋਂ ਅੱਧਾ ਘੰਟਾ ਪਹਿਲਾਂ ਤਾਂ ਮਤਲਬ ਹੋਇਆ ਕਿ ਉਹ ਫੜਾਕ ਕਰਕੇ ਦਰਵਾਜ਼ਾ ਬੰਦ ਕੀਤੇ ਜਾਣ ਦੀ ਆਵਾਜ਼ ਮਿਸਿਜ਼ ਅਲੇਨ ਨੇ 11:15 ਦੇ ਆਸੇ-ਪਾਸੇ ਸੁਣੀ ਹੋਏਗੀ। ਮੈਨੂੰ ਇਸ ਬਾਰੇ ਕੋਈ ਸ਼ੱਕ ਨਹੀਂ ਕਿ ਉਹ ਸ਼ਾਟਗਨ ਦੇ ਧਮਾਕੇ ਦੀ ਆਵਾਜ਼ ਹੀ ਸੀ ਅਤੇ ਉਸ ਸਮੇਂ ਅਸਲ 'ਚ ਹੱਤਿਆ ਕੀਤੀ ਗਈ ਸੀ। ਇਸ ਤੱਥ ਦੀ ਰੌਸ਼ਨੀ 'ਚ ਜੇ ਅਸੀਂ ਇਸ ਗੱਲ ਨੂੰ ਮੰਨ ਕੇ ਚੱਲਦੇ ਹਾਂ ਕਿ ਉਹ ਦੋਵੇਂ ਅਸਲ 'ਚ ਹਥਿਆਰੇ ਨਹੀਂ ਸਨ, ਤਾਂ ਸਾਡੇ ਸਾਹਮਣੇ ਇਹ ਸਵਾਲ ਆਣ ਖੜਾ ਹੁੰਦਾ ਹੈ ਕਿ ਬਾਰਕਰ ਅਤੇ ਮਿਸਿਜ਼ ਡਗਲਸ 11:15 ਵਜੇ ਤੋਂ ਲੈ ਕੇ 11:15 ਵਜੇ ਤੱਕ ਕੀ ਕਰਦੇ ਰਹੇ ਸਨ, ਕਿਉਂਕਿ ਉਹਨਾਂ ਨੇ 11:15 ਵਜੇ ਦੇ ਕਰੀਬ ਘੰਟੀ ਵਜਾ ਕੇ ਨੌਕਰਾਂ ਨੂੰ ਬੁਲਾਇਆ ਸੀ। ਇੱਕ ਅਜਿਹਾ ਸਵਾਲ ਹੈ ਜਿਹਦਾ ਜਵਾਬ ਜੇ ਸਾਨੂੰ ਮਿਲ ਜਾਏ ਤਾਂ ਅਸੀਂ ਇਸ ਰਹੱਸ ਨੂੰ ਸੁਲਝਾ ਸਕਦੇ ਹਾਂ। ਮੈਨੂੰ ਖੁਦ ਹੁਣ ਤੱਕ ਇਸ ਗੱਲ ਦਾ ਪੱਕਾ ਯਕੀਨ ਹੋ ਚੁੱਕਾ ਹੈ ਕਿ ਉਹਨਾਂ ਦੋਵਾਂ ਵਿਚਕਾਰ ਆਪਸ 'ਚ ਕੋਈ ਨਾ ਕੋਈ ਮਿਲੀ ਭਗਤ ਤਾਂ ਲਾਜ਼ਮੀ ਰੂਪ 'ਚ ਉਹਨੂੰ ਪੱਕੇ ਤੌਰ 'ਤੇ ਇੱਕ ਪੱਥਰ ਦਿਲ ਔਰਤ ਹੀ ਕਿਹਾ ਜਾਏਗਾ, ਜਿਹੜੀ ਆਪਣੇ ਪਤੀ ਦੀ ਹੱਤਿਆ ਤੋਂ ਕੁਝ ਘੰਟੇ ਬਾਅਦ ਹੀ ਕਿਸੇ ਗੈਰ ਮਰਦ ਦੀਆਂ ਗੱਲਾਂ 'ਤੇ ਖਿੜਖੜਾ ਕਰਕੇ ਹੱਸ ਰਹੀ ਹੈ। ਮੈਂ ਆਪਣੇ ਵਿਚਾਰ ਦਰਸਾਏ। ਬਿਲਕੁਲ ਠੀਕ ਕਿਹਾ ਤੁਸੀਂ ਵਾਟਸਨ, ਉਹ ਬੋਲਿਆ। ਕੋਈ ਵੀ ਔਰਤ ਜਿਹਦੇ ਦਿਲ 'ਚ ਆਪਣੇ ਪਤੀ ਦੇ ਲਈ ਥੋੜ੍ਹਾ ਬਹੁਤ ਵੀ ਪਿਆਰ ਹੋਏਗਾ, ਉਹ ਆਪਣੇ ਪਤੀ ਦੀ ਹੱਤਿਆ ਦੇ ਮਾਮਲੇ 'ਚ ਕਿਸੇ ਵੀ ਆਦਮੀ ਦੀਆਂ ਗੱਲਾਂ ਨੂੰ ਯਕਦਮ ਸੱਚ ਨਹੀਂ ਮੰਨ ਸਕਦੀ। ਇਹ ਸਭ ਕੁਝ ਇੱਕ ਬੜੇ ਘਟੀਆ ਢੰਗ ਨਾਲ ਕੀਤਾ ਗਿਆ ਨਾਟਕ ਸੀ, ਕਿਉਂਕਿ ਕੋਈ ਬੇਵਕੂਫ ਤੋਂ ਬੇਵਕੂਫ ਜਾਸੂਸ ਵੀ ਉਸ ਔਰਤ ਦੇ ਸੁਭਾਵਕ ਸੋ ਪ੍ਰਦਰਸ਼ਨ ਦੀ ਕਮੀ ਨੂੰ ਮਹਿਸੂਸ ਕਰ ਸਕਦਾ ਸੀ। ਹੋਰ ਕੁਝ ਨਹੀਂ ਤਾਂ ਇੱਕੋ ਇੱਕ ਇਹੀ ਗੱਲ ਮੇਰੇ ਦਿਮਾਗ ਨੂੰ ਸੋਚਣ ਲਈ ਮਜਬੂਰ ਕਰ ਰਹੀ ਹੈ ਕਿ ਸਭ ਕੁਝ ਪਹਿਲਾਂ ਤੋਂ ਸੋਚੀ ਸਮਝੀ ਸਾਜ਼ਿਸ਼ ਹੈ। ਇਹਦਾ ਮਤਲਬ ਹੈ ਤੁਹਾਡੀ ਨਜ਼ਰ ਵਿੱਚ ਬਾਰਕਰ ਅਤੇ ਮਿਸਿਜ਼ ਡਗਲਸ ਹੱਤਿਆ ਦੇ ਦੋਸ਼ੀ ਨੇ? ਤੁਹਾਡਾ ਸਵਾਲ ਥੋੜ੍ਹਾ ਗਲਤ ਹੈ ਵਾਟਸਨ, ਹੋਮਸ ਨੇ ਆਪਣਾ ਪਾਈਪ ਮੇਰੇ ਵੱਲ ਹਿਲਾਉਂਦਿਆਂ ਕਿਹਾ। ਤੁਸੀਂ ਜੇ ਇਹ ਪੁੱਛਿਆ ਹੁੰਦਾ ਕਿ ਬਾਰਕਰ ਅਤੇ ਮਿਸਿਜ਼ ਡਗਲਸ ਇਸ ਹੱਤਿਆ ਦੀ ਸੱਚਾਈ ਤੋਂ ਵਾਕਫ ਨੇ ਅਤੇ ਉਹਨਾਂ ਨੇ ਸੱਚਾਈ ਨੂੰ ਲੁਕਾਉਣ ਲਈ ਸਾਜ਼ਿਸ਼ ਰਚੀ ਹੈ, ਤਾਂ ਇਹਦਾ ਮੈਂ ਸਿੱਧਾ ਅਤੇ ਸੱਚਾ ਜਵਾਬ ਇਹ ਦਿੰਦਾ ਕਿ ਹਾਂ, ਉਹ ਵਾਕਫ ਨੇ। ਪਰ ਤੁਸੀਂ ਜੋ ਉਹਨਾਂ ਨੂੰ ਸਿੱਧਾ ਹੱਤਿਆ ਦੇ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਸਮੇਂ 'ਚ ਕੁਝ ਅਜਿਹੀਆਂ ਔਕੜਾਂ ਨੇ, ਇਹਨਾਂ ਉੱਪਰ ਸਾਨੂੰ ਵਿਚਾਰ ਕਰਨਾ ਪਏਗਾ। ਉਹਦੇ ਲਈ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਮੰਨਣਾ ਪਏਗਾ ਕਿ ਉਹ ਕਿਸੇ ਨਜਾਇਜ਼ ਪ੍ਰੇਮ ਸੰਬੰਧ ਕਾਰਨ ਇੱਕ ਦੂਜੇ ਨਾਲ ਮਿਲੇ ਹੋਏ ਸਨ ਅਤੇ ਉਹਨਾਂ ਉਸ ਆਦਮੀ ਤੋਂ ਖਹਿੜਾ ਛੁਡਾਉਣ ਦਾ ਫੈਸਲਾ ਕਰ ਲਿਆ ਜਿਹੜਾ ਉਹਨਾਂ ਵਿਚਕਾਰ ਕੰਧ ਬਣ ਕੇ ਖੜ੍ਹਾ ਸੀ। ਪਰ ਇਹ ਇੱਕ ਬੇਬੁਨਿਆਦ ਜਿਹੀ ਕਲਪਨਾ ਹੀ ਹੈ, ਕਿਉਂਕਿ ਨੌਕਰਾਂ ਤੋਂ ਕੀਤੀ ਗਈ ਪੁੱਛਗਿੱਛ ਵਿੱਚ ਕਿਧਰੇ ਵੀ ਇਸ ਗੱਲ ਦਾ ਸੰਕੇਤ ਨਹੀਂ ਮਿਲਿਆ। ਇਹਦੇ ਉਲਟ ਇਸ ਗੱਲ ਦੇ ਸਬੂਤ ਮਿਲੇ ਕਿ ਡਗਲਸ ਪਤੀ ਪਤਨੀ ਇੱਕ ਦੂਜੇ ਨੂੰ ਬੇਹੱਦ ਪ੍ਰੇਮ ਕਰਦੇ ਸਨ। ਮੈਨੂੰ ਪਤਾ ਹੈ ਕਿ ਇਹ ਗੱਲ ਸੱਚ ਨਹੀਂ ਹੋ ਸਕਦੀ, ਮੈਂ ਕਿਹਾ। ਉਸ ਸਮੇਂ ਮੇਰੇ ਦਿਮਾਗ 'ਚ ਬਗੀਚੇ 'ਚ ਹੱਸਦਾ ਉਹ ਖੂਬਸੂਰਤ ਚਿਹਰਾ ਘੁੰਮ ਰਿਹਾ ਸੀ। ਚਲੋ ਖੈਰ, ਨੌਕਰਾਂ ਨਾਲ ਕੀਤੀ ਗਈ ਗੱਲਬਾਤ ਦਾ ਨਤੀਜਾ ਤਾਂ ਇਹ ਨਿਕਲਦਾ ਹੈ, ਜੇ ਅਸੀਂ ਇਹ ਮੰਨ ਵੀ ਲਈਏ ਕਿ ਉਹ ਇੱਕ ਬੜੀ ਚਲਾਕ ਅਤੇ ਹੁਸ਼ਿਆਰ ਜੋੜੀ ਹੈ ਜਿਹੜੀ ਸਾਰਿਆਂ ਨੂੰ ਧੋਖਾ ਦੇਣ 'ਚ ਸਫਲ ਹੈ ਅਤੇ ਉਹਨਾਂ ਹੀ ਪਤੀ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ, ਤਾਂ ਵੀ ਇਹ ਤਾਂ ਮੰਨਣਾ ਹੀ ਪਏਗਾ ਕਿ ਉਹ ਇੱਕ ਅਜਿਹਾ ਆਦਮੀ ਸੀ ਜਿਹਦੇ ਸਿਰ 'ਤੇ ਖਤਰਾ ਮੰਡਰਾ ਰਿਹਾ ਸੀ। ਪਰ ਇਹ ਗੱਲ ਤਾਂ ਸਿਰਫ ਉਹ ਦੋਵੇਂ ਹੀ ਕਹਿ ਰਹੇ ਨੇ। ਹੋਮਸ ਨੇ ਵਿਚਾਰਾਂ 'ਚ ਡੁੱਬੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਿਆ ਅਤੇ ਬੋਲਿਆ, ਮੈਨੂੰ ਲੱਗਦਾ ਹੈ ਵਾਟਸਨ ਕਿ ਤੁਸੀਂ ਉਹਨਾਂ ਦੋਵਾਂ ਬਾਰੇ ਕਿਸੇ ਮੰਦੇ ਪ੍ਰਭਾਵ ਤੋਂ ਪ੍ਰਭਾਵਿਤ ਹੋ ਕੇ ਸੋਚ ਰਹੇ ਹੋ। ਤੁਸੀਂ ਸਮਝਦੇ ਹੋ ਕਿ ਸ਼ੁਰੂ ਤੋਂ ਹੀ ਝੂਠ ਬੋਲਦੇ ਰਹੇ ਨੇ। ਜੇ ਤੁਹਾਡੀ ਇਸ ਥਿਊਰੀ ਦੇ ਮੁਤਾਬਕ ਸੋਚਿਆ ਜਾਏ ਤਾਂ ਮੰਨਣਾ ਪਏਗਾ ਕਿ ਨਾ ਕਿਤੇ ਦਹਿਸ਼ਤ ਦੀ ਘਾਟੀ ਦਾ ਕੋਈ ਵਜੂਦ ਹੈ ਅਤੇ ਨਾ ਹੀ ਮੈਕਵੈਕ, ਪਤਾ ਨਹੀਂ ਕੀ ਨਾਂ ਹੈ ਉਹਦਾ, ਉਸ ਆਦਮੀ ਦਾ, ਕਿ ਉਹਦੀ ਕਿਧਰੇ ਕੋਈ ਹੋਂਦ ਹੈ। ਜੇ ਅਸੀਂ ਤੁਹਾਡੀ ਇਸ ਥਿਊਰੀ ਨੂੰ ਮੰਨ ਵੀ ਲਈਏ ਤਾਂ ਸਾਨੂੰ ਇਹ ਵੀ ਮੰਨਣਾ ਪਏਗਾ ਕਿ ਉਹਨਾਂ ਨੇ ਉਸ ਸਾਈਕਲ ਵਾਲੀ ਕਹਾਣੀ ਨੂੰ ਵੀ ਘੜਿਆ, ਜਿਸ ਤੋਂ ਇਹ ਸਾਬਤ ਕੀਤਾ ਜਾ ਸਕੇ ਕਿ ਕੋਈ ਆਦਮੀ ਵਾਕਈ ਬਾਹਰੋਂ ਆਇਆ ਸੀ। ਚੁਗਾਠ ਦਾ ਉਹ ਨਿਸ਼ਾਨ ਅਤੇ ਲਾਸ਼ ਕੋਲ ਪਿਆ ਉਹ ਕਾਰਡ ਵੀ ਤੁਹਾਡੀ ਇਸ ਥਿਊਰੀ ਦਾ ਸਮਰਥਨ ਕਰਦੇ ਨੇ। ਪਰ ਜਿਹੜੀ ਗੱਲ ਸਭ ਤੋਂ ਮਹੱਤਵਪੂਰਨ ਹੈ ਉਹ ਤੁਹਾਡੀ ਇਸ ਥਿਊਰੀ ਨਾਲ ਬਿਲਕੁਲ ਫਿੱਟ ਨਹੀਂ ਬੈਠਦੀ, ਅਤੇ ਉਹ ਹੈ ਉਹ ਅਮਰੀਕਨ ਸ਼ਾਟਗਨ ਜਿਹਦੀਆਂ ਨਾ ਸਿਰਫ ਨਾਲਾਂ ਕੱਟੀਆਂ ਹੋਈਆਂ ਨੇ, ਬਲਕਿ ਉਹ ਇੱਕ ਅਮਰੀਕਨ ਕੰਪਨੀ ਦੀ ਬਣੀ ਹੋਈ ਵੀ ਹੈ। ਇਹਦੇ ਇਲਾਵਾ ਉਹਨਾਂ ਲੋਕਾਂ ਨੂੰ ਇਸ ਗੱਲ ਦਾ ਭਰੋਸਾ ਕਿੰਝ ਹੋ ਸਕਦਾ ਸੀ ਕਿ ਉਹਦੇ
ਧਮਾਕੇ ਨੂੰ ਸੁਣ ਕੇ ਕੋਈ ਉਤਸੁਕਤਾ ਵਸ ਉੱਥੇ ਨਹੀਂ ਆਏਗਾ। ਇਹ ਤਾਂ ਇਤਫਾਕ ਦੀ ਗੱਲ ਸੀ ਕਿ ਮਿਸਿਸ ਆਲੇਨ ਉਸ ਧਮਾਕੇ ਨੂੰ ਦਰਵਾਜ਼ਾ ਬੰਦ ਹੋਣ ਦੀ ਆਵਾਜ਼ ਸਮਝਣ ਕਰਕੇ ਬਾਹਰ ਨਹੀਂ ਨਿਕਲੀ, ਵਰਨਾ ਤੁਹਾਡੇ ਉਸ ਅਪਰਾਧੀ ਜੋੜੇ ਦੀ ਖੇਡ ਤਾਂ ਸ਼ਾਇਦ ਉੱਥੇ ਹੀ ਖਤਮ ਹੋ ਜਾਂਦੀ। ਮੈਂ ਮੰਨਦਾ ਕਿ ਮੈਂ ਇਹਨਾਂ ਗੱਲਾਂ ਦਾ ਕੋਈ ਕਾਰਨ ਬਿਆਨ ਨਹੀਂ ਕਰ ਸਕਦਾ। ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜੇ ਕੋਈ ਪਤਨੀ ਅਤੇ ਉਹਦਾ ਪ੍ਰੇਮੀ ਪਤੀ ਦੀ ਹੱਤਿਆ ਦੀ ਸਾਜ਼ਿਸ਼ ਕਰਨਗੇ ਤਾਂ ਕੀ ਉਹ ਉਹਦੀ ਮੌਤ ਪਿੱਛੋਂ ਉਹਦੀ ਉਂਗਲ ਵਿੱਚੋਂ ਸ਼ਾਦੀ ਦੀ ਅੰਗੂਠੀ ਲਾਹ ਕੇ ਆਪਣੇ ਅਪਰਾਧ ਦਾ ਢੰਡੋਰਾ ਪਿੱਟਣ ਦੀ ਬੇਵਕੂਫੀ ਵੀ ਕਰਨਗੇ? ਕੀ ਇਹ ਗੱਲ ਤੁਹਾਨੂੰ ਤਰਕਸੰਗਤ ਲੱਗਦੀ ਹੈ ਵਾਟਸਨ? ਨਹੀਂ, ਤਰਕਸੰਗਤ ਤਾਂ ਨਹੀਂ ਲੱਗਦੀ। ਅਤੇ ਫਿਰ ਉਸ ਸਾਈਕਲ ਬਾਰੇ ਤਾਂ ਕੋਈ ਬੇਵਕੂਫ ਤੋਂ ਬੇਵਕੂਫ ਵੀ ਇਹ ਕਹਿ ਸਕਦਾ ਹੈ ਕਿ ਉਹ ਭੁਲੇਖਾ ਪਾਉਣ ਲਈ ਉੱਥੇ ਲੁਕਾਈ ਗਈ, ਕਿਉਂਕਿ ਸਾਈਕਲ ਇੱਕ ਅਜਿਹੀ ਚੀਜ਼ ਹੈ ਜਿਹੜੀ ਉਸ ਹਥਿਆਰੇ ਲਈ ਉੱਥੋਂ ਭੱਜਣ ਵਿੱਚ ਸਭ ਤੋਂ ਵੱਧ ਸਹਾਇਕ ਸਿੱਧ ਹੁੰਦੀ। ਉਹ ਭਲਾ ਉਹਨੂੰ ਛੱਡ ਕੇ ਉੱਥੋਂ ਕਿਉਂ ਭੱਜਦਾ? ਕਹਿ ਤਾਂ ਤੁਸੀਂ ਠੀਕ ਰਹੇ ਹੋ, ਪਰ ਇਹ ਗੱਲ ਵੀ ਆਪਣੀ ਥਾਂ ਇੱਕ ਅਟੱਲ ਸੱਚਾਈ ਹੈ ਕਿ ਇਸ ਦੁਨੀਆ 'ਚ ਅਜਿਹਾ ਕੁਝ ਵੀ ਨਹੀਂ ਹੋ ਸਕਦਾ ਜਿਸ ਲਈ ਆਦਮੀ ਦੀ ਅਕਲ ਕੋਈ ਸਫਾਈ ਪੇਸ਼ ਨਾ ਕਰ ਸਕੇ। ਇਸ ਲਈ ਸਿਰਫ ਦਿਮਾਗੀ ਕਸਰਤ ਦੇ ਲਈ ਬਿਨਾਂ ਇਸ ਗੱਲ ਉੱਤੇ ਜ਼ੋਰ ਦਿੱਤੇ ਕਿ ਉਹ ਵਾਕਈ ਸੱਚ ਹੈ, ਮੈਂ ਤੁਹਾਡੇ ਸਾਹਮਣੇ ਆਪਣੀ ਸੋਚ ਦਾ ਇੱਕ ਨਕਸ਼ਾ ਪੇਸ਼ ਕਰਦਾ। ਇਹ ਮੈਂ ਤੁਹਾਨੂੰ ਪਹਿਲਾਂ ਦੱਸ ਦੇਣਾ ਚਾਹੁੰਦਾ ਕਿ ਇਹ ਸਿਰਫ ਮੇਰੀ ਕਲਪਨਾ ਹੀ ਹੈ, ਪਰ ਕਈ ਵਾਰੀ ਕਲਪਨਾ ਦੀ ਕੁੱਖ ਵਿੱਚੋਂ ਵੀ ਸੱਚ ਦਾ ਜਨਮ ਹੋ ਜਾਂਦਾ ਹੈ। ਅਸੀਂ ਇਹ ਮੰਨ ਲੈਂਦੇ ਹਾਂ ਕਿ ਇਸ ਆਦਮੀ ਡਗਲਸ ਦੀ ਜ਼ਿੰਦਗੀ 'ਚ ਵਾਕਈ ਕੋਈ ਅਜਿਹਾ ਅਪਰਾਧਪੂਰਨ ਅਤੇ ਸ਼ਰਮਨਾਕ ਰਹੱਸ ਸੀ ਜਿਹਦਾ ਅੰਤ ਇਸ ਹੱਤਿਆ ਦੇ ਰੂਪ 'ਚ ਹੋਇਆ। ਅਸੀਂ ਇਹ ਵੀ ਮੰਨ ਲੈਂਦੇ ਹਾਂ ਕਿ ਇਹ ਹੱਤਿਆ ਬਦਲਾ ਲੈਣ ਲਈ ਕੀਤੀ ਗਈ। ਬਦਲਾ ਲੈਣ ਵਾਲਾ ਕੋਈ ਬਾਹਰਲਾ ਆਦਮੀ ਸੀ, ਕਿਸੇ ਵਿਸ਼ੇਸ਼ ਕਾਰਨ ਕਰਕੇ ਜਿਹਦਾ ਕਾਰਨ ਬਿਆਨ ਕਰਨ ਵਿੱਚ ਮੈਂ ਪੂਰੀ ਤਰ੍ਹਾਂ ਸਮਰੱਥ ਨਹੀਂ ਹਾਂ। ਉਹ ਆਪਣੇ ਨਾਲ ਮਰਨ ਵਾਲੇ ਦੀ ਵੈਡਿੰਗ ਰਿੰਗ ਵੀ ਕੱਢ ਕੇ ਲੈ ਗਿਆ, ਪਰ ਇਸ ਤੋਂ ਇਹ ਅੰਦਾਜ਼ਾ ਜ਼ਰੂਰ ਲਾਇਆ ਜਾ ਸਕਦਾ ਹੈ ਕਿ ਬਦਲੇ ਦੀ ਇਸ ਘਟਨਾ ਦਾ ਸੰਬੰਧ ਮਰਨ ਵਾਲੇ ਦੀ ਪਹਿਲੀ ਸ਼ਾਦੀ ਨਾਲ ਜ਼ਰੂਰ ਹੈ, ਅਤੇ ਇਸੇ ਕਰਕੇ ਉਹ ਅੰਗੂਠੀ ਲਾਈ ਗਈ। ਮੇਰੀ ਆਪਣੀ ਕਲਪਨਾ ਅਨੁਸਾਰ ਕਿ ਇਸ ਤੋਂ ਪਹਿਲਾਂ ਕਿ ਉਹ ਬਦਲਾ ਲੈਣ ਵਾਲਾ ਹਥਿਆਰਾ ਘਟਨਾ ਵਾਲੀ ਜਗ੍ਹਾ ਤੋਂ ਭੱਜ ਜਾਂਦਾ, ਬਾਰਕਰ ਅਤੇ ਮਰਨ ਵਾਲੇ ਦੀ ਪਤਨੀ ਉੱਥੇ ਪਹੁੰਚ ਗਏ। ਹਥਿਆਰੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਸਮਝਾ ਬੁਝਾ ਕੇ ਗੱਲ ਉਹਨਾਂ ਦੇ ਦਿਮਾਗ 'ਚ ਚੰਗੀ ਤਰ੍ਹਾਂ ਬਿਠਾ ਦਿੱਤੀ ਕਿ ਜੇ ਉਹਨਾਂ ਨੇ ਉਹਨੂੰ ਗ੍ਰਿਫਤਾਰ ਕਰਾਇਆ ਤਾਂ ਖਬਰ ਅਖਬਾਰਾਂ 'ਚ ਛਪੇਗੀ ਅਤੇ ਕੋਈ ਬੜਾ ਹੀ ਕੋਝਾ ਸਕੈਂਡਲ ਦੁਨੀਆ ਦੀਆਂ ਨਜ਼ਰਾਂ 'ਚ ਆ ਜਾਏਗਾ। ਉਹਨਾਂ ਨੂੰ ਉਹਦੀ ਗੱਲ ਸਹੀ ਲੱਗੀ ਅਤੇ ਉਹ ਦੋਵੇਂ ਉਹਦੇ ਵਿਚਾਰ ਨਾਲ ਸਹਿਮਤ ਹੋ ਗਏ। ਸੋ ਉਹਨਾਂ ਉਹਨੂੰ ਉੱਥੋਂ ਜਾਣ ਦਿੱਤਾ। ਇਸ ਕੰਮ ਲਈ ਉਹਨਾਂ ਪੁਲ ਹੇਠਾਂ ਕੀਤਾ ਅਤੇ ਫਿਰ ਚੁੱਕ ਦਿੱਤਾ। ਇੰਝ ਕਰਨਾ ਕੋਈ ਖਾਸ ਮੁਸ਼ਕਿਲ ਨਹੀਂ ਸੀ, ਕਿਉਂਕਿ ਪੁਲ ਦੀ ਚੰਗੀ ਦੇਖਭਾਲ ਕੀਤੇ ਜਾਣ ਕਰਕੇ ਉਹ ਚੁੱਕੇ ਜਾਂ ਹੇਠਾਂ ਕੀਤੇ ਜਾਣ ਸਮੇਂ ਕੋਈ ਆਵਾਜ਼ ਨਹੀਂ ਸੀ ਕਰਦਾ। ਚਲੋ ਖੈਰ, ਬਦਲਾ ਲੈਣ ਵਾਲਾ ਉੱਥੋਂ ਭੱਜ ਗਿਆ ਅਤੇ ਕਿਸੇ ਖਾਸ ਕਾਰਨ ਵਸ ਜਾਂ ਜਲਦਬਾਜ਼ੀ 'ਚ ਉਹਨੇ ਉੱਥੋਂ ਪੈਦਲ ਭੱਜਣਾ ਹੀ ਠੀਕ ਸਮਝਿਆ, ਇਸ ਲਈ ਆਪਣੀ ਸਾਈਕਲ ਉੱਥੇ ਛੱਡ ਗਿਆ ਜਿੱਥੇ ਉਹ ਬਾਅਦ 'ਚ ਪਈ ਮਿਲੀ। ਮੈਂ ਸਮਝਦਾ ਹਾਂ ਕਿ ਅਜੇ ਤੱਕ ਅਸੀਂ ਆਪਣਾ ਕਲਪਿਤ ਸਫ਼ਰ ਸੰਭਾਵਨਾਵਾਂ ਦੀ ਸਮਤਲ ਸੜਕ ਉੱਤੇ ਹੀ ਤੈਅ ਕਰ ਰਹੇ ਹਾਂ। ਕਿਉਂ ਠੀਕ ਕਿਹਾ ਨਾ ਮੈਂ? ਹਾਂ, ਇਸ 'ਚ ਕੋਈ ਸ਼ੱਕ ਨਹੀਂ ਕਿ ਅਜੇ ਤੱਕ ਤੁਸੀਂ ਜੋ ਕੁਝ ਦੱਸਿਆ ਹੈ ਉਹ ਸਭ ਸੰਭਵ ਦੇ ਤਰਕ ਸੰਗਤ ਲੱਗਦਾ ਹੈ। ਮੈਂ ਫਿਲਹਾਲ ਕਿਸੇ ਕਿਸਮ ਦੀ ਬਹਿਸ ਦੇ ਇਰਾਦੇ ਨੂੰ ਟਾਲਦਿਆਂ ਹੋਇਆਂ ਕਿਹਾ, ਸਾਨੂੰ ਇੱਕ ਗੱਲ ਤਾਂ ਹਮੇਸ਼ਾ ਯਾਦ ਰੱਖਣੀ ਪਏਗੀ ਵਾਟਸਨ, ਕਿ ਪਿਛਲੀ ਰਾਤ ਜੋ ਕੁਝ ਵੀ ਹੋਇਆ ਉਹ ਅਸਲ 'ਚ ਬੜਾ ਹੀ ਵਿਲੱਖਣ ਅਤੇ ਅਸਾਧਾਰਨ ਸੀ। ਚਲੋ ਖੈਰ, ਅਸੀਂ ਹੁਣ ਆਪਣੇ ਇਸ ਕਾਲਪਨਿਕ ਸਫ਼ਰ 'ਤੇ ਹੋਰ ਅੱਗੇ ਵਧਦੇ ਹਾਂ ਅਤੇ ਉਸ ਹਥਿਆਰੀ ਬਦਲਾ ਲੈਣ ਵਾਲੇ ਦੇ ਭੱਜਣ ਦੇ ਪਿੱਛੋਂ ਸੇਸਿਲ ਬਾਰਕਰ ਅਤੇ ਮਿਸਿਸ ਡਗਲਸ ਨੇ ਕੀ ਕੀਤਾ, ਇਸ ਉੱਤੇ ਵਿਚਾਰ ਕਰੋ। ਜ਼ਾਹਰ ਹੈ ਸਾਡੀ ਇਸ ਕਹਾਣੀ ਦੇ ਮੁਤਾਬਕ ਇਹ ਜੋੜਾ ਉਸ ਹੱਤਿਆ ਦੀ ਸਾਜ਼ਿਸ਼ 'ਚ ਸ਼ਾਮਲ ਨਹੀਂ ਸੀ। ਫਿਰ ਵੀ ਕਿਸੇ ਕਾਰਨ ਵਸ ਇਹਨਾਂ ਦੋਵਾਂ ਨੇ ਹਥਿਆਰਿਆਂ ਨੂੰ ਭੱਜ ਜਾਣ ਦਿੱਤਾ, ਪਰ ਹਥਿਆਰੇ ਦੇ ਭੱਜ ਜਾਣ ਤੋਂ ਬਾਅਦ ਇਹਨਾਂ ਦੋਵਾਂ ਨੂੰ ਮਹਿਸੂਸ ਹੋਇਆ ਕਿ ਉਹਨਾਂ ਨੇ ਆਪਣੇ ਆਪ ਨੂੰ ਬੜੀ ਵੱਡੀ ਮੁਸੀਬਤ 'ਚ ਫਸਾ ਲਿਆ ਅਤੇ ਉਹਨਾਂ ਲੋਕਾਂ ਲਈ ਇਹ ਸਾਬਤ ਕਰਨਾ ਬੜਾ ਮੁਸ਼ਕਿਲ ਹੋ ਜਾਏਗਾ ਕਿ ਇਹਨਾਂ ਦੋਵਾਂ 'ਚੋਂ ਕਿਸੇ ਨੇ ਹੱਤਿਆ ਨਹੀਂ ਕੀਤੀ ਅਤੇ ਨਾ ਹੀ ਉਹਨਾਂ ਕੋਈ ਅਜਿਹੀ ਸਾਜ਼ਿਸ਼ ਰਚੀ ਸੀ। ਲਿਹਾਜ਼ਾ ਉਹਨਾਂ ਬੜੀ ਤੇਜ਼ੀ ਨਾਲ ਪਰ ਮੂੜਮਤੀ ਨਾਲ ਉਸ ਸਥਿਤੀ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਅਤੇ ਹਥਿਆਰੇ ਦੇ ਭੱਜ ਜਾਣ ਤੋਂ ਬਾਅਦ ਬਾਰਕਰ ਨੇ ਖਿੜਕੀ ਦੀ ਚੁਗਾਠ ਉੱਤੇ ਆਪਣੇ ਖੂਨ ਨਾਲ ਲਿਬੜੇ ਸਲੀਪਰ ਦਾ ਨਿਸ਼ਾਨ ਲਾਇਆ, ਜਿਸ ਤੋਂ ਲੱਗੇ ਕਿ ਅਪਰਾਧੀ ਉੱਧਰੋਂ ਭੱਜ ਕੇ ਗਿਆ ਸੀ। ਜ਼ਾਹਰ ਹੈ ਕਿ ਸਿਰਫ 2 ਜਣੇ ਹੀ ਅਜਿਹੇ ਸਨ ਜਿਨ੍ਹਾਂ ਉਸ ਧਮਾਕੇ ਦੀ ਆਵਾਜ਼ ਸੁਣੀ ਸੀ। ਸੋ ਉਹਨਾਂ ਨੇ ਨੌਕਰਾਂ ਚਾਕਰਾਂ ਨੂੰ ਇਸ ਘਟਨਾ ਤੋਂ ਵਾਕਿਫ ਕਰਵਾਉਣ ਲਈ, ਜੋ ਕਿ ਬੜਾ ਜ਼ਰੂਰੀ ਸੀ, ਘੰਟੀ ਵਜਾ ਦਿੱਤੀ। ਪਰ ਪੂਰੇ ਅੱਧੇ ਘੰਟੇ ਬਾਅਦ, ਪਰ ਜੋ ਕੁਝ ਵੀ ਤੁਸੀਂ ਹੁਣੇ ਕਿਹਾ ਹੈ ਉਹਨੂੰ ਸਾਬਤ ਕਿੰਝ ਕਰੋਗੇ? ਮੈਂ ਸਮਝਦਾ ਕਿ ਉਸ ਸਟੱਡੀ ਰੂਮ 'ਚ ਮੈਨੂੰ ਹਨੇਰਾ ਹੋਣ ਪਿੱਛੋਂ ਇਕੱਲੇ ਕੰਮ ਕਰਨ ਦਾ ਮੌਕਾ ਮਿਲ ਗਿਆ
ਤਾਂ ਮੈਂ ਆਪਣੇ ਵਿਗਿਆਨਕ ਤਰੀਕਿਆਂ ਦੇ ਆਧਾਰ 'ਤੇ ਸ਼ਾਇਦ ਕੁਝ ਅਜਿਹੇ ਸਬੂਤ ਇਕੱਠੇ ਕਰਨ 'ਚ ਕਾਮਯਾਬ ਹੋ ਜਾਵਾਂ ਜਿਹੜੇ ਇਸ ਖੋਜ 'ਚ ਮੇਰੇ ਸਹਾਇਕ ਹੋ ਸਕਣ। ਹਨੇਰਾ ਹੋਣ ਪਿੱਛੋਂ ਇਕੱਲੇ ਕੰਮ ਕਰਨ ਦਾ ਮੌਕਾ ਮਿਲਣ ਤੋਂ ਤੁਹਾਡਾ ਕੀ ਮਤਲਬ ਹੈ? ਮੈਂ ਫਿਲਹਾਲ ਦੁਬਾਰਾ ਉੱਥੇ ਜਾ ਰਿਹਾ। ਮੈਂ ਵਫਾਦਾਰ ਜੇਮਸ ਨੂੰ ਮਿਲ ਕੇ, ਜਿਹੜਾ ਬਾਰਕਰ ਦੇ ਪ੍ਰਤੀ ਥੋੜ੍ਹਾ ਸ਼ੱਕੀ ਵੀ ਹੈ, ਸਾਰਾ ਇੰਤਜ਼ਾਮ ਕਰ ਲਿਆ ਹੈ। ਮੈਂ ਉਸ ਕਮਰੇ 'ਚ ਇਕੱਲਾ ਬੈਠ ਕੇ ਧਿਆਨ ਲਵਾਂਗਾ ਅਤੇ ਦੇਖਾਂਗਾ ਕਿ ਉੱਥੋਂ ਦੇ ਵਾਤਾਵਰਨ ਤੋਂ ਮੈਨੂੰ ਕੋਈ ਪ੍ਰੇਰਨਾ ਮਿਲਦੀ ਹੈ ਜਾਂ ਨਹੀਂ। ਤੁਸੀਂ ਮੁਸਕਰਾ ਰਹੇ ਹੋ ਵਾਟਸਨ, ਪਰ ਯਕੀਨ ਮੰਨੋ ਇਹ ਤਰੀਕਾ ਕਈ ਵਾਰ ਬੜਾ ਕਾਰਗਰ ਸਿੱਧ ਹੁੰਦਾ ਹੈ। ਬਾਕੀ ਇਹ ਦੇਖਣ ਵਾਲੀ ਗੱਲ ਹੈ ਕਿ ਇੱਥੇ ਮੈਨੂੰ ਕਿੰਨੀ ਸਫਲਤਾ ਮਿਲਦੀ ਹੈ। ਵੈਸੇ ਤੁਸੀਂ ਉਹ ਆਪਣੀ ਵੱਡੀ ਛਤਰੀ ਨਾਲ ਲਿਆਏ ਹੋ ਨਾ ਇੱਥੇ? ਹਾਂ, ਉਹੀ ਲਿਆਇਆ। ਕੀ ਮੈਂ ਉਹਨੂੰ ਅੱਜ ਰਾਤ ਲਈ ਉਧਾਰ ਲੈ ਸਕਦਾ? ਬੇਸ਼ੱਕ, ਪਰ ਜੇ ਉੱਥੇ ਕਿਸੇ ਕਿਸਮ ਦੇ ਖਤਰੇ ਦਾ ਸ਼ੱਕ ਹੈ ਤਾਂ ਉਹ ਕੋਈ ਬੜਾ ਵੱਡਾ ਹਥਿਆਰ ਸਾਬਤ ਨਹੀਂ ਹੋਏਗੀ। ਇਹੋ ਜਿਹੀ ਕੋਈ ਖਾਸ ਖਤਰੇ ਵਾਲੀ ਗੱਲ ਨਹੀਂ ਮੇਰੇ ਦੋਸਤ। ਜੇ ਹੁੰਦੀ ਤਾਂ ਮੈਂ ਮਦਦ ਲਈ ਤੁਹਾਨੂੰ ਜ਼ਰੂਰ ਨਾਲ ਲੈ ਜਾਂਦਾ। ਬਾਕੀ ਇਹ ਛਤਰੀ ਮੈਂ ਲੈ ਜਾ ਰਿਹਾ। ਮੈਨੂੰ ਬਸ ਆਪਣੇ ਉਹਨਾਂ ਦੋਵਾਂ ਪੁਲਿਸ ਵਾਲੇ ਸਾਥੀਆਂ ਦਾ ਇੰਤਜ਼ਾਰ ਹੈ ਜਿਹੜੇ ਫਿਲਹਾਲ ਉਸ ਸਾਈਕਲ ਦੇ ਮਾਲਕ ਦਾ ਪਤਾ ਲਾਉਣ ਦੀ ਕੋਸ਼ਿਸ਼ 'ਚ ਟਰਨਬ੍ਰਿਜ ਵੈਲਸ ਗਏ ਹੋਏ ਨੇ। ਉਦੋਂ ਤੱਕ ਰਾਤ ਦਾ ਹਨੇਰਾ ਕਾਫੀ ਗੂੜਾ ਹੋ ਗਿਆ ਸੀ ਜਦੋਂ ਇੰਸਪੈਕਟਰ ਮੈਕਡੋਨਾਲਡ ਤੇ ਵਾਈਟ ਮੈਸਨ ਖੁਸ਼ੀ ਤੇ ਉਤਸ਼ਾਹ ਨਾਲ ਨੱਕੋ ਨੱਕ ਭਰੇ ਆਪਣੇ ਮਿਸ਼ਨ ਤੋਂ ਵਾਪਸ ਆਏ ਤੇ ਆਪਣੀ ਜ਼ਬਰਦਸਤ ਸਫਲਤਾ ਤੋਂ ਸਾਨੂੰ ਜਾਣੂ ਕਰਵਾਇਆ। ਭਾਈ ਲੋਕੋ, ਮੈਨੂੰ ਇਹ ਮੰਨਣ 'ਚ ਕੋਈ ਸ਼ਰਮ ਨਹੀਂ ਕਿ ਮੈਨੂੰ ਪਹਿਲਾਂ ਇਸ ਗੱਲ 'ਚ ਜ਼ਬਰਦਸਤ ਸ਼ੱਕ ਸੀ ਕਿ ਇਹ ਕੰਮ ਕਿਸੇ ਬਾਹਰਲੇ ਆਦਮੀ ਦਾ ਹੈ, ਮੈਕਡੋਨਾਲਡ ਨੇ ਕਿਹਾ। ਪਰ ਇਹ ਤਾਂ ਹੁਣ ਪੁਰਾਣੀ ਗੱਲ ਹੋ ਗਈ ਹੈ। ਹੁਣ ਨਵੀਂ ਗੱਲ ਇਹ ਹੈ ਕਿ ਅਸੀਂ ਉਸ ਸਾਈਕਲ ਦੀ ਸ਼ਨਾਖਤ ਕਰਵਾ ਲਈਏ ਅਤੇ ਉਸ ਆਦਮੀ ਦਾ ਹੁਲੀਆ ਪਤਾ ਲਾਉਣ 'ਚ ਕਾਮਯਾਬ ਹੋ ਗਏ ਹਾਂ। ਇਹ ਤੋਂ ਲੱਗਦਾ ਹੈ ਕਿ ਇਸ ਮਾਮਲੇ ਦੇ ਸੁਲਝਣ 'ਚ ਹੁਣ ਜ਼ਿਆਦਾ ਦੇਰ ਨਹੀਂ ਹੈ, ਹੋਮਸ ਨੇ ਕਿਹਾ। ਇਸ ਸਫਲਤਾ ਲਈ ਮੈਂ ਤੁਹਾਨੂੰ ਲੋਕਾਂ ਨੂੰ ਤਹਿ ਦਿਲ ਤੋਂ ਵਧਾਈ ਦਿੰਦਾ। ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕਿ ਕਾਮਯਾਬੀ ਦੀ ਮੰਜ਼ਿਲ ਕਿਵੇਂ ਹਾਸਲ ਹੋਈ। ਮੈਕਡੋਨਾਲਡ ਬੋਲਿਆ, ਦਰਅਸਲ ਮੈਨੂੰ ਇਸ ਤੱਥ ਨੇ ਆਪਣੇ ਵੱਲ ਖਿੱਚਿਆ ਸੀ ਕਿ ਡਗਲਸ ਆਪਣੀ ਹੱਤਿਆ ਕੀਤੇ ਜਾਣ ਤੋਂ ਪਹਿਲਾਂ ਟਰਨਬ੍ਰਿਜ ਵੈਲਸ ਗਿਆ ਸੀ ਅਤੇ ਉੱਥੋਂ ਵਾਪਸ ਆਉਣ ਪਿੱਛੋਂ ਹੀ ਪਰੇਸ਼ਾਨ ਜਿਹਾ ਸੀ। ਇਹਦਾ ਮਤਲਬ ਸੀ ਕਿ ਟਰਨਬ੍ਰਿਜ ਵੈਲਸ ਨਾਮੀ ਉਸ ਨਗਰ 'ਚ ਹੀ ਕੁਛ ਅਜਿਹਾ ਹੋਇਆ ਜਿਸ ਕਰਕੇ ਉਹਨੂੰ ਖਤਰੇ ਦੀ ਸ਼ੰਕਾ ਹੋਈ। ਇਹ ਗੱਲ ਵੀ ਆਪਣੇ ਆਪ 'ਚ ਕਾਫੀ ਸਪਸ਼ਟ ਸੀ ਕਿ ਜੇ ਕੋਈ ਆਦਮੀ ਇੱਥੇ ਆਉਣ ਲਈ ਸਾਈਕਲ ਦੀ ਵਰਤੋਂ ਕਰਦਾ ਹੈ ਤਾਂ ਪੱਕੀ ਗੱਲ ਹੈ ਕਿ ਆਸੇ-ਪਾਸੇ ਦਾ ਤਾਂ ਹੋਏਗਾ ਨਹੀਂ। ਲਿਹਾਜ਼ਾ ਅਸੀਂ ਸਾਈਕਲ ਲੈ ਕੇ ਸਿੱਧੇ ਉੱਥੇ ਪਹੁੰਚੇ ਅਤੇ ਉੱਥੋਂ ਦੇ ਹੋਟਲਾਂ ਵਿੱਚ ਉਸ ਸਾਈਕਲ ਨੂੰ ਦਿਖਾਇਆ। ਉਸ ਸਾਈਕਲ ਨੂੰ ਈਗਲ ਹੋਟਲ ਦੇ ਮਾਲਕ ਨੇ ਫੌਰਨ ਪਛਾਣ ਲਿਆ। ਉਹਦਾ ਕਹਿਣਾ ਸੀ ਕਿ ਇਹ ਸਾਈਕਲ ਹਰਗਰੇਵ ਨਾਂ ਦੇ ਆਦਮੀ ਦੀ ਹੈ, ਜਿਹਨੇ 2 ਦਿਨ ਪਹਿਲਾਂ ਉੱਥੇ ਕਮਰਾ ਕਿਰਾਏ 'ਤੇ ਲਿਆ ਸੀ। ਇਹ ਸਾਈਕਲ 'ਤੇ ਇੱਕ ਵੱਡਾ ਸਾਰਾ ਬੈਗ, ਬਸ ਇਹੀ ਸਮਾਨ ਸੀ ਉਸ ਕੋਲ। ਉਹਨੇ ਰਜਿਸਟਰ 'ਚ ਆਪਣਾ ਨਾਂ ਲਿਖਵਾਉਂਦਿਆਂ ਕਿਹਾ ਸੀ ਕਿ ਉਹ ਲੰਦਨ ਤੋਂ ਆਇਆ ਹੈ, ਪਰ ਆਪਣਾ ਪਤਾ ਨਹੀਂ ਲਿਖਵਾਇਆ। ਉਹ ਬੈਗ ਲੰਦਨ ਦਾ ਹੀ ਬਣਿਆ ਹੋਇਆ ਸੀ, ਪਰ ਉਹ ਆਦਮੀ ਅਮਰੀਕਨ ਜਾਪਦਾ ਸੀ। ਬਹੁਤ ਖੂਬ, ਹੋਮਸ ਨੇ ਖੁਸ਼ੀ ਨਾਲ ਟਹਿਕਦਿਆਂ ਕਿਹਾ। ਤੁਸੀਂ ਤਾਂ ਵਾਕਈ ਇੱਕ ਬੜਾ ਵੱਡਾ ਮੋਰਚਾ ਫਤਿਹ ਕਰ ਲਿਆ ਅਤੇ ਮੈਂ ਇੱਥੇ ਆਪਣੇ ਦੋਸਤ ਨਾਲ ਬੈਠਾ ਹੋਇਆ ਹਵਾਈ ਕਲਪਨਾਵਾਂ ਦੇ ਘੋੜਿਆਂ ਉੱਤੇ ਉਡਾਨਾਂ ਭਰਦਾ ਫਿਰਦਾ। ਇਸ ਤੋਂ ਇਹ ਸਬਕ ਮਿਲਦਾ ਹੈ ਇੰਸਪੈਕਟਰ ਮੈਕ ਕਿ ਆਦਮੀ ਨੂੰ ਵਿਹਾਰਕ ਅਤੇ ਪ੍ਰੈਕਟੀਕਲ ਹੋਣਾ ਚਾਹੀਦਾ ਹੈ। ਬਿਲਕੁਲ ਸਹੀ ਕਿਹਾ ਤੁਸੀਂ ਮਿਸਟਰ ਹੋਮਸ, ਪੁਲਿਸ ਇੰਸਪੈਕਟਰ ਨੇ ਬੜੇ ਹੀ ਆਤਮ ਸੰਤੋਖ ਨਾਲ ਕਿਹਾ। ਪਰ ਤੁਸੀਂ ਉਸ ਆਦਮੀ ਦਾ ਹੁਲੀਆ ਹੀ ਪਤਾ ਕਰ ਆਏ ਜਾਂ ਉਸ ਬਾਰੇ ਕੁਝ ਹੋਰ ਵੀ ਪਤਾ ਕਰਕੇ ਆਏ ਹੋ ਕਿ ਉਹ ਕੌਣ ਹੈ, ਕਿੱਥੇ ਰਹਿੰਦਾ, ਕੀ ਕਰਦਾ ਵਗੈਰਾ? ਹੋਰ ਤਾਂ ਅਸੀਂ ਉਸ ਬਾਰੇ ਬਹੁਤ ਕੁਝ ਪਤਾ ਨਹੀਂ ਲਾ ਸਕੇ। ਇੰਝ ਲੱਗਦਾ ਜਿਵੇਂ ਉਹ ਆਪਣੀ ਸ਼ਨਾਖਤ ਲੁਕਾਈ ਰੱਖਣ ਬਾਰੇ ਜ਼ਰੂਰਤ ਨਾਲੋਂ ਕੁਝ ਵਧੇਰੇ ਹੀ ਸਾਵਧਾਨ ਸੀ। ਅਸੀਂ ਉਹਦੇ ਕਮਰੇ ਦੀ ਤਲਾਸ਼ੀ ਲਈ, ਪਰ ਕੋਈ ਕਾਗਜ਼ ਪੱਤਰ ਨਹੀਂ ਮਿਲਿਆ ਜਿਸ ਤੋਂ ਉਸ ਬਾਰੇ ਕਿਸੇ ਕਿਸਮ ਦੀ ਜਾਣਕਾਰੀ ਹਾਸਲ ਹੋ ਸਕੇ। ਇੱਥੋਂ ਤੱਕ ਕਿ ਉਹਦੇ ਕੱਪੜਿਆਂ 'ਤੇ ਵੀ ਕੋਈ ਲੇਬਲ ਵਗੈਰਾ ਨਹੀਂ ਲੱਗਾ ਸੀ। ਹਾਂ, ਉਹਦੇ ਕਮਰੇ ਦੀ ਮੇਜ਼ ਉੱਤੇ ਇਸ ਇਲਾਕੇ ਦਾ ਇੱਕ ਨਕਸ਼ਾ ਜ਼ਰੂਰ ਪਿਆ ਸੀ। ਪਤਾ ਲੱਗਿਆ ਕਿ ਕੱਲ੍ਹ ਸਵੇਰੇ ਉਹ ਨਾਸ਼ਤਾ ਕਰਨ ਪਿੱਛੋਂ ਆਪਣੀ ਸਾਈਕਲ 'ਤੇ ਸਵਾਰ ਹੋ ਕੇ ਉੱਥੋਂ ਚਲਾ ਗਿਆ ਸੀ ਅਤੇ ਬਸ ਇਸ ਪਿੱਛੋਂ ਉੱਥੇ ਵਾਪਸ ਨਹੀਂ ਆਇਆ। ਅਤੇ ਇਸੇ ਗੱਲ ਨੇ ਮੈਨੂੰ ਸਭ ਤੋਂ ਵੱਧ ਪਰੇਸ਼ਾਨ ਕੀਤਾ ਹੋਇਆ ਮਿਸਟਰ ਹੋਮਸ। ਆਪਣੇ ਸਾਥੀ ਦੀ ਗੱਲ ਦਾ ਸਿਰਾ ਫੜਦਿਆਂ ਹੋਇਆਂ ਵਾਈਟ ਮੈਸਨ ਨੇ ਅੱਗੇ ਕਹਿਣਾ ਸ਼ੁਰੂ ਕੀਤਾ। ਉਸ ਆਦਮੀ ਨੂੰ ਇੱਕ ਵਾਰੀ ਤਾਂ ਆਪਣੇ ਹੋਟਲ ਜ਼ਰੂਰ ਪਹੁੰਚਣਾ ਚਾਹੀਦਾ ਸੀ, ਜਿਸ ਤੋਂ ਲੱਗਦਾ ਕਿ ਉਹ ਕੋਈ ਸਧਾਰਨ ਟੂਰਿਸਟ ਹੈ। ਕਮ ਸੇ ਕਮ ਉਹਨੂੰ ਇੱਕ ਗੱਲ ਤਾਂ ਸੋਚਣੀ ਚਾਹੀਦੀ ਸੀ ਕਿ ਜੇ ਉਹ ਵਾਪਸ ਹੋਟਲ ਨਾ ਪਹੁੰਚਿਆ ਤਾਂ ਮੈਨੇਜਰ ਉਹਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲਿਸ 'ਚ ਲਿਖਵਾ ਦੇਗਾ ਅਤੇ ਫਿਰ ਉਹਨੂੰ ਭਾਲਣ ਦਾ ਹੰਗਾਮਾ ਸ਼ੁਰੂ ਹੋ ਜਾਏਗਾ ਅਤੇ ਉਹਦੀ ਗੁੰਮਸ਼ੁਦਗੀ ਨੂੰ ਉਸ ਹੱਤਿਆ ਨਾਲ ਜੋੜਿਆ ਜਾਏਗਾ। ਇਹ ਗੱਲ ਤਾਂ ਤੁਹਾਡੀ ਸਹੀ ਹੈ, ਹੋਮਸ ਨੇ ਕਿਹਾ, ਪਰ ਉਹਦੇ ਹੁਲੀਏ ਦਾ ਕੀ ਬਣਿਆ ਇਹ ਤਾਂ ਦੱਸੋ।
ਜੋ ਕੁਝ ਵੀ ਸਾਨੂੰ ਉਹਦੇ ਹੁਲੀਏ ਬਾਰੇ ਪਤਾ ਲੱਗਾ ਉਹ ਸਭ ਅਸੀਂ ਲਿਖ ਲਿਆਏ ਹਾਂ। ਮੈਕਡੋਨਾਲਡ ਨੇ ਆਪਣੀ ਜੇਬ ਵਿੱਚੋਂ ਨੋਟਬੁੱਕ ਕੱਢਦਿਆਂ ਹੋਇਆਂ ਕਿਹਾ। ਵੈਸੇ ਉਹਨਾਂ ਲੋਕਾਂ ਨੇ ਉਸ ਵੱਲ ਕੋਈ ਖਾਸ ਧਿਆਨ ਨਹੀਂ ਸੀ ਦਿੱਤਾ। ਫਿਰ ਵੀ ਹੋਟਲ ਦੇ ਮੁਲਾਜ਼ਮਾਂ ਦੇ ਬਿਆਨਾਂ ਦੇ ਆਧਾਰ 'ਤੇ ਉਹਦਾ ਜਿਹੜਾ ਹੁਲੀਆ ਹਾਸਲ ਕਰਨ 'ਚ ਅਸੀਂ ਕਾਮਯਾਬ ਹੋਏ ਹਾਂ ਅਤੇ ਜਿਸ ਬਾਰੇ ਉਹ ਸਾਰੇ ਸਹਿਮਤ ਨੇ ਕਿ ਹਾਂ ਉਹ ਇਹੋ ਜਿਹਾ ਹੀ ਸੀ, ਤਾਂ ਉਹ ਇਸ ਤਰ੍ਹਾਂ ਹੈ ਕਿ ਉਹ ਕੋਈ 50 ਸਾਲ ਦੇ ਆਸ-ਪਾਸ ਦਾ ਆਦਮੀ ਸੀ। ਉਹਦਾ ਕੱਦ ਲਗਭਗ 5 ਫੁੱਟ 9 ਇੰਚ ਸੀ। ਵਾਲ ਭੂਰੇ ਅਤੇ ਮੁੱਛਾਂ ਵਿੱਚ ਹਲਕੀ ਸਫੈਦੀ ਝਲਕਦੀ ਸੀ। ਨੱਕ ਅੱਗੋਂ ਮੁੜੀ ਹੋਈ ਅਤੇ ਚਿਹਰਾ ਕਠੋਰ ਅਤੇ ਭਾਵੁਕਤਾਹੀਨ ਸੀ। ਜੇ ਚਿਹਰੇ ਦੇ ਭਾਵਾਂ ਨੂੰ ਹਟਾ ਦਿੱਤਾ ਜਾਏ ਤਾਂ ਇਹ ਹੁਲੀਆ ਕਾਫੀ ਹੱਦ ਤੱਕ ਡਗਲਸ ਨਾਲ ਮਿਲਦਾ ਜੁਲਦਾ ਹੈ, ਹੋਮਸ ਨੇ ਕਿਹਾ। ਉਹਦੀ ਉਮਰ ਵੀ 50 ਦੇ ਆਸ-ਪਾਸ ਸੀ। ਭੂਰੇ ਵਾਲ ਅਤੇ ਮੁੱਛਾਂ ਦੇ ਇਲਾਵਾ ਕੱਦ ਵੀ ਇੰਨਾ ਕੋਈ ਸੀ। ਕੀ ਤੁਹਾਨੂੰ ਇਹ ਤੋਂ ਇਲਾਵਾ ਉਸ ਬਾਰੇ ਕੋਈ ਹੋਰ ਜਾਣਕਾਰੀ ਮਿਲੀ? ਉਹਨੇ ਗ੍ਰੇ ਕਾਲਰ ਵਾਲਾ ਸੂਟ ਪਾਇਆ ਹੋਇਆ ਸੀ। ਕੋਟ ਦੇ ਹੇਠਾਂ ਕਿਸ਼ਤੀ ਚਾਲਕਾਂ ਵਰਗੀ ਜਰਸੀ ਸੀ। ਇਹ ਤੋਂ ਇਲਾਵਾ ਉਹਨੇ ਗੋਡਿਆਂ ਤੱਕ ਦਾ ਪੀਲਾ ਓਵਰਕੋਟ ਅਤੇ ਸਿਰ 'ਤੇ ਟੋਪੀ ਲਈ ਹੋਈ ਸੀ। ਅਤੇ ਉਹ ਸ਼ਾਟਗਨ, ਉਸ ਬਾਰੇ ਕੋਈ ਜਾਣਕਾਰੀ ਮਿਲੀ? ਨਹੀਂ, ਉਹ 2 ਫੁੱਟ ਨਾਲੋਂ ਵੀ ਛੋਟੀ ਹੈ, ਇਸ ਲਈ ਬੜੇ ਆਰਾਮ ਨਾਲ ਬੈਗ 'ਚ ਰੱਖੀ ਜਾ ਸਕਦੀ ਸੀ ਜਾਂ ਫਿਰ ਓਵਰਕੋਟ ਹੇਠ ਲੁਕਾਈ ਜਾ ਸਕਦੀ ਸੀ। ਖੈਰ ਛੱਡੋ ਉਹਨੂੰ ਅਤੇ ਇਹ ਦੱਸੋ ਕਿ ਹੁਣ ਇਸ ਨਵੀਂ ਜਾਣਕਾਰੀ ਦੀ ਰੋਸ਼ਨੀ ਵਿੱਚ ਇਹ ਕੇਸ ਕੀ ਰੂਪ ਲੈਂਦਾ ਦਿਖਾਈ ਦੇ ਰਿਹਾ ਹੈ? ਸਹੀ ਗੱਲ ਤਾਂ ਇਹ ਹੈ ਕਿ ਮਿਸਟਰ ਹੋਮਸ, ਮੈਕਡੋਨਾਲਡ ਨੇ ਕਿਹਾ, ਇੱਕ ਵਾਰੀ ਉਹ ਆਦਮੀ ਹੱਥ ਆ ਜਾਏ ਅਤੇ ਮੈਨੂੰ ਯਕੀਨ ਹੈ ਕਿ ਉਹ ਜਲਦੀ ਹੱਥ ਆ ਜਾਏਗਾ, ਕਿਉਂਕਿ ਉਹਦਾ ਹੁਲੀਆ ਮਿਲਣ 'ਤੇ 5 ਮਿੰਟ ਬਾਅਦ ਹੀ ਮੈਂ ਉਹਨੂੰ ਤਾਰ ਦੁਆਰਾ ਹਰ ਪਾਸੇ ਪ੍ਰਸਾਰਿਤ ਕਰ ਦਿੱਤਾ ਸੀ। ਬਸ ਉਹਦੇ ਹੱਥ ਆਉਂਦਿਆਂ ਹੀ ਅਸੀਂ ਇਸ ਸਾਰੇ ਮਾਮਲੇ ਨੂੰ ਬਿਹਤਰ ਢੰਗ ਨਾਲ ਸਮਝ ਸਕਾਂਗੇ। ਪਰ ਫਿਲਹਾਲ ਅਜੇ ਵੀ ਜਿਸ ਸਥਿਤੀ 'ਚ ਅਸੀਂ ਹਾਂ ਉਹ ਵੀ ਸਾਡੀ ਕੋਈ ਘੱਟ ਪ੍ਰਾਪਤੀ ਨਹੀਂ ਹੈ। ਅਸੀਂ ਜਾਣਦੇ ਹਾਂ ਕਿ ਹਰਗਰੇਵ ਨਾਂ ਦਾ ਕੋਈ ਅਮਰੀਕਨ 2 ਦਿਨ ਪਹਿਲਾਂ ਟਰਨਬ੍ਰਿਜ ਵੈਲਸ ਵਿੱਚ ਇੱਕ ਸਾਈਕਲ 'ਤੇ ਬੈਗ ਸਮੇਤ ਆਇਆ ਸੀ। ਉਹਨੇ ਪੱਕੇ ਤੌਰ 'ਤੇ ਆਪਣੇ ਬੈਗ 'ਚੋਂ ਉਹ ਨਾਲ ਕੱਟੀ ਸ਼ਾਟਗਨ ਲੁਕੋਈ ਹੋਈ ਹੋਏਗੀ, ਜਿਸ 'ਤੇ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹ ਇੱਥੇ ਪੱਕੇ ਤੌਰ 'ਤੇ ਹੱਤਿਆ ਕਰਨ ਦੇ ਇਰਾਦੇ ਨਾਲ ਆਇਆ ਸੀ। ਕੱਲ੍ਹ ਸਵੇਰੇ ਉਹ ਆਪਣੀ ਸਾਈਕਲ ਉੱਤੇ ਇੱਧਰ ਵੱਲ ਤੁਰ ਪਿਆ। ਉਸ ਸਮੇਂ ਉਹਨੇ ਆਪਣੀ ਸ਼ਾਟਗਨ ਓਵਰਕੋਟ ਹੇਠ ਲੁਕਾਈ ਹੋਈ ਹੋਏਗੀ। ਕਿਸੇ ਨੇ ਵੀ ਉਹਨੂੰ ਆਉਂਦਿਆਂ ਨਹੀਂ ਦੇਖਿਆ। ਵੈਸੇ ਵੀ ਉਹਨੂੰ ਗੜੀ ਤੱਕ ਪਹੁੰਚਣ ਲਈ ਪਿੰਡ ਵਿੱਚੋਂ ਸਾਈਕਲਾਂ ਵੱਲ ਆਉਂਦੇ ਜਾਂਦੇ ਸਾਰਿਆਂ ਦਾ ਅੰਦਾਜ਼ਾ ਲਾਉਣਾ ਪਏਗਾ। ਉਹਨੇ ਆਪਣੀ ਸਾਈਕਲ ਖਾਈ ਦੇ ਨਾਲ ਵਾਲੇ ਬਾਗ 'ਚ ਸੰਘਣੀਆਂ ਝਾੜੀਆਂ 'ਚ ਲੁਕਾਈ ਅਤੇ ਡਗਲਸ ਦੇ ਬਾਹਰ ਨਿਕਲਣ ਦੀ ਉਡੀਕ ਵਿੱਚ ਉਹ ਇਮਾਰਤ ਦੀ ਨਿਗਰਾਨੀ ਕਰਦਾ ਰਿਹਾ। ਹੋਇਆ ਉੱਥੇ ਆਸੇ ਪਾਸੇ ਹੀ ਪਾਉਂਦਾ ਰਿਹਾ, ਪਰ ਡਗਲਸ ਸ਼ਾਇਦ ਉਸ ਦਿਨ ਬਾਹਰ ਹੀ ਨਹੀਂ ਨਿਕਲਿਆ। ਤੁਸੀਂ ਤਾਂ ਬੜਾ ਹੀ ਸਟੀਕ ਨਕਸ਼ਾ ਉਲੀਕ ਕੇ ਰੱਖ ਦਿੱਤਾ, ਹੋਮਸ ਨੇ ਕਿਹਾ। ਤਾਂ ਮੈਂ ਕਹਿ ਰਿਹਾ ਸੀ ਕਿ ਡਗਲਸ ਉਸ ਦਿਨ ਬਾਹਰ ਹੀ ਨਹੀਂ ਸੀ ਨਿਕਲਿਆ, ਮੈਕਡੋਨਾਲਡ ਨੇ ਰਤਾ ਜੋਸ਼ੀਲੀ ਸੁਰ ਵਿੱਚ ਕਿਹਾ। ਹੁਣ ਉਸ ਹਥਿਆਰੇ ਦੇ ਸਾਹਮਣੇ ਇਹ ਸਵਾਲ ਸੀ ਕਿ ਇਸ ਹਾਲਤ ਵਿੱਚ ਉਹ ਕੀ ਕਰੇ। ਸੋ ਉੱਥੇ ਕਿਤੇ ਇੱਧਰ ਉੱਧਰ ਘੁੰਮਦਾ ਰਿਹਾ ਅਤੇ ਕੁਸਮੁਸਾ ਹੋਣ ਵਿੱਚੋਂ ਫਿਰ ਉਸ ਇਮਾਰਤ ਕੋਲ ਪਰਤ ਆਇਆ। ਉਹਨੂੰ ਇਹ ਪੁਲ ਖਾਈ ਉੱਤੇ ਰੱਖਿਆ ਨਜ਼ਰ ਆਇਆ। ਆਸੇ ਪਾਸੇ ਕੋਈ ਦਿਖਾਈ ਨਾ ਦਿੱਤਾ। ਉਹਨੇ ਥੋੜ੍ਹਾ ਖਤਰਾ ਉਠਾਉਣ ਦਾ ਮਨ ਬਣਾਇਆ ਸੀ ਅਤੇ ਬਿਨਾਂ ਕਿਸੇ ਦੀ ਨਜ਼ਰ 'ਚ ਆਇਆ ਅੰਦਰ ਵੜਨ 'ਚ ਕਾਮਯਾਬ ਹੋ ਗਿਆ। ਉਹਨੂੰ ਜਿਹੜਾ ਪਹਿਲਾ ਕਮਰਾ ਦਿਖਾਈ ਦਿੱਤਾ ਉਸੇ 'ਚ ਵੜ ਗਿਆ ਅਤੇ ਪਰਦੇ ਦੇ ਪਿੱਛੇ ਲੁਕ ਗਿਆ। ਉੱਥੇ ਉਹਨੇ ਖਿੜਕੀ ਰਾਹੀਂ ਉਸ ਡਰਾਬ੍ਰਿਜ ਨੂੰ ਉੱਪਰ ਉੱਠਦਿਆਂ ਹੋਇਆਂ ਦੇਖ ਲਿਆ ਹੋਵੇਗਾ ਅਤੇ ਸਮਝ ਲਿਆ ਹੋਵੇਗਾ ਕਿ ਹੁਣ ਉਹਨੂੰ ਖਾਈ ਦੇ ਪਾਣੀ ਵਿੱਚੋਂ ਲੰਘ ਕੇ ਜਾਣਾ ਪਏਗਾ। ਰੋਜ਼ ਵਾਂਗ ਡਗਲਸ ਆਪਣੇ ਕਮਰਿਆਂ ਨੂੰ ਚੈੱਕ ਕਰਦਾ ਹੋਇਆ 11:15 ਵਜੇ ਦੇ ਕਰੀਬ ਉਸ ਕਮਰੇ 'ਚ ਪਹੁੰਚਿਆ। ਹੱਤਿਆਰੇ ਨੇ ਉਹਨੂੰ ਗੋਲੀ ਮਾਰੀ ਅਤੇ ਆਪਣੀ ਸ਼ਾਟਗਨ ਉੱਥੇ ਹੀ ਸੁੱਟ ਕੇ ਉੱਥੋਂ ਭੱਜ ਨਿਕਲਿਆ, ਕਿਉਂਕਿ ਉਹਦਾ ਕੰਮ ਖਤਮ ਹੋ ਚੁੱਕਾ ਸੀ ਅਤੇ ਸ਼ਾਟਗਨ ਹੁਣ ਆਪਣੇ ਕੋਲ ਰੱਖਣਾ ਉਸ ਲਈ ਖਤਰੇ ਤੋਂ ਖਾਲੀ ਨਹੀਂ ਸੀ। ਇਸ ਲਈ ਉਹ ਆਪਣੀ ਸਾਈਕਲ ਵੀ ਉੱਥੇ ਹੀ ਛੱਡ ਗਿਆ, ਕਿਉਂਕਿ ਹੋਟਲ ਵਾਲੇ ਲੋਕ ਉਹਦੀ ਸਾਈਕਲ ਬਾਰੇ ਪੁਲਿਸ ਨੂੰ ਦੱਸ ਸਕਦੇ ਸੀ ਅਤੇ ਉਹ ਫਸ ਸਕਦਾ ਸੀ। ਲਿਹਾਜ਼ਾ ਉਹਨੇ ਉਹਨੂੰ ਉੱਥੇ ਹੀ ਛੱਡ ਦੇਣਾ ਬਿਹਤਰ ਸਮਝਿਆ ਅਤੇ ਹੋਰ ਸਾਧਨਾਂ ਰਾਹੀਂ ਲੰਦਨ ਪਹੁੰਚ ਕੇ ਕਿਸੇ ਅਜਿਹੀ ਜਗ੍ਹਾ ਲੁਕ ਗਿਆ ਜਿਹਦਾ ਬੰਦੋਬਸਤ ਉਹਨੇ ਪਹਿਲਾਂ ਹੀ ਕੀਤਾ ਹੋਇਆ ਸੀ। ਹੁਣ ਦੱਸੋ ਮਿਸਟਰ ਹੋਮਸ, ਇਹ ਜੋ ਕੁਝ ਮੈਂ ਦੱਸਿਆ ਤੁਹਾਡਾ ਇਸ ਬਾਰੇ ਕੀ ਖਿਆਲ ਹੈ? ਕੋਈ ਸ਼ੱਕ ਨਹੀਂ ਕਿ ਤੁਸੀਂ ਇਸ ਮਾਮਲੇ ਨੂੰ ਬੜੀ ਖੂਬਸੂਰਤੀ ਨਾਲ ਸਪਸ਼ਟ ਕਰ ਦਿੱਤਾ ਹੈ,
ਹੋਮਸ ਬੋਲਿਆ, ਪਰ ਮੈਂ ਜ਼ਰਾ ਕੁਝ ਦੂਜੇ ਢੰਗ ਨਾਲ ਸੋਚ ਰਿਹਾ। ਮੇਰਾ ਮੰਨਣਾ ਹੈ ਕਿ ਹੱਤਿਆ ਦੱਸੇ ਗਏ ਸਮੇਂ ਤੋਂ ਲਗਭਗ ਅੱਧਾ ਘੰਟਾ ਪਹਿਲਾਂ ਹੋਈ ਸੀ। ਮਿਸਿਸ ਡਗਲਸ ਤੇ ਬਾਰਕਰ ਦੋਵੇਂ ਆਪਸ 'ਚ ਮਿਲ ਕੇ ਕਿਸੇ ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹੋ ਨਹੀਂ, ਬਲਕਿ ਉਹ ਜਿਸ ਸਮੇਂ ਹੱਤਿਆ ਵਾਲੀ ਜਗ੍ਹਾ ਪਹੁੰਚੇ ਤਾਂ ਹਥਿਆਰਾ ਉਹਨਾਂ ਨੂੰ ਮਿਲਿਆ ਅਤੇ ਉਹਨਾਂ ਨੇ ਉੱਥੋਂ ਭੱਜਣ ਵਿੱਚ ਉਹਦੀ ਮਦਦ ਕੀਤੀ। ਉਸ ਪਿੱਛੋਂ ਪੁਲਿਸ ਨੂੰ ਭੁਲੇਖੇ 'ਚ ਪਾਉਣ ਖਾਤਰ ਕੁਝ ਉਲਟੇ ਸਿੱਧੇ ਸਬੂਤ ਵੀ ਬਣਾਏ। ਦੋਵਾਂ ਪੁਲਿਸ ਵਾਲਿਆਂ ਨੇ ਬੜੀ ਗੰਭੀਰਤਾ ਨਾਲ ਆਪਣੇ ਸਿਰ ਹਿਲਾਏ। ਜੇ ਤੁਹਾਡੀ ਗੱਲ ਸਹੀ ਹੈ ਮਿਸਟਰ ਹੋਮਸ, ਤਾਂ ਅਸੀਂ ਇੱਕ ਰਹੱਸ 'ਚੋਂ ਨਿਕਲਣ ਦੀ ਬਜਾਏ ਦੂਜੇ 'ਚ ਉਲਝ ਗਏ ਹਾਂ, ਮੈਕਡੋਨਾਲਡ ਨੇ ਕਿਹਾ। ਸਭ ਨਾਲੋਂ ਅਜੀਬ ਗੱਲ ਤਾਂ ਇਹ ਹੈ ਕਿ ਉਹ ਔਰਤ ਆਪਣੇ ਹੁਣ ਤੱਕ ਦੇ ਜੀਵਨ 'ਚ ਕਦੀ ਅਮਰੀਕਾ ਨਹੀਂ ਗਈ। ਵਾਈਟ ਮੈਸਨ ਨੇ ਕਿਹਾ, ਉਹਦਾ ਭਲਾ ਕਿਸੇ ਅਮਰੀਕੀ ਹਥਿਆਰੇ ਨਾਲ ਕੀ ਸੰਬੰਧ ਹੋ ਸਕਦਾ ਹੈ ਜਿਹੜਾ ਉਹਦੀ ਮਦਦ ਕਰੇਗੀ। ਮੈਂ ਬਿਨਾਂ ਸ਼ੱਕ ਸਵੀਕਾਰ ਕਰਦਾ ਕਿ ਇਹਨਾਂ ਮੁਸ਼ਕਲ ਸਵਾਲਾਂ ਦੇ ਮੇਰੇ ਕੋਲ ਫਿਲਹਾਲ ਕੋਈ ਜਵਾਬ ਨਹੀਂ ਹੈ, ਹੋਮਸ ਨੇ ਕਿਹਾ। ਇਸ ਲਈ ਅੱਜ ਰਾਤ ਨੂੰ ਮੈਂ ਆਪਣੇ ਢੰਗ ਨਾਲ ਕੁਝ ਤਹਿਕੀਕਾਤ ਕਰਨ ਜਾ ਰਿਹਾ। ਮੈਨੂੰ ਉਮੀਦ ਹੈ ਕਿ ਇਸ ਨਾਲ ਸਾਨੂੰ ਇਸ ਕੇਸ ਨੂੰ ਹੱਲ ਕਰਨ 'ਚ ਕੋਈ ਨਾ ਕੋਈ ਮਦਦ ਜ਼ਰੂਰ ਮਿਲੇਗੀ। ਕੀ ਅਸੀਂ ਤੁਹਾਡੀ ਕੋਈ ਮਦਦ ਕਰ ਸਕਦੇ ਹਾਂ? ਨਾ, ਕਿਸੇ ਮਦਦ ਦੀ ਲੋੜ ਨਹੀਂ ਹੈ। ਰਾਤ ਦਾ ਹਨੇਰਾ ਅਤੇ ਡਾਕਟਰ ਵਾਟਸਨ ਦੀ ਛਤਰੀ, ਬਸ ਮੇਰੀ ਜ਼ਰੂਰਤ ਇੰਨੀ ਹੈ। ਅਤੇ ਉਹ ਵਫਾਦਾਰ ਏਮਸ, ਜ਼ਾਹਰ ਹੈ ਕਿ ਉਹ ਮੇਰੀ ਥੋੜ੍ਹੀ ਬਹੁਤ ਮਦਦ ਤਾਂ ਕਰੇਗਾ ਹੀ। ਮੇਰਾ ਧਿਆਨ ਇਸ ਵੇਲੇ ਸਿਰਫ ਇੱਕੋ ਬਿੰਦੂ 'ਤੇ ਟਿਕਿਆ ਹੋਇਆ ਹੈ ਕਿ ਆਖਰ ਕੋਈ ਕਸਰਤੀ ਆਦਮੀ ਕਿਸ ਉਦੇਸ਼ ਨਾਲ ਸਿਰਫ ਇੱਕੋ ਡੰਬਲ ਨਾਲ ਕਸਰਤ ਕਰ ਰਿਹਾ ਸੀ, ਜਿਹੜਾ ਕਿ ਇੱਕ ਬੜਾ ਹੀ ਗੈਰ ਵਿਗਿਆਨਕ ਅਤੇ ਸਰੀਰ ਨੂੰ ਬੇਡੌਲ ਬਣਾਉਣ ਵਾਲਾ ਤਰੀਕਾ ਹੈ। ਉਸ ਰਾਤ ਹੋਮਸ ਦੇਰ ਰਾਤ ਨੂੰ ਆਪਣੇ ਉਸ ਵਨ ਮੈਨ ਨਾਈਟ ਮਿਸ਼ਨ ਤੋਂ ਵਾਪਸ ਆਇਆ। ਸਾਡੇ ਦੋਵਾਂ ਦੇ ਬਿਸਤਰੇ ਇੱਕੋ ਕਮਰੇ 'ਚ ਲੱਗੇ ਹੋਏ ਸਨ ਅਤੇ ਪਿੰਡ ਦੇ ਉਸ ਹੋਟਲ 'ਚ ਇਸ ਨਾਲੋਂ ਬਿਹਤਰ ਹੋਰ ਕੋਈ ਪ੍ਰਬੰਧ ਨਹੀਂ ਸੀ। ਮੈਂ ਉਸ ਸਮੇਂ ਗੂੜ੍ਹੀ ਨੀਂਦ ਵਿੱਚ ਸਾਂ, ਪਰ ਉਹਦੇ ਆਉਣ ਦੀ ਆਹਟ ਸੁਣ ਕੇ ਰਤਾ ਜਾਗ ਗਿਆ। ਹੋਮਸ, ਮੈਂ ਉਨੀਂਦੀ ਸੁਰ 'ਚ ਉਹਨੂੰ ਪੁੱਛਿਆ, ਕੁਝ ਹੱਥ ਲੱਗਾ? ਉਹ ਮੋਮਬੱਤੀ ਹੱਥ 'ਚ ਫੜੀ ਕੁਝ ਚਿਰ ਚੁੱਪ-ਚਾਪ ਖੜਾ ਪਤਾ ਨਹੀਂ ਕੀ ਸੋਚਦਾ ਰਿਹਾ। ਅੱਛਾ ਇਹ ਦੱਸੋ ਵਾਟਸਨ, ਥੋੜ੍ਹੀ ਦੇਰ ਬਾਅਦ ਉਹ ਬੁੜਬੁੜਾਇਆ, ਕੀ ਤੁਹਾਨੂੰ ਇੱਕ ਪਾਗਲ ਦੇ ਨਾਲ ਇੱਕੋ ਕਮਰੇ 'ਚ ਸੌਣ 'ਤੇ ਡਰ ਨਹੀਂ ਲੱਗੇਗਾ? ਇੱਕ ਅਜਿਹਾ ਪਾਗਲ ਜਿਹਦਾ ਦਿਮਾਗ ਪਿਲਪਿਲਾ ਹੋ ਚੁੱਕਾ ਹੈ ਅਤੇ ਜਿਹਦੀ ਖੋਪੜੀ ਵਿੱਚ ਅਕਲ ਨਾਂ ਦੀ ਕੋਈ ਚੀਜ਼ ਨਹੀਂ ਹੈ। ਕਤਈ ਨਹੀਂ, ਮੈਂ ਥੋੜ੍ਹਾ ਤਰਬਕ ਕੇ ਜਵਾਬ ਦਿੱਤਾ। ਫਿਰ ਤਾਂ ਮੈਂ ਬੜਾ ਖੁਸ਼ਕਿਸਮਤ ਹਾਂ, ਉਹ ਬੋਲਿਆ। ਉਸ ਪਿੱਛੋਂ ਉਹਨੇ ਹੋਰ ਕੋਈ ਸ਼ਬਦ ਮੂੰਹੋਂ ਨਹੀਂ ਸੀ ਕੱਢਿਆ ਅਤੇ ਮੋਮਬੱਤੀ ਬੁਝਾ ਕੇ ਆਪਣੇ ਬਿਸਤਰੇ ਵਿੱਚ ਵੜ ਗਿਆ। ਧੰਨਵਾਦ।